ਤਾਂ ਫਿਲਹਾਲ ਵੱਡੀ ਖਬਰ ਦਾ ਰੁਖ ਕਰ ਲੈਂਦੇ ਹਾਂ। ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜੀ ਹਾਂ, ਲਗਾਤਾਰ ਦੀਪ ਸਿੱਧੂ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਫਿਲਹਾਲ ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਵੇਲੇ ਦੀ ਵੱਡੀ ਖਬਰ ਹੈ, ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 26 जनवरी ਨੂੰ ਲਾਲ ਕਿਲੇ ਤੇ ਜਿਸ ਤਰ੍ਹਾਂ ਦੀ ਹਿੰਸਾ ਹੋਈ ਸੀ, ਜੋ ਪੂਰਾ ਹੰਗਾਮਾ ਹੋਇਆ ਸੀ, ਉਸ ਤੋਂ ਬਾਅਦ ਪਹਿਲੇ ਨੰਬਰ ਤੇ ਜੋ ਪੁਲਿਸ ਦੇ ਨਿਸ਼ਾਨੇ ਤੇ ਸੀ, ਮੋਸਟ ਵਾਂਟਡ ਵੀ ਕਹਿ ਸਕਦੇ ਹਾਂ, ਜਿਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ, ਉਹ ਦੀਪ ਸਿੱਧੂ ਸੀ। ਦੀਪ ਸਿੱਧੂ ਨੂੰ ਫਿਲਹਾਲ ਜੋ ਹੈ ਉਹ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ ਦੀਪ ਸਿੱਧੂ ਦੇ ਵੱਲੋਂ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਵੀ ਵੀਡੀਓ ਜਾਰੀ ਕੀਤੀਆਂ ਗਈਆਂ ਸੀ। ਦੀਪ ਸਿੱਧੂ ਦੇ ਉੱਪਰ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ ਤੇ ਫਿਲਹਾਲ ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਿੱਲੀ ਹਿੰਸਾ ਦਾ ਮੁਲਜ਼ਮ ਹੈ ਦੀਪ ਸਿੱਧੂ। ਦਿੱਲੀ ਪੁਲਿਸ ਨੇ ਦੀਪ ਸਿੱਧੂ ਤੇ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ, ਕਿਉਂਕਿ 26 ਜਨਵਰੀ ਨੂੰ ਲਾਲ ਕਿਲੇ ਤੇ ਜਦੋਂ ਝੰਡਾ ਉੱਥੇ ਲਹਿਰਾਇਆ ਗਿਆ, ਜੋ ਖਾਲਸੇ ਦੇ ਨਿਸ਼ਾਨ ਵਾਲਾ ਝੰਡਾ, ਉੱਥੇ ਕੇਸਰੀ ਰੰਗ ਦਾ ਝੰਡਾ ਲਹਿਰਾਇਆ ਗਿਆ, ਤਾਂ ਉਸ ਵੇਲੇ ਸਭ ਤੋਂ ਪਹਿਲਾਂ ਦੀਪ ਸਿੱਧੂ ਦਾ ਕਾਫਿਲਾ ਹੀ ਸਭ ਤੋਂ ਅੱਗੇ ਸੀ। ਦੀਪ ਸਿੱਧੂ ਨੇ ਉਸ ਵੇਲੇ ਉੱਥੇ ਇੱਕ ਵੀਡੀਓ ਵੀ ਬਣਾਈ, ਉੱਥੇ ਇੱਕ ਜਿਸ ਤਰੀਕੇ ਦੇ ਨਾਲ ਜਿੱਤ ਹਾਸਲ ਕੀਤੀ ਹੁੰਦੀ ਹੈ ਉਸ ਤਰੀਕੇ ਦੇ ਸਾਈਨ ਦੀਪ ਸਿੱਧੂ ਵੱਲੋਂ ਦਿਖਾਏ ਗਏ, ਜਿਸ ਤੋਂ ਬਾਅਦ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਦੀਪ ਸਿੱਧੂ ਦਾ ਵਿਰੋਧ ਕੀਤਾ ਜਾ ਰਿਹਾ ਸੀ। ਕਿਸਾਨ ਜਥੇਬੰਦੀਆਂ ਨੇ ਵੀ ਦਿੱਲੀ ਹੰਗਾਮੇ ਦੇ ਲਈ, ਦਿੱਲੀ ਹਿੰਸਾ ਦੇ ਲਈ ਸਿੱਧੇ ਤੌਰ ਤੇ ਦੀਪ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਤੇ ਕਹਿ ਦਿੱਤਾ ਸੀ ਕਿ ਸਭ ਕੁਝ ਦੀਪ ਸਿੱਧੂ ਨੇ ਕਰਵਾਇਆ ਹੈ, ਸਾਡਾ ਦੀਪ ਸਿੱਧੂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤਾਂ ਅਜਿਹੇ ਦੇ ਵਿੱਚ ਦੀਪ ਸਿੱਧੂ ਦੇ ਲਈ ਲਗਾਤਾਰ ਜੋ ਭਾਲ ਕੀਤੀ ਜਾ ਰਹੀ ਸੀ, ਹੁਣ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕਰ ਲਿਆ ਹੈ ਦੀਪ ਸਿੱਧੂ ਨੂੰ। ਇਸ ਵੇਲੇ ਦੀ ਵੱਡੀ ਖਬਰ ਹੈ, ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 1 ਲੱਖ ਰੁਪਏ ਦਾ ਇਨਾਮ ਸੀ ਦੀਪ ਸਿੱਧੂ ਤੇ। 26 ਜਨਵਰੀ ਨੂੰ ਲਾਲ ਕਿਲੇ ਤੇ ਮੌਜੂਦ ਸੀ ਦੀਪ ਸਿੱਧੂ, ਜਦੋਂ ਸਭ ਤੋਂ ਪਹਿਲਾ ਕਾਫਿਲਾ ਲਾਲ ਕਿਲੇ ਤੇ ਪਹੁੰਚਿਆ ਹੈ, ਜਿਨ੍ਹਾਂ ਦੇ ਵੱਲੋਂ ਕੇਸਰੀ ਤਿਰੰਗਾ ਝੰਡਾ ਜੋ ਉੱਥੇ ਕੇਸਰੀ ਲਹਿਰਾਇਆ ਗਿਆ ਹੈ, ਤਾਂ ਉਹ ਦੀਪ ਸਿੱਧੂ ਦਾ ਕਾਫਿਲਾ ਸੀ। ਸਭ ਤੋਂ ਅੱਗੇ ਦੀਪ ਸਿੱਧੂ ਸੀ। ਤਾਂ ਫਿਲਹਾਲ ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਲਗਾਤਾਰ ਦੀਪ ਸਿੱਧੂ ਨੂੰ ਲੈ ਕੇ ਬਿਆਨਬਾਜ਼ੀ ਹੋ ਰਹੀ ਸੀ, ਸਿਆਸਤ ਵੀ ਪੱਕੀ ਹੋਈ ਸੀ। ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਗੁੱਸਾ ਦੀਪ ਸਿੱਧੂ ਦੇ ਪ੍ਰਤੀ ਨਜ਼ਰ ਆ ਰਿਹਾ ਸੀ। ਕਿਸਾਨ ਜਥੇਬੰਦੀਆਂ ਕਹਿ ਰਹੀਆਂ ਸੀ ਕਿ ਨੌਜਵਾਨਾਂ ਨੂੰ ਵਰਗਲਾ ਕੇ ਦੀਪ ਸਿੱਧੂ ਨੇ ਅਜਿਹਾ ਹੰਗਾਮਾ ਕੀਤਾ ਹੈ, ਜਦਕਿ ਸਾਡੇ ਵੱਲੋਂ ਸਾਫ਼ ਤੌਰ ਤੇ ਨਿਰਦੇਸ਼ ਸੀ ਕਿ ਕੋਈ ਵੀ ਲਾਲ ਕਿਲੇ ਤੇ ਨਹੀਂ ਜਾਵੇਗਾ। ਤਾਂ ਅਜਿਹੇ ਦੇ ਵਿੱਚ ਰਡਾਰ ਤੇ ਦੀਪ ਸਿੱਧੂ ਸੀ ਤਾਂ ਫਿਲਹਾਲ ਗ੍ਰਿਫਤਾਰ ਕਰ ਲਿਆ ਗਿਆ ਹੈ ਦੀਪ ਸਿੱਧੂ ਨੂੰ। ਲਾਲ ਕਿਲੇ ਤੇ ਜੋ ਹੰਗਾਮਾ ਹੋਇਆ ਸੀ 26 ਜਨਵਰੀ ਨੂੰ, ਉਸ ਮਾਮਲੇ ਦੇ ਵਿੱਚ ਮੁਲਜ਼ਮ ਸੀ ਦੀਪ ਸਿੱਧੂ। ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਸੀ। 1 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਇਹਨਾਂ ਤਸਵੀਰਾਂ ਦੇ ਵਿੱਚ ਦੀਪ ਸਿੱਧੂ ਤੁਹਾਨੂੰ ਚਿੱਟੀ ਪੱਗ ਬੰਨੇ ਹੋਏ ਨਜ਼ਰ ਆ ਰਿਹਾ ਹੈ। ਗਲੇ ਦੇ ਵਿੱਚ ਜੋ ਕੇਸਰੀ ਰੰਗ ਦਾ ਇਸਨੇ ਜੋ ਸਾਫਾ ਪਾਇਆ ਹੋਇਆ ਹੈ ਦੀਪ ਸਿੱਧੂ ਦੇ ਵੱਲੋਂ। ਇਹ ਵੀਡੀਓ ਉਸ ਵੇਲੇ ਬਣਾਈ ਜਾ ਰਹੀ ਹੈ ਜਦੋਂ 26 ਜਨਵਰੀ ਨੂੰ ਲਾਲ ਕਿਲੇ ਤੇ ਜੋ ਕੇਸਰੀ ਝੰਡਾ ਲਹਿਰਾਇਆ ਜਾ ਰਿਹਾ ਹੈ, ਤਾਂ ਉਸ ਵੇਲੇ ਦੀਪ ਸਿੱਧੂ ਦੀ ਇਹ ਜੋ ਵੀਡੀਓ ਹੈ ਉਸ ਦੇ ਵੱਲੋਂ ਬਣਾਈ ਗਈ ਤੇ ਇਹ ਵੀ ਕਿਹਾ ਗਿਆ ਕਿ ਅਸੀਂ ਇੱਥੇ ਪਹੁੰਚੇ ਹਾਂ, ਸਭ ਤੋਂ ਪਹਿਲਾਂ ਪਹੁੰਚੇ ਹਾਂ ਤੇ ਇੱਥੇ ਜੋ ਕੇਸਰੀ ਝੰਡਾ ਅਸੀਂ ਲਹਿਰਾ ਦਿੱਤਾ ਹੈ। ਪਰ ਉਸ ਤੋਂ ਬਾਅਦ ਲਗਾਤਾਰ ਦੀਪ ਸਿੱਧੂ ਦੀਆਂ ਮੁਸ਼ਕਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ, ਕਿਉਂਕਿ 26 ਜਨਵਰੀ ਦਾ ਜੋ ਪੂਰਾ ਹੰਗਾਮਾ ਹੋਇਆ ਉਸ ਤੋਂ ਬਾਅਦ ਦੀਪ ਸਿੱਧੂ ਫਰਾਰ ਸੀ। ਦੀਪ ਸਿੱਧੂ ਦਾ ਬਾਈਕਾਟ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਕੀਤਾ ਗਿਆ ਤਾਂ ਅਜਿਹੇ ਦੇ ਵਿੱਚ ਭਾਲ ਕੀਤੀ ਜਾ ਰਹੀ ਸੀ ਦਿੱਲੀ ਪੁਲਿਸ ਦੇ ਵੱਲੋਂ ਦੀਪ ਸਿੱਧੂ ਦੀ। ਤਾਂ ਹੁਣ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਹੈ। ਸਪੈਸ਼ਲ ਸੈੱਲ ਦੇ ਵੱਲੋਂ ਦੀਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਦੀਪ ਸਿੱਧੂ ਲਗਾਤਾਰ ਜਿਸ ਦੀ ਭਾਲ ਕੀਤੀ ਜਾ ਰਹੀ ਸੀ ਉਸ ਨੂੰ ਫਿਲਹਾਲ ਗ੍ਰਿਫਤਾਰ ਕਰ ਲਿਆ ਗਿਆ ਹੈ। 26 ਜਨਵਰੀ ਦੇ ਪੂਰੇ ਘਟਨਾਕ੍ਰਮ ਨੂੰ ਲੈ ਕੇ ਦੀਪ ਸਿੱਧੂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਤਾਂ ਦੀਪ ਸਿੱਧੂ ਦੇ ਵੱਲੋਂ 26 ਜਨਵਰੀ ਨੂੰ ਜਦੋਂ ਲਾਲ ਕਿਲੇ ਤੇ ਝੰਡਾ ਜਿਹੜੇ ਕਾਫਿਲੇ ਦੇ ਵੱਲੋਂ ਲਹਿਰਾਇਆ ਗਿਆ, ਉਸ ਤੋਂ ਬਾਅਦ ਦੀਪ ਸਿੱਧੂ ਦੇ ਵੱਲੋਂ ਇੱਕ ਵੀਡੀਓ ਬਣਾਈ ਗਈ, ਉਸ ਦੇ ਵਿੱਚ ਦੀਪ ਸਿੱਧੂ ਦੇ ਵੱਲੋਂ ਜੈਕਾਰੇ ਵੀ ਲਗਾਏ ਗਏ ਤੇ ਦੀਪ ਸਿੱਧੂ ਦੀ ਭਾਲ ਕੀਤੀ ਜਾ ਰਹੀ ਸੀ। ਹਾਲਾਂਕਿ ਉਸ ਤੋਂ ਬਾਅਦ ਦੀਪ ਸਿੱਧੂ ਦੇ ਵੱਲੋਂ ਵੀਡੀਓਜ਼ ਵੀ ਬਣਾਈਆਂ ਗਈਆਂ, ਕਿਹਾ ਗਿਆ ਕਿ ਮੈਨੂੰ ਇੱਕ ਸਿਲਾ ਮਿਲਿਆ ਹੈ ਕਿਸਾਨਾਂ ਦੇ ਨਾਲ ਖੜਨ ਦਾ, ਇੰਨੇ ਸਮੇਂ ਤੋਂ ਸੰਘਰਸ਼ ਦੇ ਵਿੱਚ ਲੜਨ ਦਾ ਜੋ ਮੈਨੂੰ ਸਿਲਾ ਇਹ ਮਿਲਿਆ ਹੈ ਕਿ ਮੇਰੇ ਖਿਲਾਫ ਹੁਣ ਬਿਆਨਬਾਜ਼ੀ ਹੋ ਰਹੀ ਹੈ, ਕਿਸਾਨ ਜਥੇਬੰਦੀਆਂ ਮੇਰੇ ਖਿਲਾਫ ਬੋਲ ਰਹੀਆਂ ਨੇ। ਪਰ ਦੂਜੇ ਪਾਸੇ ਦੀਪ ਸਿੱਧੂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਸੀ। ਅਜਿਹੇ ਦੇ ਵਿੱਚ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਸੀ ਕਿ ਦੀਪ ਸਿੱਧੂ ਟਰੈਕਟਰ ਤੇ ਬੈਠਾ ਹੋਇਆ ਹੈ, ਪਰ ਕਿਸਾਨਾਂ ਨੇ ਉਸ ਦਾ ਵਿਰੋਧ ਕੀਤਾ ਤੇ ਦੀਪ ਸਿੱਧੂ ਉੱਥੋਂ ਭੱਜ ਗਿਆ। ਉਸ ਤੋਂ ਬਾਅਦ ਇਹ ਜੋ ਸਵਾਲ ਸੀ ਕਿ ਆਖਿਰਕਾਰ ਦੀਪ ਸਿੱਧੂ ਕਿੱਥੇ ਹੈ, ਪਰ ਹੁਣ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਹੈ। 26 ਜਨਵਰੀ ਤੋਂ ਬਾਅਦ ਲਗਾਤਾਰ ਦੀਪ ਸਿੱਧੂ ਦੀ ਭਾਲ ਕੀਤੀ ਜਾ ਰਹੀ ਸੀ ਤੇ ਹੁਣ ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਤਾਂ ਦੱਸ ਦਈਏ ਕਿ ਦੀਪ ਸਿੱਧੂ ਦੀਆਂ ਜੋ ਲਗਾਤਾਰ ਪਿਛਲੇ ਦਿਨਾਂ ਤੋਂ ਤਸਵੀਰਾਂ ਵੀ ਕੁਝ ਵਾਇਰਲ ਕੀਤੀਆਂ ਜਾ ਰਹੀਆਂ ਸੀ। ਹਾਲਾਂਕਿ ਉਹ ਤਸਵੀਰਾਂ ਪੁਰਾਣੀਆਂ ਨੇ, ਚੋਣ ਪ੍ਰਚਾਰ ਵੇਲੇ ਦੀਆਂ ਨੇ, ਜਦੋਂ ਸਨੀ ਦਿਓਲ ਦੇ ਹੱਕ ਦੇ ਵਿੱਚ ਦੀਪ ਸਿੱਧੂ ਪ੍ਰਚਾਰ ਕਰ ਰਹੇ ਸੀ। ਪਰ ਹੁਣ ਜਦੋਂ ਤੋਂ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਸੀ ਦੀਪ ਸਿੱਧੂ, ਤਾਂ ਉਸ ਤੋਂ ਲਗਾਤਾਰ ਸਵਾਲਾਂ ਦੇ ਵਿੱਚ ਭੂਮਿਕਾ ਉਹਨਾਂ ਦੀ ਸ਼ੁਰੂ ਤੋਂ ਹੀ ਸੀ।
पर फिलहाल उन्हां दी गिरफ्तारी हो गई है। पंकज कपाही साडे सहयोगी ज्यादा जानकारी लिए जुड़े ने। पंकज, लगातार भाल की जा रही सी 26 जनवरी तो बाद फिलहाल गिरफ्तारी हो गई है, कित्थों गिरफ्तार किया गया है दीप सिद्धू नूं? बिल्कुल अमृत, दिल्ली दी स्पैशल सैल ब्रांच वालों एक टीम बनाई गई सी। वो टीम लगातार हरियाणा, पंजाब और दिल्ली और उत्तर प्रदेश के कई थावां ते छापेमारी कर रही सी और जो दीप सिद्धू दे लोक संपर्क दे विच सी उन्हां नाल राबता कायम करने की कोशिश जिहड़ी है वो की जा रही सी और खास तौर पर जो फेसबुक से पिछले दिनों के विच वीडियो अपलोड जिहड़ी है वो लगातार दीप सिद्धू वालों की जा रही सी और जानकारी ये मिल रही सी कि ये वीडियो विदेशों तो जिहड़ी है दीप सिद्धू WhatsApp के जरिए विदेश किसी कंट्री के विच भेजदा और उत्थों अपलोड फेसबुक पे हो रही है और इन्हां तमाम पहलुओं को जोड़ते हुए दीप सिद्धू की गिरफ्तारी थोड़ी देर पहला जिहड़ी है वो हुई है। हालांकि अजे तक दिल्ली दी स्पैशल क्राइम ब्रांच वालों इस मुतलक जानकारी नहीं दी गई और 12 बजे तो बाद प्रेस कॉन्फ्रेंस करके इस पूरे मामले च जानकारी दी जा सकती है कि होर दीप सिद्धू दे नाल किहड़े-किहड़े लोग ने जिन्हां दी गिरफ्तारी हुई है। क्योंकि 26 जनवरी दे विच ये नजर आया सीगा दीप सिद्धू फेसबुक लाइव होके लाल किले दी प्राचीर दे उत्ते चढ़ के जिहड़ा वै वो केसरी जिहड़ा वै झंडा लहरा रहा सीगा और उस तो बाद लगातार भाल जिहड़ी है वो दीप सिद्धू की कीती जा रही सीगी। 26 जनवरी दे झंडा लहराने तो बाद दीप सिद्धू आखिरी बार ਸਿੰਘੂ बॉर्डर के उत्ते नजर आया सी जिथे लोगों ने उन्होंने भजाया सीगा और मोटरसाइकिल लैके भज्या सी। उस तो बाद दीप सिद्धू लगातार फेसबुक पे वीडियो अपलोड करके लाइव जरूर हो रहा सी लेकिन दीप सिद्धू दावा कर रहा सी कि वो पंजाब हरियाणा दे विच भज रहा वै, उत्थे लुक रहा वै अपने साथियों के नाल। लेकिन हुण दिल्ली की जो स्पैशल ब्रांच है उसने गिरफ्तारी की है। थोड़ी देर बाद तफसील जिहड़ी साफ होएगी कि किहड़ी जगह तो गिरफ्तारी जिहड़ी है वो दीप सिद्धू की हुई है। बिल्कुल पंकज, दीप सिद्धू दे वल्लों लगातार जो वीडियोस पिछले दिनों तो आ रही सी, हालांकि वीडियोस बनाई जा रही सी, खुद दीप सिद्धू सामने नहीं आ रहा सी क्योंकि साफ तौर पर नजर आ रहा सी कि विरोध किस कदर वध चुका है। यह भी दीप सिद्धू दे वल्लों कहा जा रहा सी कि जेकर मैं चाहां तो मैं आधे घंटे दे विच अंदोलन दे विच पहुंच सकदा हां। बिल्कुल बिल्कुल जानकारी यही मिल रही है कि पंजाब और हरियाणा च वक्-वक् थावां ते दीप सिद्धू जिहड़ा वै वो लगातार जिहड़ा वै वक्-वक् पिंडां दे विच मौजूद सीगा और पहला भी 2-3 बार छापेमारी जिहड़ी वो कीती गई लेकिन दीप सिद्धू उत्थों फरार हो चुकिया सीगा। लेकिन हुण पुलिस की पूरी टीम जिहड़ी है हरियाणा और पंजाब पुलिस की मदद दे नाल जिहड़ी दीप सिद्धू नूं गिरफ्तार जिहड़ा वै वो कीता गया वै और थोड़ी देर बाद तफसील साफ होएगी कि किहड़ी जगह तो किवें गिरफ्तार किया गया और क्योंकि 1 लाख रुपए तक का इनाम जिहड़ा वै वो भी रखा गया सीगा दीप सिद्धू नूं अगर कोई उस दे बारे जानकारी दिंदा है। कि किसी ने गवाही जिहड़ी है वो दित्ती है उस तो बाद जिहड़ा वै दीप सिद्धू की जिहड़ी गिरफ्तारी हुई है या फिर दिल्ली पुलिस ने जो लगातार उन्हां दे सैल सीगे उसनूं लैके ही छापेमारी जिहड़ी है वो करके गिरफ्तारी हुई है। थोड़ी देर बाद जो टीम है जिसने गिरफ्तारी की है वो इस मुतलक पूरी जानकारी देंगे। जी पंकज, शुक्रिया फिलहाल इस तमाम जानकारी दे लई। तां फिलहाल वड्डी खबर है कि दीप सिद्धू नूं गिरफ्तार कर लिया गया है पर फिलहाल पुलिस दे वल्लों थोड़ी देर दे विच प्रेस कॉन्फ्रेंस की जाएगी। उस तो बाद ये पूरा खुलासा किया जाएगा कि आखिरकार कित्थों दीप सिद्धू की जो गिरफ्तारी है वो हुई है। पर दीप सिद्धू की लगातार भाल की जा रही सी। दीप सिद्धू 26 जनवरी तो बाद लगातार पुलिस की निशाने ते सी, पुलिस भाल उसकी कर रही सी पर हुण फिलहाल दिल्ली पुलिस की स्पैशल सैल ने दीप सिद्धू नूं गिरफ्तार कर लिया है। तो इस वेले दी वड्डी खबर तुहानूं दस रहे हैं कि 26 जनवरी नूं लाल किले ते जिस तरह का हंगामा होया है उस दे विच सीधे तौर ते जो मुख तौर ते मुलजम मन्निया जा रहा सी दीप सिद्धू नूं उसनूं हुण गिरफ्तार कर लिया गया है क्योंकि 26 जनवरी नूं जो पहला काफिला पहुंचिया लाल किले ते जिन्हां दे वल्लों केसरी रंग का झंडा लहराया गया तो उस वेले दीप सिद्धू उत्थे मौजूद सी। दीप सिद्धू दे वल्लों वीडियो बनाई गई, जयकारे लगाए गए, दीप सिद्धू दे वल्लों जित दे निशान उत्थे बनाए गए जिस तो बाद किसान जथेबंदियां भी लगातार इस घटना की निंदा कर रही सी ते नाल ही नाल निशाने साध रही सी दीप सिद्धू ते। सीधे तौर पर किसान जथेबंदियां का कहना सी कि साडा दीप सिद्धू नाल कोई लेना देना नहीं है ते जो हंगामा होया है उस दे लई भी सिर्फ ते सिर्फ दीप सिद्धू ही जिम्मेवार है। तो फिलहाल दीप सिद्धू नूं गिरफ्तार कर लिया गया है। कित्थों उसकी गिरफ्तारी हुई है थोड़ी ही देर दे विच पुलिस इस दे बारे जानकारी देवेगी। तो हुण दीप सिद्धू नूं गिरफ्तार कर लिया गया। हालांकि पिछले दिनों दे विच लगातार
ਦੀਪ ਸਿੱਧੂ ਦੇ ਵੱਲੋਂ ਜਿਸ ਤਰ੍ਹਾਂ ਦੀਆਂ ਵੀਡੀਓਜ਼ ਬਣਾਈਆਂ ਜਾ ਰਹੀਆਂ ਸੀ ਉਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਜੇਕਰ ਮੈਂ ਚਾਹਾਂ ਤਾਂ ਮੈਂ ਅੱਧੇ ਘੰਟੇ ਦੇ ਵਿੱਚ ਵੀ ਅੰਦੋਲਨ ਦੇ ਵਿੱਚ ਪਹੁੰਚ ਸਕਦਾ ਹਾਂ, ਯਾਨੀ ਕਿ ਇਹ ਵੀ ਹੋ ਸਕਦਾ ਹੈ ਕਿ ਬਹੁਤ ਨੇੜੇ ਤੇੜੇ ਤੋਂ ਗ੍ਰਿਫਤਾਰੀ ਹੋਈ ਹੋਵੇ, ਪੰਜਾਬ ਦੇ ਕਿਸੇ ਕੋਨੇ ਤੋਂ ਜਾਂ ਫਿਰ ਹਰਿਆਣਾ ਦੇ ਕਿਸੇ ਕੋਨੇ ਤੋਂ ਜਾਂ ਫਿਰ ਦਿੱਲੀ ਦੇ ਕਿਸੇ ਕੋਨੇ ਤੋਂ ਹੋ ਸਕਦਾ ਹੈ ਕਿ ਆਸ-ਪਾਸ ਤੋਂ ਹੀ ਜਿਹੜੀ ਹੈ ਗ੍ਰਿਫਤਾਰੀ ਹੋਈ ਹੋਵੇ। ਫਿਲਹਾਲ ਰੁਲਦੂ ਸਿੰਘ ਸਾਡੇ ਨਾਲ ਜੁੜ ਗਏ ਨੇ, ਕਿਸਾਨ ਆਗੂ ਨੇ। ਤਾਂ ਰੁਲਦੂ ਸਿੰਘ ਜੀ, 26 ਜਨਵਰੀ ਤੋਂ ਬਾਅਦ ਲਗਾਤਾਰ ਭਾਲ ਸੀ ਤਾਂ ਹੁਣ ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹੈਲੋ ਰੁਲਦੂ ਸਿੰਘ ਜੀ, ਤੁਸੀਂ ਮੈਨੂੰ ਸੁਣ ਸਕਦੇ ਹੋ? ਹਾਂਜੀ ਹਾਂਜੀ, ਤਾਂ ਰੁਲਦੂ ਸਿੰਘ ਜੀ, ਦੀਪ ਸਿੱਧੂ ਦੀ ਗ੍ਰਿਫਤਾਰੀ ਹੋ ਗਈ ਹੈ। ਬਹੁਤ ਅੱਛੀ ਬਾਤ ਹੋਈ ਹੈ, ਚੰਗਾ ਹੋ ਗਿਆ ਗ੍ਰਿਫਤਾਰ ਕਰ ਲਿਆ। ਤਾਂ ਰੁਲਦੂ ਸਿੰਘ ਜੀ, 26 ਜਨਵਰੀ ਨੂੰ ਜਿਸ ਤਰੀਕੇ ਦੇ ਨਾਲ ਹੰਗਾਮਾ ਹੋਇਆ, ਕਿਸਾਨ ਜਥੇਬੰਦੀਆਂ ਵੀ ਕਹਿ ਰਹੀਆਂ ਸੀ ਕਿ ਸਾਡਾ ਦੀਪ ਸਿੱਧੂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਹਾਂਜੀ ਹਾਂਜੀ ਹਾਂਜੀ, ਸਾਡਾ ਕੋਈ ਲੈਣਾ ਦੇਣਾ ਨਹੀਂ। ਜਿਹੜਾ ਜੋਧੇ ਕਿਲੇ ਦੇ ਭਗਦੜ ਮਚਾਈ ਹੈ, ਜਿਹੜਾ ਲਗਾਇਆ ਨੌਜਵਾਨਾਂ ਨੂੰ ਭੜਕਾ ਕੇ, ਸਾਡੇ ਨੌਜਵਾਨਾਂ ਦਾ ਕੋਈ ਕਸੂਰ ਨਹੀਂ। ਇਹ ਮਤਲਬ ਦੀਪ ਸਿੱਧੂ ਜ਼ਿੰਮੇਦਾਰ ਹੈ, ਚੰਗਾ ਹੋ ਗਿਆ ਸਰਕਾਰ ਨੇ ਇਹਨੂੰ ਪਕੜ ਲਿਆ, ਇਹ ਗੱਲ ਚੰਗੀ ਕਰੀ ਹੈ। ਪਰ ਸਾਡੇ ਜਿਹੜੇ ਨੌਜਵਾਨ ਫੜੇ ਨੇ ਉਹਨਾਂ ਨੂੰ ਛੱਡੇ ਸਰਕਾਰ। ਰੁਲਦੂ ਸਿੰਘ ਜੀ, ਦੀਪ ਸਿੱਧੂ ਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਸੀ ਕਿਉਂਕਿ ਜਦੋਂ ਵਿਰੋਧ ਹੋਣ ਲੱਗ ਗਿਆ ਤਾਂ ਦੀਪ ਸਿੱਧੂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਹੁਣ ਮੇਰਾ ਵਿਰੋਧ ਕਰ ਰਹੀਆਂ ਨੇ, ਜਦਕਿ ਜੋ ਕੁਝ ਹੋਇਆ ਹੈ ਉਸ ਦੇ ਲਈ ਉਹ ਜ਼ਿੰਮੇਵਾਰ ਨੇ ਕਿਉਂਕਿ ਸੰਗਤ ਤੱਕ ਉਹ ਆਪਣਾ ਸੰਦੇਸ਼ ਸਹੀ ਤਰ੍ਹਾਂ ਨਹੀਂ ਪਹੁੰਚਾ ਪਾਈਆਂ। ਨਹੀਂ ਨਹੀਂ, ਮੇਰੀ ਗੱਲ ਇਹਨੇ ਪੰਜਾਬ 'ਚ ਅੱਡ ਆਪਦੀ ਸਟੇਜ ਲਾਈ ਹੋਈ ਸੀ, ਪਲੈਨਿੰਗ ਬਣਾਈ ਹੋਈ ਸੀ। ਭਾਵੇਂ ਸਰਕਾਰ ਦੇ ਨਾਲ ਮਿਲਿਆ ਹੋਇਆ, ਇਹ ਸਾਡੇ ਮੁਤਾਬਕ ਤਾਂ ਸਰਕਾਰ ਨਾਲ ਮਿਲਿਆ ਹੋਇਆ ਸੀਗਾ। ਠੀਕ ਆ, ਸਰਕਾਰ ਉਹਦੇ ਸਿਰੋਂ ਲਾਂਭਾ ਲਾਉਣਾ ਚਾਹੁੰਦੀ ਹੈ। ਕਿਰਾਇਆ ਤਾਂ ਸਰਕਾਰ ਨਾਲ ਰਖੀ ਆ, ਕੰਮ ਜਿਹੜਾ ਕਰਿਆ ਉੱਥੇ ਲਾਲ ਕਿਲੇ ਦੇ ਝੰਡਾ ਚੜਾਇਆਗਾ। ਸਾਡੇ ਨੌਜਵਾਨਾਂ 'ਚ ਕੋਈ ਕਸੂਰ ਨਹੀਂ, ਨੌਜਵਾਨਾਂ ਤੋਂ ਕਿਤੇ ਮਰਜ਼ੀ ਲੈ ਜਾਓ, ਇਹ ਵੱਡਾ ਦੋਸ਼ੀ ਆ, ਚੰਗਾ ਹੋ ਗਿਆ ਫੜਿਆ ਗਿਆ। ਜੀ ਰੁਲਦੂ ਸਿੰਘ ਜੀ, ਸ਼ੁਕਰੀਆ। ਫਿਲਹਾਲ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਜੁੜਨ ਲਈ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਚੰਗਾ ਇਸ ਨੂੰ ਕਿਹਾ ਜਾ ਰਿਹਾ ਹੈ ਕਿ ਚੰਗਾ ਕੰਮ ਕੀਤਾ ਗਿਆ ਹੈ ਦਿੱਲੀ ਪੁਲਿਸ ਦੇ ਵੱਲੋਂ, ਸਰਕਾਰ ਦੇ ਵੱਲੋਂ ਜੋ ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਸਿੱਧੇ ਤੌਰ ਤੇ ਦੀਪ ਸਿੱਧੂ ਤੋਂ ਆਪਣਾ ਪੱਲਾ ਝਾੜ ਰਹੀਆਂ ਨੇ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਾਡਾ ਦੀਪ ਸਿੱਧੂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਦੀਪ ਸਿੱਧੂ ਦੇ ਵੱਲੋਂ ਜੋ ਕੁਝ ਕੀਤਾ ਗਿਆ, ਜੋ ਕੁਝ ਕਰਵਾਇਆ ਗਿਆ, ਉਹ ਸਭ ਸਰਕਾਰ ਦੇ ਨਾਲ ਮਿਲ ਕੇ ਦੀਪ ਸਿੱਧੂ ਨੇ ਕਰਵਾਇਆ। ਇਹ ਸਰਕਾਰ ਦਾ ਇੱਕ ਮੋਹਰਾ ਵੀ ਦੀਪ ਸਿੱਧੂ ਨੂੰ ਲਗਾਤਾਰ ਪਿਛਲੇ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਦੇ ਵੱਲੋਂ, ਵਿਰੋਧੀਆਂ ਦੇ ਵੱਲੋਂ ਦੱਸਿਆ ਜਾ ਰਿਹਾ ਸੀ। ਹਾਲਾਂਕਿ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਤੇ ਇਸ ਗੱਲ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਸੀ ਕਿ ਜੇਕਰ ਦੀਪ ਸਿੱਧੂ ਦੀ ਭੂਮਿਕਾ ਸ਼ੁਰੂ ਤੋਂ ਸਵਾਲਾਂ ਦੇ ਘੇਰੇ ਵਿੱਚ ਸੀ, ਜੇਕਰ ਦੀਪ ਸਿੱਧੂ ਦੀ ਨੀਅਤ ਤੇ ਕਿਸਾਨ ਜਥੇਬੰਦੀਆਂ ਨੂੰ ਸ਼ੱਕ ਸੀ ਤਾਂ ਫਿਰ ਉਸ ਨੂੰ ਪਹਿਲਾਂ ਹੀ ਪਰੇ ਕਿਉਂ ਨਹੀਂ ਕੀਤਾ ਗਿਆ, ਕਿਉਂ ਉਸ ਨੂੰ ਅੰਦੋਲਨ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਜੋ ਹੈ ਉਹ ਮੌਕਾ ਦਿੱਤਾ ਗਿਆ। ਕਿਉਂਕਿ ਦੱਸ ਦਈਏ ਕਿ ਜਦੋਂ ਤੋਂ ਹੀ ਅੰਦੋਲਨ ਸ਼ੁਰੂ ਹੋਇਆ, ਜਿਸ ਵੇਲੇ ਤੋਂ ਖਾਸ ਤੌਰ ਤੇ ਪੰਜਾਬੀ ਕਲਾਕਾਰ ਨਾਲ ਜੁੜਦੇ ਹੋਏ ਤਾਂ ਦੀਪ ਸਿੱਧੂ ਦੀ ਸ਼ਮੂਲੀਅਤ ਵੀ ਲਗਾਤਾਰ ਇਹਨਾਂ ਅੰਦੋਲਨ ਦੇ ਦੌਰਾਨ ਰਹੀ ਹੈ। ਹਾਲਾਂਕਿ ਸਵਾਲਾਂ ਦੇ ਘੇਰੇ ਵਿੱਚ ਭੂਮਿਕਾ ਸ਼ੁਰੂ ਤੋਂ ਹੀ ਦੀਪ ਸਿੱਧੂ ਦੀ ਜ਼ਰੂਰ ਰਹੀ ਹੈ, ਪਰ ਫਿਲਹਾਲ गिरफ्तारी हो गई है। शंकर आनंद साढ़े सहयोगी दिल्ली तो ज्यादा जानकारी लिए जुड़े ने। तो शंकर, ये दीप सिद्धू की गिरफ्तारी एक बड़ी कह सकते हैं कि ये जो आउटपुट निकलकर सामने जरूर आई है। फिलहाल कहां से गिरफ्तारी हुई है, कुछ पता चल पाया है? देखिए, दिल्ली की साउथ दिल्ली जो स्पेशल सेल की टीम है बकायदा, इसने दीप सिद्धू को गिरफ्तार किया है। जिस तरह से दीप सिद्धू के खिलाफ 1 लाख रुपए का इनाम था, और इस मामले में दिल्ली पुलिस की टीम जो है, कई टीम इसके खिलाफ तफ्तीश कर रही थी, इसको तलाशा जा रहा था, और अब इसको गिरफ्तार करने के बाद आगे की पूछताछ की जा रही है। हालांकि कहां से गिरफ्तारी की गई है इस मामले में औपचारिक तौर पर जानकारी नहीं दी जा रही है, और 2 देर के बाद इस मामले में स्पेशल सेल के अधिकारी औपचारिक तौर पर प्रेस वार्ता भी करेंगे और इस मामले पर आगे की जानकारी देंगे। दीप सिद्धू को गिरफ्तार करने के बाद आज सुबह में उसका मेडिकल जांच करवाया गया, और मेडिकल जांच करवाने के बाद, हालांकि जिस वक्त में गिरफ्तारी हुई थी उस वक्त में मेडिकल जांच हुआ था, तो आज उसे कोर्ट में पेश किया जाएगा। कोर्ट में पेश करने के बाद उसकी आगे की रिमांड ली जाएगी, और रिमांड लेने के बाद आगे पूछताछ होगी कि किस तरह से लाल किला के अंदर और लाल किला के बाहर जिस तरह से हंगामा बरपा था, तो किस तरह से उस हंगामे को अंजाम दिया गया था, और किस तरह से इस मामले में कौन कौन से लोग शामिल थे। निश्चित तौर पे ये मामला काफी गंभीर है, और इस मामले की गंभीरता को देखते हुए स्पेशल सेल की टीम दीप सिद्धू की गिरफ्तारी के बाद इससे आगे की पूछताछ कर रही है। तो शंकर, फिलहाल क्या कुछ ये भी जानकारी मिल रही है कि सिर्फ दीप सिद्धू को गिरफ्तार किया गया है या फिर उसके साथ किसी और को भी गिरफ्तार किया गया है? और जैसे 1 लाख का इनाम दीप सिद्धू पर रखा गया था, तो क्या कोई गुप्त सूचना पुलिस को मिली थी या पुलिस के स्पेशल सेल ने खुद ही ढूंढ निकाला है? देखिए, अभी तक तो फिलहाल स्पेशल सेल की टीम कह रही है कि वो गिरफ्तार किया है, और आगे इस मामले पर विस्तार से पूछताछ की जा रही है, और पूछताछ करने के बाद आगे इस मामले में कई महत्वपूर्ण जो जानकारियां, बहुत महत्वपूर्ण
खुलासे जो है वो स्पेशल सेल कर सकती है। तो अभी हमें थोड़ा सा इंतजार जरूर करना पड़ेगा, क्योंकि इस मामले में तमाम जो औपचारिकताएं होती हैं गिरफ्तारी के बाद की, उन औपचारिकताओं को पूरा किया जा रहा है और तकरीबन आधे घंटे के बाद इस मामले में औपचारिक तौर पर तमाम जानकारियों को साझा किया जाएगा। जी शंकर, शुक्रिया फिलहाल इस तमाम जानकारी के लिए। ਤਾਂ ਫਿਲਹਾਲ ਦੀਪ ਸਿੱਧੂ ਦੀ ਗ੍ਰਿਫਤਾਰੀ ਕਿੱਥੋਂ ਹੋਈ ਹੈ, ਇਹ ਥੋੜੀ ਹੀ ਦੇਰ ਦੇ ਵਿੱਚ ਪੁਲਿਸ ਦੇ ਵੱਲੋਂ ਅਧਿਕਾਰਤ ਤੌਰ ਤੇ ਇੱਕ ਬਿਆਨ ਜਾਰੀ ਕੀਤਾ ਜਾਵੇਗਾ। ਉਸ ਦੇ ਵਿੱਚ ਖੁਲਾਸਾ ਹੋਵੇਗਾ ਕਿ ਆਖਿਰਕਾਰ ਦਿੱਲੀ ਦੇ ਕਿਸੇ ਕੋਨੇ ਤੋਂ, ਹਰਿਆਣਾ ਦੇ ਵਿੱਚੋਂ ਜਾਂ ਪੰਜਾਬ ਦੇ ਵਿੱਚੋਂ ਜਾਂ ਫਿਰ ਕਿੱਥੋਂ ਦੀਪ ਸਿੱਧੂ ਦੀ ਗ੍ਰਿਫਤਾਰੀ ਜਿਹੜੀ ਹੋਈ ਹੈ। ਦੀਪ ਸਿੱਧੂ ਦੇ ਨਾਲ ਕਿਸੇ ਹੋਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਿ ਕਿਸੇ ਗੁਪਤ ਸੂਚਨਾ ਦੇ ਆਧਾਰ ਤੇ ਇਹ ਗ੍ਰਿਫਤਾਰੀ ਹੋਈ ਹੈ ਜਾਂ ਫਿਰ ਪੁਲਿਸ ਦੇ ਸਪੈਸ਼ਲ ਸੈੱਲ ਨੇ ਖੁਦ ਹੀ ਦੀਪ ਸਿੱਧੂ ਨੂੰ ਲੱਭਿਆ ਹੈ। ਇਹ ਥੋੜੀ ਹੀ ਦੇਰ ਦੇ ਵਿੱਚ ਜੋ ਤਸਵੀਰ ਹੈ ਪੂਰੀ ਸਾਫ਼ ਹੋ ਜਾਵੇਗੀ। ਹਰਜੀਤ ਗਰੇਵਾਲ ਸਾਡੇ ਨਾਲ ਜੁੜੇ ਨੇ, ਬੀਜੇਪੀ ਆਗੂ। ਤਾਂ ਹਰਜੀਤ ਗਰੇਵਾਲ ਜੀ, 26 ਜਨਵਰੀ ਤੋਂ ਬਾਅਦ ਲਗਾਤਾਰ ਭਾਲ ਕੀਤੀ ਜਾ ਰਹੀ ਸੀ, ਦੀਪ ਸਿੱਧੂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ, ਕਿਸ ਤਰ੍ਹਾਂ ਦੇਖਦੇ ਹੋ? ਇਸ ਤਰ੍ਹਾਂ ਜਾਂਚ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਨੇ, ਇਮਾਨਦਾਰੀ ਨਾਲ ਕਰ ਰਹੀਆਂ ਨੇ ਔਰ ਬੜੀ ਮਿਹਨਤ ਕਰ ਰਹੀਆਂ ਨੇ ਔਰ ਇਹਦੇ ਜਿਹੜੀ ਬਹੁਤ ਬੜੀ ਸਾਜ਼ਿਸ਼ ਸੀ ਉਹਦਾ ਵੀ ਖੁਲਾਸਾ ਹੋਏਗਾ। ਬਹੁਤ ਸਾਰੇ ਲੋਕ ਸਾਹਮਣੇ ਆਉਣਗੇ, ਮੈਂ ਪਹਿਲੇ ਦਿਨ ਤੋਂ ਕਹਿ ਰਿਹਾ। ਔਰ ਇਹ ਕੋਈ ਕਿਸਾਨ ਅੰਦੋਲਨ ਬਣਾ ਕੇ ਨਹੀਂ ਕਿਸਾਨ ਅੰਦੋਲਨ ਨੂੰ ਚਲਾਇਆ ਜਾ ਰਿਹਾ। ਕਿਸਾਨ ਦੇ ਕੰਧੇ ਤੇ ਦੂਸਰੇ ਲੋਕ ਰੱਖ ਕੇ ਆਪਣਾ ਹਿੱਤ ਸਾਧ ਰਹੇ ਨੇ ਔਰ ਮੋਦੀ ਜੀ ਨੂੰ ਬਦਨਾਮ ਕਰਨ ਲਈ, ਸਰਕਾਰ ਨੂੰ ਬਦਨਾਮ ਕਰਨ ਲਈ ਇੱਕ ਬਹੁਤ ਬੜੀ ਸਾਜ਼ਿਸ਼ ਸੀ। ਇਹ ਤਾਂ ਅਮਿਤ ਸ਼ਾਹ ਜੀ, ਮੋਦੀ ਜੀ ਔਰ ਦਿੱਲੀ ਪੁਲਿਸ ਨੂੰ ਸਲੂਟ ਕਰਨਾ ਚਾਹੀਦਾ ਜਿਹਨੇ ਬਚਾ ਲਿਆ। ਉਹ ਸਿੱਖਾਂ ਦਾ ਕਾਤਲ, ਪੰਜਾਬੀਆਂ ਦਾ ਕਾਤਲ ਦਿਖਾਉਣਾ ਚਾਹੁੰਦੀ ਸੀ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਔਰ ਸਾਡੇ ਸਾਰੇ ਸਰਕਾਰ ਨੂੰ। ਇਸ ਲਈ ਇਹ ਇਸ ਕਲੰਕ ਤੋਂ ਬਚਾ ਲਿਆ। ਇਸ ਸਾਜ਼ਿਸ਼ ਦਾ ਖੁਲਾਸਾ ਤੁਹਾਡੇ ਸਾਹਮਣੇ ਆਏਗਾ ਦੇਖਣਾ, ਔਰ ਇਹਦੇ ਚ ਕਿੰਨੇ ਲੋਕ ਇਨਵੋਲਵ ਨੇ ਉਹ ਵੀ ਸਾਰੇ ਸਾਹਮਣੇ ਆ ਜਾਣਗੇ ਹੁਣ। ਤਾਂ ਹਰਜੀਤ ਗਰੇਵਾਲ ਜੀ, ਕਿਸਾਨ ਕਹਿ ਰਹੇ ਨੇ ਕਿ ਸਾਡਾ ਦੀਪ ਸਿੱਧੂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਬਲਕਿ ਦੀਪ ਸਿੱਧੂ ਸਰਕਾਰ ਦਾ ਹੀ ਪਲਾਂਟ ਕੀਤਾ ਹੋਇਆ ਬੰਦਾ ਹੈ। ਇਸ ਤਰ੍ਹਾਂ ਇਹ ਕਿਸਾਨਾਂ ਨੂੰ ਤਾਂ ਸਲੂਟ, ਜਿਹੜੇ ਲੀਡਰ ਨੇ ਨਾ, ਜਿਹੜੇ ਸਧਾਰਨ ਕਿਸਾਨ ਬੈਠੇ ਆ ਉਹ ਤਾਂ ਕਿਸਾਨ ਬੈਠੇ ਆ, ਜਿਹੜਾ ਲੀਡਰ ਬੈਠੇ ਆ ਇਹ ਕੋਈ ਮਾਓਵਾਦੀ ਆ, ਕੋਈ ਕਿਸੇ ਪਾਰਟੀ ਦਾ, ਕੋਈ ਕਮਿਊਨਿਸਟ ਆ, ਕੋਈ ਕੁਛ ਆ। ਇਹ ਇਸ ਤਰ੍ਹਾਂ ਨੇ, ਇਹ ਸਾਰੇ ਸਾਹਮਣੇ ਆਉਣਗੇ ਔਰ ਇਹ ਇਹਨਾਂ ਦਾ ਵੀ ਸਾਨੂੰ ਪਤਾ ਕਿ ਕੀ ਕਰ ਰਹੇ ਆ। ਐਸੀ ਕੋਈ ਗੱਲ ਨਹੀਂ, ਇਹ ਦੇਸ਼ ਨੂੰ ਜਾਣਨਾ ਜ਼ਰੂਰੀ ਹੈ ਇਹਨਾਂ ਲੋਕਾਂ ਦੇ ਬਾਰੇ। ਔਰ ਨਹੀਂ ਤਾਂ ਇਹ ਅੰਦੋਲਨ ਹੁਣ ਤੱਕ ਖਤਮ ਹੋ ਜਾਣਾ ਸੀ। ਸਾਰੀਆਂ ਗੱਲਾਂ ਇਹਨਾਂ ਦੀਆਂ ਮੰਨ ਲਈਆਂ ਗਈਆਂ ਤੇ ਇਹ ਕਹਿੰਦੇ ਆ ਕਿ ਅਸੀਂ ਅੰਦੋਲਨ ਇਹਨਾਂ ਨੇ ਅੰਦੋਲਨ ਵਾਸਤੇ ਚਲਾਇਆ ਹੋਇਆ ਹੁਣ। ਤੇ ਇਸ ਲਈ ਇਹ ਸਾਰੀਆਂ ਚੀਜ਼ਾਂ ਦੇ ਖੁਲਾਸੇ ਤੁਸੀਂ ਜਾਂਚ ਏਜੰਸੀਆਂ ਨੂੰ ਜਾਂਚ ਕਰਨ ਦਿਓ। ਤੁਸੀਂ ਦੇਖੋ ਵੀ ਦਿੱਲੀ ਪੁਲਿਸ ਨਾਲ ਲਾਠੀ ਚਲਾ ਰਹੀ ਹੈ ਨਾ, ਡੰਡਾ ਚਲਾ ਰਹੀ ਹੈ, ਲੋਕ ਆ ਕੇ ਉਹਦੇ ਕੋਈ ਤਲਵਾਰ ਮਾਰ ਰਿਹਾ, ਇਹ ਉਹਦਾ ਵੀ ਪੱਖ ਲੈ ਰਹੇ ਆ ਜਿਹੜੇ ਕਿਸਾਨ ਲੀਡਰ, ਔਰ ਇਹ ਕ੍ਰਿਮੀਨਲਸ ਦਾ ਪੱਖ ਲੈ ਰਹੇ ਆ ਜਿਹੜੇ ਕਿਸਾਨ ਲੀਡਰ ਆ। ਤੇ ਇਹਨਾਂ ਲੀਡਰਾਂ ਨੂੰ ਕੀ ਕਿਹਾ ਜਾ ਸਕਦਾ? ਇਸ ਲਈ ਮੈਂ ਤਾਂ ਸਮਝਦਾ ਕਿ ਇਹ ਸਮਾਜ ਦੇ ਅੰਦਰ ਅੱਛੀਆਂ ਪਿਰਤਾਂ ਨਹੀਂ ਪਾ ਰਹੇ ਔਰ ਇਹਨਾਂ ਨੂੰ ਜ਼ਰੂਰ ਲੋਕਾਂ ਦੇ ਸਾਹਮਣੇ ਇਹ ਐਕਸਪੋਜ਼ ਹੋਣੇ ਚਾਹੀਦੇ ਆ ਕਿਸਾਨ ਦੇ ਸਾਹਮਣੇ ਐਕਸਪੋਜ਼ ਹੋਣੇ ਚਾਹੀਦੇ। ਜਿਸ ਦਿਨ ਕਿਸਾਨ ਨੂੰ ਪਤਾ ਲੱਗ ਗਿਆ ਕਿ ਇਹ ਲੋਕ ਉਹਨਾਂ ਨੂੰ ਗਲਤ ਦਿਸ਼ਾ ਦੇ ਰਹੇ ਸੀ, ਇਹਨਾਂ ਨੂੰ ਰਸਤਾ ਨਹੀਂ ਲੱਭਣਾ ਜਿਹੜੇ ਲੀਡਰ ਨੇ। ਤਾਂ ਹਰਜੀਤ ਗਰੇਵਾਲ ਜੀ, ਕੀ ਲੱਗਦਾ ਹੈ ਕਿ ਜੋ 26 ਜਨਵਰੀ ਦਾ ਪੂਰਾ ਵਾਕਿਆ ਹੋਇਆ ਹੈ ਉਸ ਦੇ ਲਈ ਦੀਪ ਸਿੱਧੂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ, ਪਰ ਕੀ ਦੀਪ ਸਿੱਧੂ ਇਕੱਲਾ ਹੀ ਇਸ ਪੂਰੇ ਮਾਮਲੇ ਦੇ ਵਿੱਚ ਜ਼ਿੰਮੇਵਾਰ ਹੈ? ਨਹੀਂ, ਇਹ ਤਾਂ ਬਹੁਤ ਬੜੀ ਸਾਜ਼ਿਸ਼ ਸੀ, ਅੰਤਰਰਾਸ਼ਟਰੀ ਸਾਜ਼ਿਸ਼ ਸੀ। ਇਹ ਸਾਰਾ ਖੁਲਾਸਾ ਹੋਏਗਾ। ਅਸੀਂ ਇਹਦੇ ਬਾਰੇ ਉਸ ਸਮੇਂ ਤੋਂ ਪਹਿਲਾਂ ਕੋਈ ਗੱਲ ਕਹੀਏ, ਜਾਂਚ ਏਜੰਸੀਆਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਜਾਂ ਕੋਈ ਐਸੇ ਕਮੈਂਟਸ ਦਈਏ ਕਿਸੇ ਜਿਹੜਾ ਜਿਸ ਦੀ ਕੋਈ ਇਨਵੋਲਵਮੈਂਟ ਨਾ ਹੋਵੇ ਉਹਦੇ ਬਾਰੇ ਮੈਂ ਕੋਈ ਗੱਲ ਕਹਾਂ ਤਾਂ ਅੱਛੀ ਗੱਲ ਨਹੀਂ ਹੈ। ਇਹ ਜਾਂਚ ਏਜੰਸੀਆਂ ਆਪਣਾ ਕੰਮ ਕਰਨਗੀਆਂ, ਇਹ ਲੋਕਾਂ ਦੇ ਸਾਹਮਣੇ ਐਕਸਪੋਜ਼ ਹੋਣਗੇ, ਇਹ ਜਿਹੜਾ ਇਹਨਾਂ ਦਾ ਝੂਠ ਦਾ ਪਰਦਾਫਾਸ਼ ਹੋਏਗਾ। ਜੀ ਹਰਜੀਤ ਗਰੇਵਾਲ ਜੀ, ਸ਼ੁਕਰੀਆ ਫਿਲਹਾਲ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਜੁੜਨ ਦੇ ਲਈ। ਤਾਂ ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਬੀਜੇਪੀ ਕਹਿ ਰਹੀ ਹੈ ਕਿ ਬਹੁਤ ਸਾਰੇ ਲੋਕ ਨੇ, ਇੱਕ ਪੂਰੀ ਸਾਜ਼ਿਸ਼ ਸੀ ਜਿਸ ਤਹਿਤ ਪੂਰਾ 26 ਜਨਵਰੀ ਦੀ ਹਿੰਸਾ ਦਿੱਲੀ ਦੇ ਵਿੱਚ ਲਾਲ ਕਿਲੇ ਤੋਂ ਹੋਈ ਹੈ। ਪਰ ਫਿਲਹਾਲ ਕਹਿ ਰਹੀ ਹੈ ਬੀਜੇਪੀ ਕਿ ਜਾਂਚ ਏਜੰਸੀਆਂ ਦੇ ਵੱਲੋਂ ਇੱਕ ਇੱਕ ਕਰਕੇ ਸਾਰੇ ਹੀ ਲੋਕਾਂ ਦਾ ਜੋ ਹੈ ਉਹ ਪਤਾ ਲਗਾ ਲਿਆ ਜਾਵੇਗਾ ਜਿਨ੍ਹਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਜੋ ਅੰਜਾਮ ਦਿੱਤਾ ਗਿਆ। ਤਾਂ ਫਿਲਹਾਲ ਇਸ ਵੇਲੇ ਦੀ ਵੱਡੀ ਖਬਰ ਦੱਸ ਰਹੇ ਹਾਂ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੀਪ ਸਿੱਧੂ ਦੀ ਗ੍ਰਿਫਤਾਰੀ ਹੋ ਗਈ ਹੈ। ਕਿੱਥੋਂ ਗ੍ਰਿਫਤਾਰੀ ਹੋਈ ਹੈ ਇਸ ਦੇ ਬਾਰੇ ਪੁਲਿਸ ਹੁਣ ਤੋਂ ਥੋੜੀ ਹੀ ਦੇਰ ਦੇ ਵਿੱਚ ਜੋ ਤਸਵੀਰ ਸਾਫ਼ ਕਰੇਗੀ ਕਿ ਆਖਿਰਕਾਰ ਕਿੱਥੋਂ ਗ੍ਰਿਫਤਾਰੀ ਹੋਈ ਹੈ, ਕੀ ਕਿਸੇ ਦੇ ਕਹਿਣ ਤੇ ਗ੍ਰਿਫਤਾਰੀ ਹੋਈ ਹੈ, ਕਿਉਂਕਿ 1 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ ਦੀਪ ਸਿੱਧੂ ਤੇ। ਤਾਂ ਕੀ ਕਿਸੇ ਦੀ ਸੂਚਨਾ ਜੋ ਦਿੱਤੀ ਗਈ ਉਸ ਤਹਿਤ ਪੁਲਿਸ ਦੇ ਵੱਲੋਂ ਇਹ ਗ੍ਰਿਫਤਾਰੀ ਕੀਤੀ ਗਈ ਹੈ ਜਾਂ ਖੁਦ ਹੀ ਛਾਪੇਮਾਰੀ ਕਰਦੀ ਹੋਈ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਪਹੁੰਚ ਗਈ ਹੈ ਦੀਪ ਸਿੱਧੂ ਤੱਕ? ਤਾਂ ਫਿਲਹਾਲ ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਚੰਗਾ ਹੋਇਆ ਸਰਕਾਰ ਤੇ ਪੁਲਿਸ ਅਜਿਹੇ ਲੋਕਾਂ ਨੂੰ ਫੜ ਰਹੀ ਹੈ ਜਿਨ੍ਹਾਂ ਦੇ ਵੱਲੋਂ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਦੂਜੇ ਪਾਸੇ ਬੀਜੇਪੀ ਕਹਿ ਰਹੀ ਹੈ ਕਿ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਜਿਸ ਦਾ ਪਰਦਾਫਾਸ਼ ਹੋਵੇਗਾ। ਇਹ ਤਸਵੀਰਾਂ ਤੁਹਾਨੂੰ ਅਸੀਂ ਦੱਸ ਦਈਏ ਕਿ ਐਕਸਕਲੂਸਿਵ ਤਸਵੀਰਾਂ, ਗ੍ਰਿਫਤਾਰੀ ਤੋਂ ਬਾਅਦ ਦੀ ਇਹ ਪਹਿਲੀ ਤਸਵੀਰ ਦੀਪ ਸਿੱਧੂ ਦੀ ਤੁਹਾਨੂੰ ਦਿਖਾ ਰਹੇ ਹਾਂ ਟੀਵੀ ਸਕਰੀਨ ਤੇ।
ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਪਹਿਲੀ ਤਸਵੀਰ ਹੈ ਜਿਹੜੀ ਸਾਹਮਣੇ ਆਈ ਹੈ, ਇਹ ਤੁਹਾਨੂੰ ਦਿਖਾ ਰਹੇ ਹਾਂ। ਫਿਲਹਾਲ ਦਿਲਜੀਤ ਚੀਮਾ ਸਾਡੇ ਨਾਲ ਜੁੜ ਗਏ ਨੇ, ਅਕਾਲੀ ਦਲ ਦੇ ਆਗੂ ਨੇ। ਤਾਂ ਦਿਲਜੀਤ ਚੀਮਾ ਜੀ, ਲਗਾਤਾਰ ਭਾਲ ਸੀ 26 ਜਨਵਰੀ ਤੋਂ ਬਾਅਦ ਤੇ ਦੀਪ ਸਿੱਧੂ ਦੀ ਗ੍ਰਿਫਤਾਰੀ ਹੁਣ ਹੋ ਗਈ ਹੈ। ਦੇਖੋ ਗੱਲ ਇਹ ਹੈ ਕਿ ਇਹ ਦੇਖਣਾ ਪੁਲਿਸ ਦਾ ਕੰਮ ਹੈ ਕਿ ਕਿੰਨਾ ਉਹਦਾ ਦੋਸ਼ ਹੈ, ਪ੍ਰੋਪਰ ਇਨਵੈਸਟੀਗੇਸ਼ਨ ਹੋਵੇ, ਜੋ ਸਹੀ ਤੱਥ ਹੈ ਉਹ ਜਨਤਾ ਦੇ ਸਾਹਮਣੇ ਆਉਣੇ ਚਾਹੀਦੇ। ਇਸ ਇਸ਼ੂ ਦੇ ਉੱਤੇ ਹੁਣ ਪੁਲਿਸ ਨੂੰ ਵੀ, ਕੇਂਦਰ ਸਰਕਾਰ ਨੂੰ ਵੀ, ਦਿੱਲੀ ਸਰਕਾਰ ਨੂੰ ਵੀ ਚਾਹੀਦਾ ਕਿ ਕੋਈ ਪੋਲਿਟਿਕਸ ਨਹੀਂ ਹੋਣੀ ਚਾਹੀਦੀ। ਜੋ ਸਹੀ ਹੈ ਉਹ ਲੋਕਾਂ ਦੇ ਸਾਹਮਣੇ ਆਵੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਲੇਕਿਨ ਜਿਹੜੇ ਲੋਕੀ ਬੇਦੋਸ਼ੇ ਫੜੇ ਹੋਇਆ ਉਹਨਾਂ ਤੇ ਦਿੱਲੀ ਸਰਕਾਰ ਨੂੰ ਚਾਹੀਦਾ ਹੈ ਕਿ ਅਨਸੈਸਰਲੀ ਜਿਹੜੇ ਉਹਨਾਂ ਤੇ ਝੂਠੇ ਕੇਸ ਪਾਏ ਆ ਉਹ ਵਾਪਸ ਕਰਕੇ ਉਹਨਾਂ ਨੂੰ ਤੁਰੰਤ ਰਿਲੀਜ਼ ਕਰ ਦੇਣਾ ਚਾਹੀਦਾ। ਤਾਂ ਬਾਕੀ ਇਹਦੇ ਅਗੇਂਸਟ ਪੁਲਿਸ ਕੋਲੇ ਕੀ ਦਿਲਜੀਤ ਚੀਮਾ ਜੀ, ਇੱਕ ਪਾਸੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਸਾਡਾ ਦੀਪ ਸਿੱਧੂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਚੰਗੀ ਗੱਲ ਹੈ ਕਿ ਗ੍ਰਿਫਤਾਰੀ ਹੋਈ ਹੈ। ਦੂਜੇ ਪਾਸੇ ਬੀਜੇਪੀ ਕਹਿ ਰਹੀ ਹੈ ਕਿ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ, ਦੀਪ ਸਿੱਧੂ ਇਕੱਲਾ ਨਹੀਂ, ਬਹੁਤ ਸਾਰੇ ਲੋਕ ਇਸ ਦੇ ਨਾਲ ਰਲੇ ਹੋਏ ਨੇ ਜੋ ਕਿਸਾਨੀ ਅੰਦੋਲਨ ਦੀ ਆੜ ਦੇ ਵਿੱਚ ਸਭ ਕੁਝ ਕਰ ਰਹੇ ਨੇ। ਮੈਂ ਇਸੇ ਕਰਕੇ ਪਹਿਲਾਂ ਹੀ ਬੜੀ ਕੌਸ਼ਨ ਦੇ ਨਾਲ ਗੱਲ ਕੀਤੀ ਹੈ ਕਿ ਸਹੀ ਗੱਲ ਹੋਣੀ ਚਾਹੀਦੀ ਹੈ। ਅਨਸੈਸਰਲੀ ਜਿਹੜੀਆਂ ਕਹਾਣੀਆਂ ਕਈ ਵਾਰੀ ਪੁਲਿਸ ਬਣਾ ਕੇ ਬੜੀਆਂ ਵੱਡੀਆਂ ਦੱਸ ਦਿੰਦੀ ਹੈ ਤੇ ਬਾਅਦ ਚ ਪਤਾ ਲੱਗਦਾ ਕਿ ਉਹਦਾ ਮਕਸਦ ਹੋਰ ਸੀ। ਜੋ ਸਹੀ ਹੈ ਉਹਦੇ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਪਰ ਅੱਗੇ ਬਹੁਤ ਸਾਰੇ ਨੌਜਵਾਨ ਜਿਹੜੇ ਬੜੇ ਆ ਅੱਗੇ ਜਿਨ੍ਹਾਂ ਨੂੰ ਨੋਟਿਸ ਆਏ ਏਜੰਸੀਆਂ ਦੇ, ਉਹ ਸਾਰੀ ਜਿਹੜੇ ਆ ਉਹਦੀ ਇੰਟੈਂਸ਼ਨ ਗਲਤ ਸੀ, ਉਹ ਪੋਲੀਟੀਕਲੀ ਮੋਟੀਵੇਟਡ ਸੀ। ਇਸ ਕਰਕੇ ਜੋ ਬਿਲਕੁਲ ਸਹੀ ਹੈ ਐਜ਼ ਪਰ ਲਾ ਆ ਉਹ ਚੀਜ਼ ਹੋਣੀ ਚਾਹੀਦੀ ਹੈ, ਨਾ ਕਿਸੇ ਨੂੰ ਜ਼ਿਆਦਤੀ ਹੋਣੀ ਚਾਹੀਦੀ ਹੈ, ਨਾ ਕਿਸੇ ਦੀ ਰਿਆਇਤ ਹੋਣੀ ਚਾਹੀਦੀ ਹੈ। ਸਾਡਾ ਤਾਂ ਬਿਲਕੁਲ ਸਪਸ਼ਟ ਹੈ ਕਿਉਂਕਿ ਹੁਣ ਪੁਲਿਸ ਕੋਲ ਉਹਦੇ ਅਗੇਂਸਟ ਕੀ ਹੈ ਇਹ ਤਾਂ ਪੁਲਿਸ ਦੱਸੇਗੀ। ਪਰ ਦਿਲਜੀਤ ਚੀਮਾ ਜੀ, ਕਿਸਾਨ ਜਥੇਬੰਦੀਆਂ ਇਹ ਵੀ ਕਹਿ ਰਹੀਆਂ ਨੇ ਕਿ ਦੀਪ ਸਿੱਧੂ ਸਰਕਾਰ ਦਾ ਹੀ ਪਲਾਂਟਡ ਕੀਤਾ ਹੋਇਆ ਬੰਦਾ ਹੈ, ਜਾਣਬੁੱਝ ਕੇ ਕਿਸਾਨ ਅੰਦੋਲਨ ਦੇ ਵਿੱਚ ਉਸ ਨੂੰ ਸਰਕਾਰ ਨੇ ਹੀ ਭੇਜਿਆ। ਚਲੋ ਉਹਨਾਂ ਦਾ ਆਪਣਾ ਵਰਸ਼ਨ ਹੈ, ਇਹ ਤਾਂ ਉਹਨਾਂ ਦੇ ਵਰਸ਼ਨ ਦੇ ਉੱਤੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ। ਸ਼ੁਕਰੀਆ ਦਿਲਜੀਤ ਚੀਮਾ ਜੀ, ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਗੱਲਬਾਤ ਕਰਨ ਦੇ ਲਈ। ਤਾਂ ਫਿਲਹਾਲ ਸਿਆਸੀ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ। ਬੀਜੇਪੀ ਕਹਿ ਰਹੀ ਹੈ ਕਿ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ, ਇੱਕ ਇੱਕ ਕਰਕੇ ਸਭ ਦਾ ਪਰਦਾਫਾਸ਼ ਹੋਵੇਗਾ। ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਦੀਪ ਸਿੱਧੂ ਸਰਕਾਰ ਦਾ ਹੀ ਬੰਦਾ ਹੈ ਜਿਸ ਨੂੰ ਸਰਕਾਰ ਨੇ ਜਾਣਬੁੱਝ ਕੇ ਇਸ ਅੰਦੋਲਨ ਦੇ ਵਿੱਚ ਭੇਜਿਆ, ਇਸ ਅੰਦੋਲਨ ਨੂੰ ਖਰਾਬ ਕਰਨ ਦੇ ਲਈ। ਦੂਸਰੇ ਪਾਸੇ ਹੋਰ ਜੋ ਸਿਆਸੀ ਪਾਰਟੀਆਂ ਨੇ, ਚਾਹੇ ਅਕਾਲੀ ਦਲ ਹੋਵੇ, ਉਹ ਕਹਿ ਰਿਹਾ ਹੈ ਕਿ ਇੱਕ ਇੱਕ ਕਰਕੇ ਸਾਹਮਣੇ ਆਵੇਗਾ। ਫਿਲਹਾਲ ਪੁਲਿਸ ਦੱਸੇਗੀ ਕਿ ਆਖਿਰਕਾਰ ਕੀ ਸਬੂਤ ਉਹਨਾਂ ਦੇ ਹੱਥ ਹੁਣ ਲੱਗੇ ਨੇ ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ, ਕਿਉਂਕਿ ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਜਿੱਥੇ ਹੁਣ ਸਵਾਲ ਖੜੇ ਹੋ ਰਹੇ ਸੀ ਕਿ ਕੀ ਕੋਈ ਹੋਰ ਵੀ ਦੀਪ ਸਿੱਧੂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ, ਤਾਂ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਚੰਗਾ ਹੋਇਆ ਕਿਉਂਕਿ ਦੀਪ ਸਿੱਧੂ ਨੇ ਹੀ ਅੰਦੋਲਨ ਦੇ ਵਿੱਚ ਜੋ ਕੁਝ ਹੰਗਾਮਾ ਹੋਇਆ ਉਸ ਦੇ ਲਈ ਸਿੱਧੇ ਤੌਰ ਤੇ ਦੀਪ ਸਿੱਧੂ ਜ਼ਿੰਮੇਵਾਰ ਹੈ। ਰਾਜਕੁਮਾਰ ਵੇਰਕਾ ਸਾਡੇ ਨਾਲ ਜੁੜੇ ਨੇ ਫੋਨ ਲਾਈਨ ਤੇ। ਰਾਜਕੁਮਾਰ ਵੇਰਕਾ ਜੀ, ਦੀਪ ਸਿੱਧੂ ਦੀ ਗ੍ਰਿਫਤਾਰੀ ਹੋਈ ਹੈ, ਪਹਿਲਾ ਪ੍ਰਤੀਕਰਮ ਤੁਹਾਡਾ। ਪਹਿਲੇ ਤੇ ਪੁਲਿਸ ਕਲੀਅਰ ਕਰੇ ਕਿ ਉਹਦੀ ਸੱਚਮੁੱਚ ਗ੍ਰਿਫਤਾਰੀ ਹੋਈ ਹੈ ਜਾਂ ਪਲਾਂਟ ਕਰਕੇ ਉਹਨੂੰ ਪੇਸ਼ ਕਰਾਇਆ ਗਿਆ। ਇਹ ਇੱਕ ਬੜਾ ਇੱਕ ਕਲੀਅਰ ਕਰਨ ਵਾਲੀ ਕਹਾਣੀ ਹੈ। दूसरी गल ये है कि इस गल च कोई शक नहीं है कि ये आदमी बीजेपी का आदमी है, ये आदमी सरकार का आदमी है, इस गल च कोई शक हैगा नहीं। दूसरी चीज मैं कल कहा कि किसान अंदोलन नूं बदनाम करन दे वास्ते ये सारी मूवमेंट रची गई नजर आ रही है, क्योंकि 40 किसान जथेबंदियां दे विचों एक भी किसान जथेबंदी लाल किले ते नहीं गई। और ये सारा प्रचार केंद्र की सरकार वालों, बीजेपी वालों ये किया जा रहा है कि किसान देशद्रोही है, किसान पाकिस्तान दे नाल रले हुए है, किसान खालिस्तान नाल रले है, किसान आतंकवाद नाल रले है। मैं ये महसूस करदा कि सारा कुछ किसान अंदोलन को बदनाम करने वास्ते ये साजिश है। इसका खुलासा होना चाहिए, पर्दाफाश होना चाहिए। दूसरी कोई भी होवे, अगर किसी ने कोई देशद्रोही का काम किया वो पकड़िया जाए। लेकिन जिस तरीके छोटिया छोटिया लड़कियां तुसीं देखिया कि मुक्तसर साहब की एक लड़की नूं जिसनूं अरेस्ट किया गया, उसना किस तरह उत्पीड़न किया गया और किस तरीके दे नाल ओदियां खबरां आ रही। मैं कहना नहीं चाह रहा बेटी आओ, लेकिन हैरानगी इस गल दी है कि मैं महसूस करदा कि टोटल किसानां नूं बदनाम करन दे वास्ते। यानी कि राजकुमार वेरका जी, तुसीं किसानां दी इस गल दे नाल इत्तेफाक रखदे हो कि दीप सिद्धू सरकार दा प्लांटेड कीता होया बंदा है, जानबूझ के अंदोलन दी दिख विगाड़न दे लई। हां, इस गल च शक नहीं कि क्योंकि तो किसी होर नाल वास्ता ही नहीं बीजेपी तो इलावा। तो दूजे पासे बीजेपी कह रही है राजकुमार वेरका जी कि ये एक बहुत वड्डी साजिश है, एक एक करके होर भी किसान अंदोलन दे विच बहुत सारे लोग ने जिहड़े सामने आउणगे।
ਮੈਂ ਤੇ ਕਹਿੰਦੇ ਹੋਣੇ ਚਾਹੀਦੇ ਆ। ਸਭ ਤੋਂ ਪਹਿਲੇ ਤੇ ਕੇਂਦਰ ਦੀ ਸਰਕਾਰ ਹੀ ਹੋਣੀ ਚਾਹੀਦੀ ਆ ਕਿ ਇਹ ਜਿਹੜੇ ਬਿੱਲ ਹੈਗੇ ਆ ਇਹ ਕਿੱਥੇ ਪਲਾਂਟ ਕੀਤੇ ਗਏ। ਇਹ ਬਿੱਲ ਪਾਰਲੀਮੈਂਟ ਦੇ ਤਾਂ ਬਣੇ ਹੀ ਨਹੀਂ, ਇਹ ਬਿੱਲ ਤੇ ਵੱਡੇ ਘਰਾਣਿਆਂ 'ਚ ਬਣੇ। ਸਾਜ਼ਿਸ਼ ਤੇ ਉੱਥੋਂ ਸਟਾਰਟ ਹੋਈ ਹੈ। ਸਾਜ਼ਿਸ਼ ਸਾਹਮਣੇ ਹੋਣੀ ਚਾਹੀਦੀ ਹੈ। ਮੈਂ ਤੇ ਗੱਲ ਕਹਿ ਰਿਹਾ ਕਿ ਦੋਸ਼ੀ ਕੋਈ ਵੀ ਹੋਵੇ ਉਹ ਨਾ ਬਖਸ਼ਿਆ ਜਾਵੇ। ਅਗਰ ਕੇਂਦਰ ਸਰਕਾਰ 'ਚ ਬੈਠੇ ਹੋਏ ਲੋਕ ਦੋਸ਼ੀ ਹੈ ਤੇ ਬਖਸ਼ੇ ਉਹ ਵੀ ਨਹੀਂ ਜਾਣੇ ਚਾਹੀਦੇ। ਰਾਜਕੁਮਾਰ ਵੇਰਕਾ ਜੀ ਸ਼ੁਕਰੀਆ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਜੁੜਨ ਦੇ ਲਈ। ਤਾਂ ਰਾਜਕੁਮਾਰ ਵੇਰਕਾ ਦੇ ਵੱਲੋਂ ਸਵਾਲ ਬੀਜੇਪੀ ਤੇ ਜ਼ਰੂਰ ਚੁੱਕੇ ਗਏ ਨੇ ਕਿ ਇਹ ਪਹਿਲਾਂ ਪੁਲਿਸ ਦੇ ਵੱਲੋਂ ਕਲੀਅਰ ਕੀਤਾ ਜਾਵੇ ਕਿ ਦੀਪ ਸਿੱਧੂ ਨੂੰ ਵਾਕਈ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਫਿਰ ਜਾਣਬੁੱਝ ਕੇ ਉਸ ਨੂੰ ਹੁਣ ਸਾਹਮਣੇ ਲਿਆਂਦਾ ਗਿਆ ਹੈ। ਬੀਜੇਪੀ ਦਾ ਹੀ ਬੰਦਾ ਹੈ ਦੀਪ ਸਿੱਧੂ। ਰਾਜਕੁਮਾਰ ਵੇਰਕਾ ਦੇ ਵੱਲੋਂ ਸਿੱਧੇ ਤੌਰ ਤੇ ਇਹ ਕਿਹਾ ਗਿਆ ਹੈ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੀ ਇਹ ਗੱਲ ਕਹਿ ਰਹੀਆਂ ਨੇ ਕਿ ਬੀਜੇਪੀ ਦੇ ਨਾਲ ਹੀ ਪੂਰੇ ਤਰੀਕੇ ਨਾਲ ਤਾਲੁਕ ਹੈ ਦੀਪ ਸਿੱਧੂ ਦਾ, ਸਾਡੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਅਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਦੀਪ ਸਿੱਧੂ ਦੀ ਗ੍ਰਿਫਤਾਰੀ ਅਹਿਮ ਤੇ ਵੱਡੀ ਗ੍ਰਿਫਤਾਰੀ ਕਿਉਂ ਹੋ ਜਾਂਦੀ ਹੈ, ਕਿਉਂਕਿ 26 ਜਨਵਰੀ ਨੂੰ ਜਿਸ ਤਰੀਕੇ ਦੇ ਨਾਲ ਹੰਗਾਮਾ ਹੋਇਆ ਲਾਲ ਕਿਲੇ ਤੇ ਜੋ ਕੁਝ ਵੀ ਵਾਕਿਆ ਹੋਇਆ, ਉਸ ਤੋਂ ਬਾਅਦ ਇੱਕ ਸ਼ਖਸ ਜੋ ਸਭ ਤੋਂ ਨਿਸ਼ਾਨੇ ਤੇ ਸੀ, ਜੋ ਸਭ ਤੋਂ ਜ਼ਿਆਦਾ ਫਰੇਮ ਦੇ ਵਿੱਚ ਸੀ, ਉਹ ਸੀ ਦੀਪ ਸਿੱਧੂ। ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਲਗਾਤਾਰ ਅਸੀਂ ਦਿਖਾ ਰਹੇ ਹਾਂ। ਇਹ ਤਸਵੀਰਾਂ ਨੇ 26 ਜਨਵਰੀ ਦੀਆਂ, ਉਸ ਵੇਲੇ ਦੀਆਂ ਜਦੋਂ ਲਾਲ ਕਿਲੇ ਤੇ ਜਾ ਕੇ ਪਹਿਲਾ ਝੰਡਾ ਲਹਿਰਾਇਆ ਗਿਆ। ਤਾਂ ਜਿਸ ਕਾਫਲੇ ਦੇ ਵੱਲੋਂ ਝੰਡਾ ਲਹਿਰਾਇਆ ਗਿਆ ਉਸ ਦੀ ਅਗਵਾਈ ਦੀਪ ਸਿੱਧੂ ਵੱਲੋਂ ਕੀਤੀ ਜਾ ਰਹੀ ਸੀ। ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਦੀਪ ਸਿੱਧੂ ਨਾਰੇ ਲਾਉਂਦਾ, ਜੈਕਾਰੇ ਲਾਉਂਦਾ ਅੱਗੇ ਜਾ ਰਿਹਾ ਹੈ। ਤਾਂ ਜਦੋਂ ਇਹ ਪੂਰਾ ਘਟਨਾਕ੍ਰਮ ਹੁੰਦਾ ਹੈ ਤਾਂ ਉਸ ਤੋਂ ਬਾਅਦ ਦੀਪ ਸਿੱਧੂ ਲਗਾਤਾਰ ਫਰਾਰ ਦੱਸਿਆ ਜਾ ਰਿਹਾ ਸੀ। ਹਾਲਾਂਕਿ ਵੀਡੀਓ ਜ਼ਰੂਰ ਜਾਰੀ ਕੀਤੀਆਂ ਜਾ ਰਹੀਆਂ ਸੀ ਦੀਪ ਸਿੱਧੂ ਦੇ ਵੱਲੋਂ। ਇਹ ਕਿਹਾ ਜਾ ਰਿਹਾ ਸੀ ਕਿ ਮੈਨੂੰ ਹੁਣ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਦੀਪ ਸਿੱਧੂ ਦੇ ਵੱਲੋਂ। ਇੱਥੋਂ ਤੱਕ ਕਿ ਕਿਸਾਨ ਜਥੇਬੰਦੀਆਂ ਤੇ ਵੀ ਸਵਾਲ ਖੜੇ ਕੀਤੇ ਗਏ ਕਿ ਜੋ ਕੁਝ ਵੀ ਹੋਇਆ ਹੈ ਉਸ ਦੇ ਲਈ ਮੈਂ ਨਹੀਂ ਬਲਕਿ ਕਿਸਾਨ ਜਥੇਬੰਦੀਆਂ ਜ਼ਿੰਮੇਵਾਰ ਨੇ, ਕਿਉਂਕਿ ਸੰਗਤ ਤੱਕ ਆਪਣਾ ਫੈਸਲਾ ਸਹੀ ਤਰੀਕੇ ਦੇ ਨਾਲ ਉਹ ਨਹੀਂ ਪਹੁੰਚਾ ਪਾਈਆਂ, ਇਸ ਲਈ ਇਹ ਸਭ ਕੁਝ ਹੋਇਆ ਹੈ। ਤਾਂ ਦੂਜੇ ਪਾਸੇ ਦੀਪ ਸਿੱਧੂ ਦੀ ਹੁਣ ਗ੍ਰਿਫਤਾਰੀ ਹੋਈ ਹੈ। ਥੋੜੀ ਹੀ ਦੇਰ ਦੇ ਵਿੱਚ ਪੁਲਿਸ ਸਾਫ਼ ਕਰੇਗੀ ਕਿ ਆਖਿਰਕਾਰ ਇਹ ਗ੍ਰਿਫਤਾਰੀ ਦੀਪ ਸਿੱਧੂ ਦੀ ਕਿੱਥੋਂ ਹੋਈ ਹੈ, ਕਿਸੇ ਦੀ ਸੂਚਨਾ ਤੇ ਇਹ ਗ੍ਰਿਫਤਾਰੀ ਹੋਈ ਹੈ ਜਾਂ ਫਿਰ ਪੁਲਿਸ ਦੇ ਸਪੈਸ਼ਲ ਸੈੱਲ ਨੇ ਖੁਦ ਜੋ ਦੀਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਹੈ। ਤਾਂ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਬਹੁਤ ਚੰਗਾ ਹੋਇਆ ਅਜਿਹੇ ਲੋਕਾਂ ਦੀ ਗ੍ਰਿਫਤਾਰੀ ਹੋਣਾ ਜੋ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਲਾਲ ਕਿਲੇ ਦੇ ਵਿੱਚ ਜੋ ਹੰਗਾਮਾ ਹੋਇਆ ਉਸ ਦੇ ਲਈ ਸਿੱਧੇ ਤੌਰ ਤੇ ਜੋ ਮੁੱਖ ਮੁਲਜ਼ਮ ਸੀ ਦੀਪ ਸਿੱਧੂ, ਜਿਸ ਦੇ ਉੱਤੇ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ, ਉਸ ਤੋਂ ਬਾਅਦ ਲਗਾਤਾਰ ਦੀਪ ਸਿੱਧੂ ਦੀ ਭਾਲ ਕੀਤੀ ਜਾ ਰਹੀ ਸੀ। ਸਿਆਸੀ ਪਾਰਟੀਆਂ ਦੇ ਵੱਲੋਂ ਵੀ ਨਿਸ਼ਾਨਾ ਸਾਧਿਆ ਜਾ ਰਿਹਾ ਸੀ। ਤਾਂ ਕਿਸਾਨ ਜਥੇਬੰਦੀਆਂ ਵੀ ਸਿੱਧੇ ਤੌਰ ਤੇ ਪੂਰੀ ਹਿੰਸਾ ਦੇ ਲਈ ਦੀਪ ਸਿੱਧੂ ਨੂੰ ਹੀ ਜ਼ਿੰਮੇਵਾਰ ਠਹਿਰਾ ਰਹੀਆਂ ਸੀ। ਤਾਂ ਹੁਣ ਦੀਪ ਸਿੱਧੂ ਦੀ ਗ੍ਰਿਫਤਾਰੀ ਹੋ ਗਈ ਹੈ। ਕਿੱਥੋਂ ਗ੍ਰਿਫਤਾਰੀ ਹੋਈ ਹੈ ਇਹ ਫਿਲਹਾਲ ਥੋੜੀ ਹੀ ਦੇਰ ਦੇ ਵਿੱਚ ਜੋ ਹੈ ਉਹ ਸਾਫ਼ ਹੋ ਜਾਵੇਗਾ। ਅਮਨ ਅਰੋੜਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਤਾਂ ਅਮਨ ਅਰੋੜਾ ਜੀ, ਦੀਪ ਸਿੱਧੂ ਦੀ ਗ੍ਰਿਫਤਾਰੀ ਹੋ ਗਈ ਹੈ, ਪਹਿਲਾ ਪ੍ਰਤੀਕਰਮ ਤੁਹਾਡਾ। ਮੈਡਮ ਦੇਖੋ, ਇਸ ਤਰ੍ਹਾਂ ਕਿ ਮੈਨੂੰ ਇਸ ਖਬਰ ਬਾਰੇ ਤੁਹਾਡੇ ਤੋਂ ਪਤਾ ਲੱਗ ਰਿਹਾ, ਜ਼ਿਆਦਾ ਜਾਣਕਾਰੀ ਤਾਂ ਨਹੀਂ ਹੈਗੀ, ਪਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਇੱਕ ਤਰੀਕੇ ਦੇ ਏਜੰਟ ਦੀਪ ਸਿੱਧੂ ਔਰ ਬਾਕੀ ਦੇ ਕੁਝ ਬੰਦਿਆਂ ਨੇ ਉਸ ਦਿਨ ਸ਼ਾਂਤਮਈ ਕਿਸਾਨ ਪਰੇਡ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਕੇਂਦਰ ਸਰਕਾਰ ਦੇ ਇਸ਼ਾਰਿਆਂ ਦੇ ਉੱਪਰ ਗ੍ਰਿਫਤਾਰ ਹੋਣਾ ਚਾਹੀਦਾ ਸੀਗਾ। ਪਰ ਇਹ ਨਹੀਂ ਹੋਣਾ ਚਾਹੀਦਾ ਹੈਗਾ ਕਿ ਹੁਣ ਕੇਂਦਰ ਸਰਕਾਰ ਉਹਨਾਂ ਨੂੰ ਇਹ ਸਿਰਫ ਔਰ ਸਿਰਫ ਇੱਕ ਫਾਰਮੈਲਿਟੀ ਬਣ ਜੇ ਜੇ ਜੋ ਉਹਨੇ ਗਲਤ ਕੀਤਾ, ਠੀਕ ਹੈ ਨਾ, ਉਹਦਾ, ਕਿਉਂਕਿ ਅਜਿਹੀ ਸ਼ਾਂਤਮਈ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਾਲਾ ਜਿਹੜਾ ਕੰਮ ਹੈ ਉਹ ਉਸ ਬੰਦੇ ਨੇ ਕੀਤਾ ਤੇ ਕਾਨੂੰਨ ਮੁਤਾਬਕ ਕਾਰਵਾਈ ਜਿਹੜੀ ਉਹਦੇ ਉੱਪਰ ਹੋਣੀ ਚਾਹੀਦੀ ਹੈ। ਤਾਂ ਅਮਨ ਅਰੋੜਾ ਜੀ, ਕੀ ਲੱਗਦਾ ਹੈ ਕਿ ਦੀਪ ਸਿੱਧੂ ਦੇ ਵੱਲੋਂ ਜੋ ਕੀਤਾ ਗਿਆ ਉਹ ਸਭ ਨੇ ਦੇਖਿਆ ਕਿ ਲਾਲ ਕਿਲੇ ਤੇ ਜਦੋਂ ਝੰਡਾ ਲਹਿਰਾਇਆ ਗਿਆ ਤਾਂ ਸਭ ਤੋਂ ਮੋਹਰੇ ਸੀ ਦੀਪ ਸਿੱਧੂ ਵੱਲੋਂ ਨਾਰੇ ਲਾਏ ਗਏ, ਜੈਕਾਰੇ ਲਗਾਏ ਗਏ ਕਿ ਜਿਸ ਤਰੀਕੇ ਦੇ ਨਾਲ ਜਿਵੇਂ ਕੋਈ ਜਿੱਤ ਹਾਸਲ ਹੋ ਗਈ ਹੁੰਦੀ ਹੈ, ਉਹ ਸਭ ਨੇ ਦੇਖਿਆ। ਪਰ ਕੀ ਲੱਗਦਾ ਹੈ ਕਿ ਕੌਣ ਹੋਰ ਲੋਕ ਨੇ ਜਾਂ ਕਿਸ ਦੀ ਸ਼ੈ ਹੈ ਦੀਪ ਸਿੱਧੂ ਦੇ ਨਾਲ, ਕੌਣ ਹੋਰ ਸ਼ਾਮਿਲ ਹੋ ਸਕਦਾ ਹੈ, ਕਿਉਂਕਿ ਇੱਕ ਇਕੱਲਾ ਬੰਦਾ ਤਾਂ ਇਸ ਪੂਰੇ ਮਾਮਲੇ ਨੂੰ ਜਾਂ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕਦਾ। ਮੈਡਮ ਉਹੀ ਤਾਂ ਗੱਲ ਹੈ ਨਾ ਜੀ, ਇਹ ਦੁਨੀਆ ਇਕੱਲਾ ਮੈਂ ਜਾਂ ਤੁਸੀਂ ਨਹੀਂ, ਇਹ ਤਾਂ ਸਾਰੀ ਦੁਨੀਆ ਹੀ ਸਵਾਲ ਕਰ ਰਹੀ ਸੀਗੀ, ਸਾਰੇ ਕਿਸਾਨ ਅੰਦੋਲਨ ਦੇ ਲੋਕ ਕਰ ਰਹੇ ਸੀਗੇ, ਇਸ ਗੱਲ ਨੂੰ ਸਵਾਲ ਖੜਾ ਕਰ ਰਹੇ ਸੀਗੇ ਕਿ ਜਦੋਂ ਇੱਕ ਐਸਟੈਬਲਿਸ਼ਡ ਰੂਟ ਨੇ ਕਿ ਇਸ ਰੂਟ ਦੇ ਉੱਪਰ ਜਾਣਾ ਤੇ ਉਹ ਇਕੱਲੇ ਹੀ ਆਪਣੇ ਕੁਝ ਕੁ ਸਾਥੀਆਂ ਨੂੰ ਲੈ ਕੇ ਉੱਥੇ ਕਿਵੇਂ ਪਹੁੰਚ ਗਿਆ। ਔਰ ਉਹਦੇ ਵਿੱਚ ਜਿਹੜੀ ਦਿੱਲੀ ਪੁਲਿਸ ਦੀ ਕਨਾਈਵੈਂਸ ਹੈ, ਉਹਨਾਂ ਦਾ ਰੋਲ ਹੈ ਜਿਹੜਾ, ਉਹ ਵੀ ਇਨਵੈਸਟੀਗੇਸ਼ਨ ਦਾ ਮੈਟਰ ਹੈ ਕਿ ਜਿੱਥੇ ਇੱਕ ਪਾਸੇ ਤੁਸੀਂ ਹਰੇਕ ਹੀਲਾ ਵਸੀਲਾ ਵਰਤ ਕੇ ਕਿਸਾਨਾਂ ਦੇ ਉੱਪਰ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੇ ਉੱਥੇ ਉਸ ਬੰਦੇ ਨੂੰ ਤੁਸੀਂ ਅਲਾਓ ਕਰਦੇ ਹੋ ਕਿ ਤੁਸੀਂ ਜਾ ਕੇ ਉੱਥੇ ਲਾਲ ਕਿਲੇ ਦੇ ਉੱਪਰ ਝੰਡਾ ਫਹਿਰਾ ਦਿਓ। ਲਾਲ ਕਿਲਾ ਤਾਂ ਉਸ ਦਿਨ ਐਵੇਂ ਪ੍ਰਤੀਤ ਹੋ ਰਿਹਾ ਸੀਗਾ ਵੀ ਜਿਵੇਂ ਲਾਵਾਰਿਸ ਹੁੰਦਾ। ਸੋ ਇਸ ਕਰਕੇ ਇਹਦੇ ਚ ਵੱਡੇ ਪੱਧਰ ਦੀ ਕਨਾਈਵੈਂਸ ਸੀਗੀ ਜੀ, ਉਹ ਦਿੱਲੀ ਸਰਕਾਰ ਦੀ ਔਰ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਪਰ ਉਹ ਪਹਿਲੀ ਜੱਗ ਜ਼ਾਹਿਰ ਹੋ ਚੁੱਕੀ ਹੈ। ਇਕੱਲੇ ਇਸ ਤਰੀਕੇ ਦੇ ਇੱਕ ਛੋਟੇ ਜਿਹੇ ਮੋਹਰੇ ਦੀਪ ਸਿੱਧੂ ਨੂੰ ਰਿਸਕ ਕਰਕੇ ਕੰਮ ਨਹੀਂ ਚੱਲਣਾ ਹੈਗਾ। ਨਾਲ ਇਹ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਕਿਹੜੇ ਅਫਸਰ ਜਿਨ੍ਹਾਂ ਨੇ ਜਿਹੜੇ ਪਾਸੇ ਹਟ ਗਏ ਕਿ ਜੀ ਤੁਸੀਂ ਚੜਾ ਲਓ ਝੰਡਾ,
ਤੇ ਉਹਨਾਂ ਦੇ ਉੱਪਰ ਵੀ ਕਾਰਵਾਈ ਹੈ ਜਿਹੜੀ, ਕਿਸੇ ਦੀ ਬਦਲੀ ਕੀਤੀ ਹੈ, ਕਿਸੇ ਦੇ ਉੱਪਰ ਕਿਸੇ ਨੂੰ ਲਾਈਨ ਹਾਜ਼ਰ ਕੀਤਾ, ਕਿਸੇ ਨੂੰ ਸਸਪੈਂਡ ਕੀਤਾ, ਕਿਸੇ ਨੂੰ ਡਿਸਮਿਸ ਕੀਤਾ, ਉਹ ਤਾਂ ਕੁਛ ਕੇਂਦਰ ਸਰਕਾਰ ਨੇ ਤੇ ਦਿੱਲੀ ਪੁਲਿਸ ਨੇ ਕੀਤਾ ਨਹੀਂ ਹੈਗਾ। ਸੋ ਇਸ ਕਰਕੇ ਇਹ ਇੱਕ ਬਹੁਤ ਵੱਡੇ ਪੱਧਰ ਦੀ ਕਨਾਈਵੈਂਸ ਸੀਗੀ। ਇਹ ਬਹੁਤ ਇੱਕ ਨਾਪਾਕ ਜਾਂ ਇਹਨਾਂ ਨੇ ਪਲਾਨ ਹੈ ਜਿਹੜਾ ਉਹ ਬਣਾਇਆ ਸੀਗਾ, ਪਰ ਜਿਵੇਂ ਉਹ ਕਹਿੰਦੇ ਨੇ ਵੀ ਸੱਚੇ ਨੂੰ ਬਹੁਤਾ ਸਮਾਂ ਸੱਚ ਨੂੰ ਝੁਠਲਾਇਆ ਨਹੀਂ ਜਾ ਸਕਦਾ ਹੈਗਾ। 2 ਦਿਨਾਂ ਦੇ ਵਿੱਚ ਹੀ ਨੋ ਡਾਊਟ ਮੀਡੀਆ ਨੇ, ਖਾਸ ਤੌਰ ਤੇ ਗੋਦੀ ਮੀਡੀਆ ਨੇ ਬੜਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। 2 ਦਿਨਾਂ ਦੇ ਅੰਦਰ ਹੀ ਜਿਵੇਂ ਸੋਸ਼ਲ ਮੀਡੀਆ ਦੇ ਜ਼ਰੀਏ ਸਾਰੀ ਦੁਨੀਆ ਨੂੰ ਜਗ ਜ਼ਾਹਰ ਹੋ ਗਿਆ, ਇਹ ਕਾਲੀਆਂ ਭੇਡਾਂ ਨੇ ਜਿਹੜੀਆਂ ਉਹ ਨਸ਼ਰ ਹੋ ਗਈਆਂ ਤੇ ਆਪਣੇ ਆਪ ਹੀ ਲੋਕਾਂ ਨੂੰ ਸਾਰਾ ਕਲੀਅਰ ਹੋ ਗਿਆ। ਤੇ ਅੱਜ ਉਸ ਤੋਂ ਵੀ ਵੱਧ ਮੁਹਾਰੇ 'ਚ ਇਹਦੀ ਸਭ ਤੋਂ ਵੱਡੀ ਸਟੈਂਪ ਇਸ ਗੱਲ ਦੇ ਉੱਪਰ ਇਸ ਗੱਲ ਨਾਲ ਲੱਗਦੀ ਹੈ ਕਿ ਪਹਿਲਾਂ ਨਾਲੋਂ ਵੀ ਵੱਡੇ ਪੱਧਰ ਦੇ ਉੱਪਰ ਕਿਸਾਨ ਅੰਦੋਲਨ ਹੈ ਜਿਹੜਾ ਉਹ ਮਜ਼ਬੂਤ ਹੋ ਕੇ ਨਿਕਲਿਆ ਹੈ। ਪੰਜਾਬ ਹਰਿਆਣਾ ਚ ਕਿ ਦੀਪ ਸਿੱਧੂ ਦੀ ਗ੍ਰਿਫਤਾਰੀ ਤਾਂ ਚਲੋ 26 ਜਨਵਰੀ ਤੋਂ ਬਾਅਦ ਹੁਣ ਬਹੁਤ ਸਾਰੇ ਦਿਨ ਹੋ ਗਏ ਨੇ, ਉਸ ਤੋਂ ਬਾਅਦ ਗ੍ਰਿਫਤਾਰੀ ਹੋਈ ਹੈ, ਸਮਾਂ ਕਾਫੀ ਲੱਗ ਗਿਆ ਹੈ, ਪਰ 26 ਜਨਵਰੀ ਦੇ ਦਿਨ ਤੇ ਉਸ ਤੋਂ 1-2 ਦਿਨਾਂ ਦੇ ਵਿੱਚ ਹੀ ਪੁਲਿਸ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਜ਼ਰੂਰ ਗ੍ਰਿਫਤਾਰ ਕਰ ਲਿਆ ਸੀ। ਨਹੀਂ ਮੈਡਮ ਦੇਖੋ, ਕਈ ਨੌਜਵਾਨ ਤਾਂ ਇਸ ਤਰੀਕੇ ਦੇ ਨੇ ਉੱਥੇ ਜਿਹੜੇ ਕਿ ਗ੍ਰਿਫਤਾਰ ਕੀਤੇ ਗਏ, ਹਜੇ ਤੱਕ ਵੀ ਉਹਨਾਂ ਦਾ ਪਤਾ ਨਹੀਂ ਲੱਗਿਆ ਹੈਗਾ। ਉਹ ਲੋਕ ਨੇ ਜਿਹੜੇ ਕਿ ਸਹੀ ਸੱਚੇ ਮਨ ਦੇ ਨਾਲ ਅੰਦੋਲਨ ਦੇ ਵਿੱਚ ਗਏ ਸੀਗੇ। ਮੈਂ ਸਾਰਿਆਂ ਦੀ, ਕਿਉਂਕਿ ਨਾ ਤਾਂ ਲਿਸਟ ਤੁਹਾਡੇ ਕੋਲ ਹੈ ਨਾ ਮੇਰੇ ਕੋਲ ਹੈ, ਨਾ ਆਪਾਂ ਜ਼ਾਤੀ ਤੌਰ ਦੇ ਉੱਪਰ ਜਾਣਦੇ ਹਾਂ, ਪਰ ਮੇਰਾ ਕਹਿਣਾ ਇਹ ਹੈ ਕਿ ਕੁਝ ਕੁ ਕਾਲੀਆਂ ਭੇਡਾਂ ਦੀਪ ਸਿੱਧੂ ਵਰਗੀਆਂ ਉਹਨਾਂ ਨੇ ਬਹਿਕਾ ਕੇ ਜਿਸ ਤਰੀਕੇ ਦਾ ਕੰਮ ਕਰਵਾਇਆ, ਉਸ ਚੱਕਰ ਦੇ ਵਿੱਚ ਜਿਵੇਂ ਕਹਿੰਦੇ ਨੇ ਆਟੇ ਨਾਲ ਘੁਣ ਵੀ ਪਿਸ ਜਾਂਦਾ ਹੁੰਦਾ, ਉਵੇਂ ਜਿਹੜੇ ਕਈ ਬੇਕਸੂਰ ਲੋਕ ਨੇ ਉਹ ਵੀ ਗਏ, ਪਰਚੇ ਉਹਨਾਂ ਤੇ ਵੀ ਦਰਜ ਕਰ ਦਿੱਤੇ ਗਏ। ਅੱਜ ਉਹ ਲਾਪਤਾ ਨੇ ਜਾਂ ਤਿਹਾੜ ਜੇਲ੍ਹ ਦੇ ਵਿੱਚ ਨੇ। ਤੇ ਜਿਹੜੇ ਇਹੋ ਜਿਹੇ ਸ਼ਰਾਰਤਾਂ ਕਰਕੇ ਮੋਟਰਸਾਈਕਲਾਂ ਦੇ ਉੱਪਰ ਭੱਜਣ ਵਾਲੇ ਸੀਗੇ ਉਹ 15 ਦਿਨ ਬਾਅਦ ਲੱਭਦੇ ਨੇ ਪੁਲਿਸ ਨੂੰ। ਸੋ ਇਸ ਕਰਕੇ ਜਿਹੜੇ ਬੇਕਸੂਰ ਨੇ ਉਹਨਾਂ ਨੂੰ ਦੇ ਉੱਪਰ ਕੋਈ ਸਖਤੀ ਨਹੀਂ ਹੋਣੀ ਚਾਹੀਦੀ ਹੈ। ਜੀ ਇੱਕ ਹੋਰ ਗੱਲ ਹੈ ਕਿ ਦੀਪ ਸਿੱਧੂ ਦੀ ਭੂਮਿਕਾ ਸ਼ੁਰੂ ਤੋਂ ਇਸ ਸਵਾਲਾਂ ਦੇ ਘੇਰੇ ਵਿੱਚ ਰਹੀ ਹੈ। ਕਿਸਾਨ ਜਥੇਬੰਦੀਆਂ ਕੋਈ ਬਹੁਤਾ ਇਤਫਾਕ ਨਹੀਂ ਰੱਖਦੀਆਂ ਸੀ ਦੀਪ ਸਿੱਧੂ ਦੇ ਬਿਆਨਬਾਜ਼ੀ ਦੇ ਨਾਲ, ਤਾਂ ਕੀ ਲੱਗਦਾ ਨਹੀਂ ਹੈ ਕਿ ਕਿਤੇ ਨਾ ਕਿਤੇ ਥੋੜੀ ਬਹੁਤੀ ਚੂਕ ਹੋਈ ਹੈ? ਕਿਉਂਕਿ ਜਦੋਂ ਪਤਾ ਸੀ ਕਿ ਇੱਕ ਅਜਿਹਾ ਇਨਸਾਨ ਅੰਦੋਲਨ ਦੇ ਵਿੱਚ ਸ਼ਾਮਿਲ ਹੈ ਜੋ ਅੱਗੇ ਜਾ ਕੇ ਵਿਗਾੜ ਸਕਦਾ ਹੈ ਮਾਹੌਲ ਜਾਂ ਫਿਰ ਖਰਾਬ ਕਰ ਸਕਦਾ ਹੈ, ਤਾਂ ਉਸ ਨੂੰ ਪਹਿਲਾਂ ਹੀ ਕਿਨਾਰੇ ਕਿਉਂ ਨਹੀਂ ਕਰ ਦਿੱਤਾ ਗਿਆ? ਨਹੀਂ ਮੈਡਮ ਦੇਖੋ, ਇਸ ਤਰ੍ਹਾਂ ਨਹੀਂ ਹੁੰਦਾ ਹੈਗਾ। ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਕ ਜਨ ਸਲਾਬ ਹੈ ਜਿਹੜਾ ਇੱਕ ਅੰਦੋਲਨ ਦੇ ਵਿੱਚ ਇਕੱਠਾ ਹੋ ਰਿਹਾ ਹੋਵੇ, ਉਹਦੇ 'ਚ ਦੇਖੋ ਕਿਸੇ ਦੇ ਮੱਥੇ ਦੇ ਉੱਪਰ ਤਾਂ ਲਿਖਿਆ ਨਹੀਂ ਹੁੰਦਾ ਕਿ ਕੌਣ ਸਹੀ ਹੈ, ਕੌਣ ਗਲਤ ਹੈ, ਕੌਣ ਸੱਚਾ ਹੈ, ਕੌਣ ਝੂਠਾ ਹੈ, ਕੌਣ ਦਿਲੋਂ ਇਸ ਅੰਦੋਲਨ ਦੇ ਨਾਲ ਹੈ ਤੇ ਕੌਣ ਇਸ ਅੰਦੋਲਨ ਨੂੰ ਦਿਲੋਂ ਖਰਾਬ ਕਰਨਾ ਚਾਹੁੰਦਾ ਹੈ। ਹਾਂ, ਕਿਉਂਕਿ ਇਹਨਾਂ ਨੇ ਪਹਿਲਾਂ ਸ਼ੰਭੂ ਮੋਰਚਾ ਲਾਇਆ, ਉੱਥੇ ਖਾਲਿਸਤਾਨ ਦੀਆਂ ਤੇ ਰੈਫਰੈਂਡਮ 2020 ਦੀਆਂ ਗੱਲਾਂ ਬਥੇਰੀਆਂ ਕੀਤੀਆਂ, ਉਦੋਂ ਵੀ ਸ਼ੰਕੇ ਦੀਆਂ ਸੂਈਆਂ ਨੇ ਜਿਹੜੀਆਂ ਉਹ ਇਸ ਵਿਅਕਤੀ ਵੱਲ ਕਾਫੀ ਉੱਠੀਆਂ, ਪਰ ਕਿਉਂਕਿ ਹਜੇ ਸਿੱਧੇ ਮੱਥੇ ਸਾਰ ਚੀਜ਼ ਜਗ ਜ਼ਾਹਰ ਨਹੀਂ ਸੀਗੀ, ਇਸ ਕਰਕੇ ਨਹੀਂ ਕਰ ਸਕੇ ਹੈਗੇ। ਕਿਉਂਕਿ ਉੱਥੇ ਕਿਸੇ ਨੂੰ ਵੀ ਜਾ ਕੇ ਚਲੋ ਲੀਡਰਾਂ ਨੂੰ ਤਾਂ ਕਿਸਾਨ ਜਥੇਬੰਦੀਆਂ ਨੇ ਦੂਰ ਕਰ ਦਿੱਤਾ, ਚੰਗੀ ਗੱਲ ਹੈ। ਮੈਂ ਸਮਝਦਾ ਕਿ ਅੰਦੋਲਨ ਬੱਚੇ ਵੀ ਇਸ ਕਰਕੇ ਕਿਉਂਕਿ ਪੋਲੀਟੀਕਲ ਪਾਰਟੀਆਂ ਨੂੰ ਦੂਰ ਰੱਖਿਆ ਹੋਇਆ, ਪਰ ਅਜਿਹੇ ਜੇ ਕੋਈ ਕਾਲੀ ਭੇਡ ਬਣ ਕੇ ਵਿੱਚ ਵੜ ਜੇ ਤਾਂ ਉਹ ਤਾਂ ਫਿਰ ਝਾਰਨੇ ਲੱਗ ਕੇ ਬਾਹਰ ਹੁੰਦੇ ਨੇ ਨਾ ਜੀ। ਝਾਰਨਾ ਇੱਕ 26 ਤਰੀਕ ਵਾਲਾ ਲੱਗਿਆ ਤੇ ਜਿਹਦੀ ਵਜ੍ਹਾ ਕਰਕੇ ਇਹੋ ਜਿਹੇ ਕੁਝ ਕੁ ਸ਼ਖਸ ਸੀਗੇ ਉਹ ਬਾਹਰ ਹੋ ਗਏ। ਕਿਸਾਨ ਜਥੇਬੰਦੀਆਂ ਨੂੰ ਵੀ ਪਤਾ ਲੱਗ ਗਿਆ ਕਿ ਕਿਹੜਾ ਸਾਡਾ ਸੱਚਾ ਸਾਥੀ ਹੈ, ਕਿਹੜਾ ਜ਼ਰੂਰੀ ਸੀ ਤੁਸੀਂ ਕਹਿੰਦੇ ਹੋ। ਜੀ ਅਮਨ ਅਰੋੜਾ ਜੀ, ਸ਼ੁਕਰੀਆ ਫਿਲਹਾਲ ਇਸ तमाम ਜਾਣਕਾਰੀ ਦੇ ਲਈ, ਗੱਲਬਾਤ ਕਰਨ ਦੇ ਲਈ। ਤਾਂ ਅਮਨ ਅਰੋੜਾ ਆਮ ਆਦਮੀ ਪਾਰਟੀ ਦੇ ਵਿਧਾਇਕ ਕਹਿ ਰਹੇ ਨੇ ਕਿ ਜ਼ਰੂਰੀ ਸੀ ਕਿ ਅਜਿਹਾ ਸਮਾਂ ਰਹਿੰਦਿਆਂ ਹੀ ਜੋ ਹੈ ਉਹ ਸਾਹਮਣੇ ਆ ਗਿਆ ਦੀਪ ਸਿੱਧੂ ਦਾ ਚਿਹਰਾ ਜਾਂ ਫਿਰ ਦੀਪ ਸਿੱਧੂ ਵਰਗੇ ਅਜਿਹੇ ਹੋਰ ਜੋ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਿਲ ਹੋਏ, ਕਿਸਾਨਾਂ ਦੀ ਆੜ ਦੇ ਵਿੱਚ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਉਹਨਾਂ ਦਾ ਜੋ ਚਿਹਰਾ ਹੈ ਉਹ ਨੰਗਾ ਹੋ ਗਿਆ ਸਮੇਂ ਸਿਰ। ਇਹ ਇੱਕ ਗੱਲ ਜੋ ਹੈ ਉਹ ਵਧੀਆ ਰਹੀ ਹੈ, ਪਰ ਦੂਜੇ ਪਾਸੇ ਇਹੀ ਗੱਲ ਬਾਰ-ਬਾਰ ਜੋ ਵਿਰੋਧੀ ਪਾਰਟੀਆਂ ਨੇ ਉਹ ਵੀ ਕਹਿ ਰਹੀਆਂ ਨੇ ਕਿ ਅਜੇ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਸ਼ਾਮਿਲ ਨੇ ਇਸ ਪੂਰੇ ਹੰਗਾਮੇ ਦੇ ਵਿੱਚ। ਪੂਰੀ ਹਿੰਸਾ ਦੇ ਪਿੱਛੇ ਕਿਸ ਦਾ ਹੱਥ ਹੈ, ਕਿਸ ਦੇ ਇਸ਼ਾਰੇ ਤੇ ਸਭ ਕੁਝ ਕੀਤਾ ਗਿਆ ਹੈ, ਉਸ ਦਾ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ। ਫਿਰ ਚਾਹੇ ਉਹ ਦੀਪ ਸਿੱਧੂ ਦੇ ਕੋਲੋਂ ਪਤਾ ਲਗਾਇਆ ਜਾਵੇ ਜਾਂ ਫਿਰ ਹੋਰ ਜਿਹੜੇ ਲੋਕ ਨੇ ਇਸ ਦੇ ਵਿੱਚ ਸ਼ਾਮਿਲ ਉਹਨਾਂ ਦੇ ਕੋਲੋਂ। ਤਾਂ ਫਿਲਹਾਲ ਦੀਪ ਸਿੱਧੂ ਦੀ ਗ੍ਰਿਫਤਾਰੀ ਹੋ ਗਈ ਹੈ। ਕਿੱਥੋਂ ਗ੍ਰਿਫਤਾਰੀ ਹੋਈ ਹੈ ਇਸ ਦੇ ਬਾਰੇ ਪੁਲਿਸ ਥੋੜੀ ਹੀ ਦੇਰ ਦੇ ਵਿੱਚ ਜੋ ਹੈ ਜਾਣਕਾਰੀ ਦੇਵੇਗੀ। ਪ੍ਰੈਸ ਕਾਨਫਰੰਸ ਵੀ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ। ਇਹ ਤਸਵੀਰ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਇਹ ਗ੍ਰਿਫਤਾਰੀ ਤੋਂ ਬਾਅਦ ਦੀਪ ਸਿੱਧੂ ਦੀ ਪਹਿਲੀ ਤਸਵੀਰ ਹੈ। 1 ਲੱਖ ਰੁਪਏ ਦਾ ਇਨਾਮ ਦੀਪ ਸਿੱਧੂ ਤੇ ਰੱਖਿਆ ਗਿਆ ਸੀ, ਇਨਾਮੀ ਮੁਲਜ਼ਮ ਬਣ ਗਿਆ ਸੀ ਦੀਪ ਸਿੱਧੂ। ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਚੰਗਾ ਹੋਇਆ ਹੈ ਦੀਪ ਸਿੱਧੂ ਦੀ ਗ੍ਰਿਫਤਾਰੀ ਹੋ ਗਈ ਹੈ, ਪਰ ਬਹੁਤ ਸਾਰੇ ਲੋਕ ਜਿਹੜੇ ਅੰਦੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੀ ਵੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਤਾਂ ਦੂਜੇ ਪਾਸੇ ਬੀਜੇਪੀ ਕਹਿ ਰਹੀ ਹੈ ਕਿ ਇਹ ਇੱਕ ਸਾਜ਼ਿਸ਼ ਹੈ, ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਬਹੁਤ ਸਾਰੇ ਲੋਕ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ, ਇਸੇ ਲਈ ਉਹਨਾਂ ਦੇ ਵੱਲੋਂ ਅਜਿਹੀਆਂ ਕਾਰਵਾਈਆਂ ਨੂੰ ਜੋ ਹੈ ਉਹ ਸਿਰੇ ਚੜਾਇਆ ਜਾ ਰਿਹਾ ਹੈ। ਤਾਂ ਫਿਲਹਾਲ ਇਸ ਵੇਲੇ ਦੀ ਵੱਡੀ ਖਬਰ ਜੋ ਹੈ ਕਿ ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਦਿੱਲੀ ਹਿੰਸਾ ਦਾ ਮੁਲਜ਼ਮ ਦੀਪ ਸਿੱਧੂ ਜੋ ਲਗਾਤਾਰ 26 ਜਨਵਰੀ ਤੋਂ ਬਾਅਦ ਫਰਾਰ ਦੱਸਿਆ ਜਾ ਰਿਹਾ ਸੀ। ਦੀਪ ਸਿੱਧੂ ਦੀ ਕੋਈ ਜਾਣਕਾਰੀ ਨਹੀਂ ਸੀ, ਮੋਰਚੇ ਦੇ ਵਿੱਚ ਨਹੀਂ ਸ਼ਾਮਿਲ ਸੀ ਕਿਉਂਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਬਾਈਕਾਟ ਕਰ ਦਿੱਤਾ ਗਿਆ, ਮੋਰਚੇ ਤੋਂ ਭਜਾ ਦਿੱਤਾ ਗਿਆ ਦੀਪ ਸਿੱਧੂ ਨੂੰ। ਉਸਦੇ ਭੱਜਦਿਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ। ਤਾਂ ਫਿਲਹਾਲ ਦੀਪ ਸਿੱਧੂ ਦੀ ਗ੍ਰਿਫਤਾਰੀ ਹੋਈ ਹੈ, ਜਿਸ ਤੋਂ ਬਾਅਦ ਹੁਣ ਪੁਲਿਸ ਇਹ ਜਾਣਕਾਰੀ ਦੇਵੇਗੀ ਕਿ ਦੀਪ ਸਿੱਧੂ ਦੀ ਗ੍ਰਿਫਤਾਰੀ ਜੋ ਹੈ ਉਹ ਕਿੱਥੋਂ ਹੋਈ ਹੈ, ਕਿ ਕਿਸੇ ਦੀ ਸੂਚਨਾ ਦੇ ਆਧਾਰ ਤੇ ਹੋਈ ਹੈ ਜਾਂ ਫਿਰ ਜੋ ਦੀਪ ਸਿੱਧੂ ਨੂੰ ਖੁਦ ਹੀ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਆਪਣੀ ਛਾਪੇਮਾਰੀ ਦੇ ਦੌਰਾਨ ਲੱਭਿਆ। ਸਿੱਧਾ ਰੁਖ ਕਰਦੇ ਹਾਂ, ਪੰਕਜ ਕਪਾਹੀ ਸਾਡੇ ਸਹਿਯੋਗੀ ਲਾਈਵ ਜੁੜੇ ਨੇ। ਤਾਂ ਪੰਕਜ, 26 ਜਨਵਰੀ ਤੋਂ ਬਾਅਦ ਲਗਾਤਾਰ ਭਾਲ ਸੀ, ਆਖਿਰਕਾਰ ਦੀਪ ਸਿੱਧੂ ਦੀ ਗ੍ਰਿਫਤਾਰੀ ਹੋ ਗਈ ਹੈ। ਫਿਲਹਾਲ ਕੀ ਕੁਝ ਜਾਣਕਾਰੀ ਮਿਲ ਪਾ ਰਹੀ ਹੈ? बिल्कुल अमृत, जो जानकारी मिल रही है, जो फेसबुक ते वीडियो ਦੀਪ ਸਿੱਧੂ ਵੱਲੋਂ ਪਾਈਆਂ ਜਾ ਰਹੀਆਂ ਸੀਗੀਆਂ, ਉਹ ਦੀਪ ਸਿੱਧੂ ਦੀ ਇੱਕ ਦੋਸਤ ਜੋ ਕੈਲੀਫੋਰਨੀਆ ਦੇ ਵਿੱਚ ਰਹਿੰਦੀ ਹੈ, ਉਹਦੇ ਵੱਲੋਂ ਦੀਪ ਸਿੱਧੂ ਦੇ ਫੇਸਬੁੱਕ ਅਕਾਊਂਟ ਤੇ ਇਹ ਵੀਡੀਓ ਜਿਹੜੀਆਂ ਨੇ ਅਪਲੋਡ ਕੀਤੀਆਂ ਜਾਂਦੀਆਂ ਸੀਗੀਆਂ। ਉਹ ਸ਼ੋਅ ਕੀਤਾ ਜਾਂਦਾ ਸੀ ਕਿ ਦੀਪ ਸਿੱਧੂ ਇੱਥੋਂ ਦੀ ਵੀਡੀਓ ਜਿਹੜੀਆਂ ਅਪਲੋਡ ਕਰ ਰਿਹਾ ਵਾ। ਜਾਣਕਾਰੀ ਦਿੱਲੀ ਪੁਲਿਸ ਵੱਲੋਂ ਇਹ ਮਿਲੀ ਹੈ ਕਿ WhatsApp ਦੇ ਜ਼ਰੀਏ ਇਹ ਵੀਡੀਓ ਜਿਹੜੀਆਂ ਨੇ ਦੀਪ ਸਿੱਧੂ ਕੈਲੀਫੋਰਨੀਆ ਭੇਜਦਾ ਸੀ ਔਰ ਉੱਥੋਂ ਫੇਸਬੁੱਕ ਅਕਾਊਂਟ, ਤਾਂ ਕਿ ਲੋਕੇਸ਼ਨ ਜਿਹੜੀ ਹੈ ਉਹ ਟਰੇਸ ਨਾ ਹੋ ਸਕੇ ਔਰ ਇੱਕ ਵੱਡੀ ਚੁਣੌਤੀ ਬਣੀ ਰਹੇ, ਕਿਉਂਕਿ ਲਗਾਤਾਰ ਦੀਪ ਸਿੱਧੂ ਕਦੀ ਇਹ ਕਹਿੰਦਾ ਸੀ ਕਿ ਮੈਂ ਸਿੰਘੂ ਬਾਰਡਰ ਤੋਂ ਅੱਧੇ ਘੰਟੇ ਦੀ ਦੂਰੀ ਤੇ ਹਾਂ ਔਰ ਮੈਂ ਗ੍ਰਿਫਤਾਰ ਹੋਣ ਤੋਂ ਡਰਦਾ ਨਹੀਂ ਹੈ। ਲੇਕਿਨ ਦੀਪ ਸਿੱਧੂ ਆਪਣੀ ਲੋਕੇਸ਼ਨ ਲਗਾਤਾਰ ਬਦਲ ਰਿਹਾ ਸੀਗਾ। ਦਿੱਲੀ ਪੁਲਿਸ ਲਗਾਤਾਰ ਉਸ ਦੇ ਨਾਲ ਸੰਪਰਕ ਵਿੱਚ ਜਿਹੜੇ ਲੋਕ ਸੀ ਉਹਦੇ ਤੇ ਨਜ਼ਰ ਜਿਹੜੀ ਹੈ ਉਹ ਕੱਸੀ ਹੋਈ ਸੀਗੀ ਔਰ ਦਿੱਲੀ ਦੀ ਸਪੈਸ਼ਲ ਸੈੱਲ ਨੇ ਇੱਕ ਟੀਮ ਬਣਾਈ ਹੋਈ ਸੀਗੀ ਔਰ ਉਸ ਵੱਲੋਂ ਦੇਰ ਰਾਤ ਨੂੰ ਗ੍ਰਿਫਤਾਰੀ ਹੋਈ ਹੈ ਔਰ ਹੁਣ ਅੱਜ ਜਿਹੜਾ ਵਾ ਕੋਰਟ ਪੇਸ਼ ਕੀਤਾ ਜਾਏਗਾ ਦੀਪ ਸਿੱਧੂ ਨੂੰ ਦੁਪਹਿਰ ਬਾਅਦ ਔਰ ਕੋਰਟ ਪੇਸ਼ ਕਰਨ ਤੋਂ ਬਾਅਦ ਕਸਟਡੀ ਜਿਹੜੀ ਹੈ ਉਹ ਦੀਪ ਸਿੱਧੂ ਦੀ ਮੰਗੀ ਜਾਏਗੀ, ਕਿਉਂਕਿ 1 ਲੱਖ ਰੁਪਏ ਤੱਕ ਦਾ ਇਨਾਮ ਦੀਪ ਸਿੱਧੂ ਹੋਰਾਂ ਦੇ ਉੱਤੇ ਰੱਖਿਆ ਗਿਆ ਸੀਗਾ ਔਰ 26 ਜਨਵਰੀ ਨੂੰ ਜੋ ਕੁਝ ਹੋਇਆ ਉਸ ਦੀ ਤਸਵੀਰ ਜਿਹੜੀ ਹੈ ਉਹ 25 ਦੀ ਰਾਤ ਸਿੰਘੂ ਬਾਰਡਰ ਦੀ ਸਟੇਜ ਤੋਂ ਕੱਢਣੀ ਸ਼ੁਰੂ ਹੋ ਚੁੱਕੀ ਸੀਗੀ ਔਰ 25 ਜਨਵਰੀ ਨੂੰ ਦੀਪ ਸਿੱਧੂ ਤੇ ਲੱਖਾ ਸਿਧਾਣਾ ਸਟੇਜ ਤੇ ਮੌਜੂਦ ਸੀ। ਲਗਾਤਾਰ ਨੌਜਵਾਨਾਂ ਨੂੰ ਉਕਸਾਇਆ ਜਾ ਰਿਹਾ ਸੀਗਾ, ਇਹ ਕਿਹਾ ਜਾ ਰਿਹਾ ਸੀਗਾ ਕਿ ਜੋ ਦਿੱਲੀ ਪੁਲਿਸ ਨੇ ਰਸਤਾ ਦਿੱਤਾ ਵਾ, ਜੋ ਕਿਸਾਨ ਜਥੇਬੰਦੀਆਂ ਨੇ ਤੈਅ ਕੀਤਾ ਵਾ, ਅਗਰ ਉਸ ਨੂੰ ਛੱਡ ਕੇ ਆਊਟਰ ਰਿੰਗ ਰੋਡ ਵਾਲੇ ਪਾਸੇ ਜਾਵਾਂਗੇ। ਔਰ ਇਹ ਵੀ ਨਜ਼ਰ ਆਇਆ ਸੀ ਦੀਪ ਸਿੱਧੂ ਫੇਸਬੁੱਕ ਲਾਈਵ ਹੋ ਕੇ ਲਾਲ ਕਿਲੇ ਦੇ ਉੱਤੇ ਕੇਸਰੀ ਝੰਡਾ ਜਿਹੜਾ ਉਹ ਫਹਿਰਾ ਰਿਹਾ ਸੀਗਾ ਔਰ ਉਸ ਤੋਂ ਬਾਅਦ ਦੀਪ ਸਿੱਧੂ ਜਦੋਂ ਸਿੰਘੂ ਬਾਰਡਰ ਪਹੁੰਚਿਆ ਤਾਂ ਉੱਥੇ ਦੀਪ ਸਿੱਧੂ ਦਾ ਦੱਬ ਕੇ ਵਿਰੋਧ ਹੋਇਆ ਔਰ ਦੀਪ ਸਿੱਧੂ ਨੂੰ ਮੋਟਰਸਾਈਕਲ ਲੈ ਕੇ ਭੱਜਣਾ ਪਿਆ। ਉਸ ਤੋਂ ਬਾਅਦ ਦੀਪ ਸਿੱਧੂ ਲਗਾਤਾਰ ਫੇਸਬੁੱਕ ਪੋਸਟ ਪਾਉਂਦਾ ਰਿਹਾ, ਲੇਕਿਨ ਇਹ ਪੋਸਟ ਜਿਹੜੀ ਹੈ ਫੇਸਬੁੱਕ ਤੇ ਜੋ ਵੀ ਵੀਡੀਓ ਪਾਉਂਦਾ ਸੀ ਉਹ ਜਾਣਕਾਰੀ ਮਿਲ ਰਹੀ ਹੈ ਕਿ ਕੈਲੀਫੋਰਨੀਆ ਦੇ ਵਿੱਚ ਦੀਪ ਸਿੱਧੂ ਦੀ ਇੱਕ ਮਹਿਲਾ ਦੋਸਤ ਸੀ, ਉਸ ਦੇ ਵੱਲੋਂ ਇਹ ਪੋਸਟ ਜਿਹੜੀਆਂ ਨੇ ਉਹ ਪਾਈਆਂ ਜਾਂਦੀਆਂ ਸੀ ਤਾਂ ਕਿ ਲੋਕੇਸ਼ਨ ਜਿਹੜੀ ਉਹ ਟਰੇਸ ਨਾ ਹੋ ਸਕੇ। ਲੇਕਿਨ ਵੱਖ-ਵੱਖ ਟੀਮਾਂ ਜਿਹੜੀਆਂ ਉਹ ਦਿੱਲੀ ਪੁਲਿਸ ਦੀਆਂ ਬਣੀਆਂ ਹੋਈਆਂ ਸੀਗੀਆਂ ਔਰ 1 ਲੱਖ ਰੁਪਏ ਤੱਕ ਦਾ ਇਨਾਮ ਜਿਹੜਾ ਵਾ ਦੀਪ ਸਿੱਧੂ ਦੀ ਅਗਰ ਕੋਈ ਜਾਣਕਾਰੀ ਦੇਗਾ ਤੇ ਉਸ ਬਾਰੇ ਰੱਖਿਆ ਗਿਆ ਸੀ। ਹਾਲਾਂਕਿ ਅਜੇ ਤੱਕ ਦਿੱਲੀ ਪੁਲਿਸ ਨੇ ਇਸ ਮੁਤਲਕ ਜਾਣਕਾਰੀ ਨਹੀਂ ਦਿੱਤੀ ਕਿ ਗ੍ਰਿਫਤਾਰੀ ਕਿਹੜੀ ਥਾਂ ਤੋਂ ਹੋਈ ਹੈ, ਕਿ ਪੰਜਾਬ ਤੋਂ ਗ੍ਰਿਫਤਾਰੀ ਹੋਈ ਹੈ ਕਿ ਹਰਿਆਣੇ ਤੋਂ ਗ੍ਰਿਫਤਾਰੀ ਹੋਈ ਹੈ, ਇਸ ਮੁਤਲਕ ਜਾਣਕਾਰੀ ਨਹੀਂ ਦਿੱਤੀ ਗਈ। ਲੇਕਿਨ ਦੇਰ ਰਾਤ ਨੂੰ ਗ੍ਰਿਫਤਾਰੀ ਜਿਹੜੀ ਉਹ ਦੀਪ ਸਿੱਧੂ ਦੀ ਕੀਤੀ ਗਈ ਔਰ ਅੱਜ ਕੋਰਟ ਪੇਸ਼ ਜਿਹੜਾ ਉਹ ਦੀਪ ਸਿੱਧੂ ਨੂੰ ਕੀਤਾ ਜਾਏਗਾ। ਬਿਲਕੁਲ ਪੰਕਜ, ਤਾਂ ਦੀਪ ਸਿੱਧੂ ਦੀ ਗ੍ਰਿਫਤਾਰੀ ਦੇ ਨਾਲ ਹੀ ਜੋ ਹੈ ਉਹ ਸਿਆਸਤ ਵੀ ਭਖ ਗਈ ਹੈ। ਤਾਂ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਚੰਗਾ ਹੋਇਆ, ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਸੀ ਕਿ ਦੀਪ ਸਿੱਧੂ ਹੀ ਇਸ ਪੂਰੇ ਮਾਮਲੇ ਦੇ ਲਈ ਜ਼ਿੰਮੇਵਾਰ ਹੈ, ਬੀਜੇਪੀ ਦਾ ਪਲਾਂਟਡ ਕੀਤਾ ਹੋਇਆ ਬੰਦਾ ਹੈ, ਜਦਕਿ ਦੂਜੇ ਪਾਸੇ ਬੀਜੇਪੀ ਕਹਿ ਰਹੀ ਹੈ ਕਿ ਅਜਿਹੇ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਇੱਕ ਇੱਕ ਕਰਕੇ ਹੁਣ ਸਾਹਮਣੇ ਆਉਣਗੇ। ਬਿਲਕੁਲ ਅੰਮ੍ਰਿਤ, ਇਸ ਦੀ ਵੱਡੀ ਵਜ੍ਹਾ ਇਹ ਹੈ ਕਿ ਦੀਪ ਸਿੱਧੂ ਚਰਚਾ 'ਚ ਕਦੋਂ ਆਇਆ। ਦੀਪ ਸਿੱਧੂ ਚਰਚਾ 'ਚ ਉਸ ਵੇਲੇ ਆਇਆ ਸੀ ਜਦੋਂ 2019 ਦੀ ਲੋਕ ਸਭਾ ਚੋਣ ਦੇ ਲਈ ਗੁਰਦਾਸਪੁਰ ਤੋਂ ਨਾਮ ਸੰਨੀ ਦਿਓਲ ਦਾ ਹੈ, ਬੀਜੇਪੀ ਦੀ ਟਿਕਟ ਤੋਂ ਚੋਣ ਲੜਿਆ ਔਰ ਸੰਨੀ ਦਿਓਲ ਪਰਿਵਾਰ ਨਾਲ ਇੱਕ ਗਹਿਰਾ ਰਿਸ਼ਤਾ ਜਿਹੜਾ ਉਹ ਦੀਪ ਸਿੱਧੂ ਦਾ ਰਿਹਾ। ਸਾਰੀ ਕੈਂਪੇਨ ਜਿਹੜੀ ਉਹ ਦੀਪ ਸਿੱਧੂ ਨੇ ਸੰਭਾਲੀ ਸੀਗੀ ਔਰ ਜਦੋਂ ਸੰਨੀ ਦਿਓਲ ਦੀ ਐਂਟਰੀ ਬੀਜੇਪੀ ਦੇ ਵਿੱਚ ਹੋਈ ਸੀ ਤਾਂ ਉਸ ਵੇਲੇ ਪ੍ਰਧਾਨ ਮੰਤਰੀ ਨਾਲ, ਹੋਮ ਮਿਨਿਸਟਰ ਦੇ ਨਾਲ ਤਸਵੀਰਾਂ ਜਿਹੜੀਆਂ ਹੁਣ ਜਨਤਕ ਹੋ ਰਹੀਆਂ ਉਸ ਵੇਲੇ ਦੀਆਂ 2019 ਦੀਆਂ ਤਸਵੀਰਾਂ। ਲੇਕਿਨ ਚੋਣਾਂ ਤੋਂ ਬਾਅਦ ਦੀਪ ਸਿੱਧੂ ਦਾ ਨਜ਼ਰੀਆ ਬਦਲਿਆ। ਚੋਣਾਂ ਤੋਂ ਬਾਅਦ ਅਸੀਂ ਦੇਖਿਆ ਜਦੋਂ ਕਿਸਾਨੀ ਮੂਵਮੈਂਟ ਸ਼ੁਰੂ ਹੋਈ ਅੱਜ ਤੋਂ 6 ਮਹੀਨੇ ਪਹਿਲਾਂ, ਤਾਂ ਉਸ ਵੇਲੇ ਦੀਪ ਸਿੱਧੂ ਕਿਸਾਨੀ ਮੂਵਮੈਂਟ ਦੇ ਨਾਲ ਜੁੜਿਆ, ਸੰਨੀ ਦਿਓਲ ਪਰਿਵਾਰ ਨਾਲ ਨਾਤਾ ਤੋੜ ਦਿੱਤਾ। ਸੰਨੀ ਦਿਓਲ ਲਗਾਤਾਰ ਟਵੀਟ ਕਰਦਾ ਨਜ਼ਰ ਆਇਆ ਕਿ ਦੀਪ ਸਿੱਧੂ ਨਾਲ ਉਹਨਾਂ ਦਾ ਤੇ ਉਹਨਾਂ ਦੇ ਪਰਿਵਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ। ਸੰਨੀ ਦਿਓਲ ਨੇ ਲਗਾਤਾਰ ਟਵੀਟ ਕੀਤੇ ਔਰ ਦੀਪ ਸਿੱਧੂ ਇਹ ਕਿਹਾ ਜਾਂਦਾ ਹੈ ਕਿ ਯੂਥ ਨੂੰ ਜਿਹੜਾ ਵੈ ਉਹ ਯੂਥ ਉਹਨਾਂ ਦੀ ਗੱਲ ਮੰਨਦਾ।
ਤਾਂ ਇਸੇ ਵਜ੍ਹਾ ਕਰਕੇ ਜੋ 26 ਜਨਵਰੀ ਦੀ ਤਸਵੀਰ ਸੀਗੀ, ਜਿਸ ਤਰੀਕੇ ਨਾਲ ਆਊਟਰ ਰਿੰਗ ਰੋਡ ਤੇ ਪਹੁੰਚ ਗਿਆ ਯੂਥ, ਔਰ ਉਸ ਤੋਂ ਬਾਅਦ ਲਾਲ ਕਿਲੇ ਵਾਲੇ ਪਾਸੇ, ਔਰ ਲਾਲ ਕਿਲੇ ਜੋ ਐਂਟਰੀ ਹੋਈ ਸੀ ਉਹ ਸਿਰਫ ਸਿੰਘੂ ਬਾਰਡਰ ਦੀ ਨਹੀਂ ਸੀ, ਬਲਕਿ ਗਾਜ਼ੀਪੁਰ ਵੱਲੋਂ ਵੀ ਕਿਸਾਨ ਜਿਹੜੇ ਨੇ ਉਹ ਪਹੁੰਚੇ ਸੀਗੇ। ਕਿਸਾਨ ਕਹੀਏ ਜਾਂ ਫਿਰ ਅੰਦੋਲਨਕਾਰੀ ਕਹੀਏ, ਜਿਹੜੇ ਮਾਹੌਲ ਨੂੰ ਡਿਸਟਰਬ ਕਰਨਾ ਚਾਹੁੰਦੇ ਸੀ, ਕਿਉਂਕਿ ਕਿਸਾਨ ਜਥੇਬੰਦੀਆਂ ਕਹਿ ਰਹੀ ਹੈ ਕਿ ਜੋ ਮੂਵਮੈਂਟ ਬਣੀ ਸੀ 26 ਜਨਵਰੀ ਤੋਂ ਪਹਿਲਾਂ, ਜੋ ਮੂਵਮੈਂਟ ਸਰਕਾਰ ਦੇ ਉੱਤੇ ਦਬਾਅ ਸੀ, ਜੋ ਪੂਰੀ ਦੁਨੀਆ ਤੋਂ ਕਿਸਾਨੀ ਅੰਦੋਲਨ ਨੂੰ ਰਿਸਪੌਂਸ ਮਿਲ ਰਿਹਾ ਸੀ, ਲੇਕਿਨ 26 ਜਨਵਰੀ ਨੂੰ ਜੋ ਕੁਝ ਹੋਇਆ, ਜਿਸ ਦਾ ਮੁੱਖ ਮੁਜਰਮ ਦੀਪ ਸਿੱਧੂ ਦੱਸਿਆ ਜਾਂਦਾ ਵਾ, ਉਸ ਦੀ ਵਜ੍ਹਾ ਕਰਕੇ ਕਿਸਾਨੀ ਅੰਦੋਲਨ ਨੂੰ ਢਾਹ ਲੱਗੀ ਹੈ। ਔਰ ਇਸੇ ਵਜ੍ਹਾ ਕਰਕੇ ਕਿਸਾਨ ਜਥੇਬੰਦੀਆਂ ਵੱਲੋਂ ਦੀਪ ਸਿੱਧੂ ਨੂੰ ਗੱਦਾਰ ਤੱਕ ਘੋਸ਼ਿਤ ਕਰ ਦਿੱਤਾ, ਔਰ ਇਹ ਕਿਹਾ ਕਿ ਪਿੱਠ 'ਚ ਛੁਰਾ ਜਿਹੜਾ ਵਾ ਕਿਸਾਨੀ ਦੇ ਦੀਪ ਸਿੱਧੂ ਨੇ ਮਾਰਿਆ ਵਾ। ਦੀਪ ਸਿੱਧੂ ਲਗਾਤਾਰ ਆਪਣੀਆਂ ਸਫਾਈਆਂ ਸਾਡੇ ਨਾਲ ਇਸ ਵੱਡੀ ਖਬਰ ਤੇ ਲਗਾਤਾਰ ਨਜ਼ਰ ਬਣੀ ਹੈ। ਫਿਰ ਤੋਂ ਤੁਹਾਡਾ ਰੁਖ ਕਰਦੇ ਹਾਂ। ਫਿਲਹਾਲ ਵਿਰਸਾ ਸਿੰਘ ਵਲਟੋਆ ਸਾਡੇ ਨਾਲ ਜੁੜ ਗਏ ਨੇ, ਅਕਾਲੀ ਆਗੂ ਨੇ। ਤੇ ਵਿਰਸਾ ਸਿੰਘ ਵਲਟੋਆ ਜੀ, ਦੀਪ ਸਿੱਧੂ ਦੀ ਗ੍ਰਿਫਤਾਰੀ ਹੋ ਗਈ ਹੈ, ਕਿਸ ਤਰ੍ਹਾਂ ਦੇਖਦੇ ਹੋ? ਪਹਿਲਾ ਪ੍ਰਤੀਕਰਮ ਤੁਹਾਡਾ। ਦੇਖੋ, ਸਭ ਤੋਂ ਪਹਿਲੀ ਤੇ ਗੱਲ ਹੈ ਕਿ ਕਿਸਾਨ ਅੰਦੋਲਨ ਜਿਹੜਾ ਹਿੰਦੁਸਤਾਨ ਦਾ ਨਹੀਂ ਦੁਨੀਆ ਦਾ ਜਿਹਨੇ ਇਤਿਹਾਸ ਸਿੱਧ ਕੇ ਰੱਖ ਦਿੱਤਾ ਸੀ, ਗਿਣਤੀ ਪੱਖੋਂ, ਜਾਬਤੇ ਪੱਖੋਂ, ਸ਼ਾਂਤੀ ਪੱਖੋਂ, ਔਰ ਉਸ ਅੰਦੋਲਨ ਨੂੰ ਢਾਹ ਲੱਗੀ। ਉਹ ਜਿਹੜੀ ਢਾਹ ਲੱਗੀ ਹੈ, ਚਾਹੇ ਦਿੱਲੀ ਪੁਲਿਸ, ਕੇਂਦਰ ਸਰਕਾਰ, ਜਿਹੜੀ ਦਿੱਲੀ ਦੇ ਵਿੱਚ ਹੋਈ ਹਿੰਸਾ ਆ ਜਾਂ ਜੋ ਕੁਝ ਲਾਲ ਕਿਲੇ ਤੇ ਵਾਪਰਿਆ ਹੈ, ਉਹਦੇ ਵਾਸਤੇ ਉਹਨੇ ਦੋਸ਼ੀ ਨਾਮਜ਼ਦ ਕੀਤੇ ਨੇ। ਪਰ ਮੈਨੂੰ ਜਾਂ ਮੇਰੇ ਵਰਗਿਆਂ ਨੂੰ ਸਾਰਿਆਂ ਨੂੰ ਸਭ ਤੋਂ ਵੱਡਾ ਦੁੱਖ ਹੈ ਕਿ ਉਹ ਸਾਰਾ ਕੁਝ ਵਾਪਰਨ ਕਰਕੇ ਕਿਸਾਨੀ ਅੰਦੋਲਨ ਨੂੰ, ਜਿਹੜਾ ਜ਼ਿੰਦਗੀ ਤੇ ਮੌਤ ਦਾ ਸਵਾਲ ਬਣ ਚੁੱਕਾ ਹੈ ਕਿਸਾਨਾਂ ਵਾਸਤੇ, ਉਹਨੂੰ ਬਹੁਤ ਵੱਡੀ ਢਾਹ ਲੱਗੀ ਸੀ। ਹੁਣ ਇਹ ਕੀ ਗੱਲ, ਜਿਹੜੀ ਗ੍ਰਿਫਤਾਰੀ ਹੋਈ ਹੈ ਜਾਂ ਜਿਹੜੇ ਗ੍ਰਿਫਤਾਰ ਕੀਤੇ ਜਾ ਰਹੇ ਨੇ, ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਦੀਪ ਸਿੱਧੂ ਬਾਰੇ ਮੈਂ ਨਹੀਂ ਕਹਿ ਰਿਹਾ ਜਾਂ ਅਸੀਂ ਨਹੀਂ ਕਹਿ ਰਹੇ, ਉਹ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨ ਕਹਿ ਰਹੇ ਨੇ ਕਿ ਇਹਨੂੰ ਜਿਹੜਾ ਸਾਡੇ ਵਿੱਚ ਪਲਾਂਟ ਕੀਤਾ ਗਿਆ ਹੈ, ਔਰ ਚਰਚਾ ਵੀ ਹੈ। ਉਹ ਚਰਚਾ ਆਪਣੀ ਥਾਂ ਤੇ ਹੈ, ਪਰ ਸਾਡੀ ਇੱਕੋ ਗੱਲ ਹੈ ਕਿ ਕਾਨੂੰਨ ਨੂੰ ਆਪਣੇ ਮੁਤਾਬਕ ਕੰਮ ਕਰਨਾ ਚਾਹੀਦਾ ਹੈ। ਜੇ ਕਿਸੇ ਨੇ ਗੁਨਾਹ ਕੀਤਾ ਆ ਤੇ ਠੀਕ ਹੈ ਕਿ ਉਹਨੂੰ ਕਟਹਿਰੇ 'ਚ ਖੜਾ ਕਰਨਾ ਚਾਹੀਦਾ ਹੈ, ਪਰ ਜਿਸ ਤਰ੍ਹਾਂ ਦੇ ਹਾਲਾਤ ਉੱਥੇ ਦਿੱਲੀ ਪੁਲਿਸ ਨੇ, ਕੇਂਦਰ ਸਰਕਾਰ ਨੇ ਪੈਦਾ ਕੀਤੇ ਨੇ, ਜਿਹੜੇ ਇਨੋਸੈਂਟ ਨੌਜਵਾਨ ਕਿਸਾਨ, ਦਿੱਲੀ ਪੁਲਿਸ ਨੇ ਰਸਤਾ ਦਿੱਤਾ, ਦਿੱਲੀ ਪੁਲਿਸ ਨੇ ਕਿਸੇ ਤਰ੍ਹਾਂ ਦੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਉਹ ਅਣਜਾਣ ਰਾਹਾਂ ਤੋਂ ਅੱਗੇ ਵਧਦੇ ਗਏ, ਉਹਨਾਂ ਨੂੰ ਜਿਹੜਾ ਆ ਕੇਸਾਂ ਦੇ ਵਿੱਚ ਫਸਾ ਦਿੱਤਾ ਗਿਆ। ਉਹ ਜ਼ਿਆਦਤੀ ਹੈ, ਉਹ ਰਿਹਾ ਹੋਣਾ ਚਾਹੀਦਾ ਆ। ਔਰ ਸਾਡੀ ਤਾਂ ਸਿੱਧੀ ਜੀ ਮੰਗ ਇਹੀ ਹੈ। ਔਰ ਜਿਹੜੇ ਵੀ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਵਾਲੇ ਲੋਕ ਨੇ, ਕੇਂਦਰ ਸਰਕਾਰ ਦੀ ਕਿਸੇ ਨਾ ਕਿਸੇ ਰੂਪ 'ਚ ਉਹ ਸ਼ਾਸਨ ਨਜ਼ਰ ਆਉਂਦੀ ਹੈ, ਤੇ ਸ਼ਾਸੀ ਬੰਦੇ ਨੇ ਜ਼ਰੂਰ ਉੱਥੇ ਪਲਾਂਟ ਕੀਤੇ ਸੀ। ਦੀਪ ਸਿੱਧੂ ਦਾ ਉਹਦੇ 'ਚ ਕੀ ਰੋਲ ਹੈ, ਇਹ ਕਿਸਾਨ ਜਥੇਬੰਦੀਆਂ ਦੱਸ ਰਹੀਆਂ ਨੇ, ਔਰ ਸਾਡੇ ਕਹਿਣ ਕਹਾਉਣ ਦੀ ਤਾਂ ਲੋੜ ਹੀ ਕੋਈ ਨਹੀਂ। ਜੀ ਵਿਰਸਾ ਸਿੰਘ ਵਲਟੋਆ ਜੀ, ਸ਼ੁਕਰੀਆ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਜੁੜਨ ਦੇ ਲਈ। ਤਾਂ ਫਿਲਹਾਲ ਅਕਾਲੀ ਦਲ ਕਹਿ ਰਿਹਾ ਕਿ ਦੀਪ ਸਿੱਧੂ ਚਾਹੇ ਹੋਰ ਵੀ ਬੜੇ ਸਾਰੇ ਲੋਕ ਨੇ ਜਿਹੜੇ ਅੰਦੋਲਨ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਢਾਹ ਲੱਗੀ ਵੀ ਜ਼ਰੂਰ ਹੈ। ਉਹਨਾਂ ਕਿਹਾ ਕਿ 26 ਜਨਵਰੀ ਨੂੰ ਜੋ ਵਾਕਿਆ ਹੋਇਆ ਉਸ ਦੇ ਨਾਲ ਅੰਦੋਲਨ ਨੂੰ ਢਾਹ ਜ਼ਰੂਰ ਲੱਗੀ ਹੈ, ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪੰਕਜ ਕਪਾਹੀ ਸਾਡੇ ਸਹਿਯੋਗੀ ਲਗਾਤਾਰ ਜੁੜੇ ਹੋਏ ਨੇ। ਤਾਂ ਪੰਕਜ, ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਗੱਲ ਜਿਹੜੀ ਲਗਾਤਾਰ ਹਰ ਸਿਆਸੀ ਆਗੂ ਦੀ ਜ਼ੁਬਾਨ ਤੇ ਹੈ, ਉਹ ਕਿਸਾਨ ਜਥੇਬੰਦੀਆਂ ਵੀ, ਹਾਲਾਂਕਿ ਬਹੁਤ ਸਾਰੇ ਆਮ ਲੋਕ ਵੀ ਉਸ ਤੇ ਸਵਾਲ ਖੜੇ ਕਰ ਰਹੇ ਸੀ। ਦਿੱਲੀ ਪੁਲਿਸ ਦੀ ਭੂਮਿਕਾ ਲਗਾਤਾਰ ਜੋ ਹੈ ਉਹ ਸਵਾਲਾਂ ਦੇ ਘੇਰੇ ਵਿੱਚ ਜ਼ਰੂਰ ਹੈ ਕਿ ਆਖਿਰਕਾਰ ਲਾਲ ਕਿਲੇ ਵਰਗੀ ਜਗ੍ਹਾ ਤੇ, ਖਾਸ ਤੌਰ ਤੇ 26 ਜਨਵਰੀ ਵਾਲੇ ਦਿਨ, ਗਣਤੰਤਰ ਦਿਵਸ ਵਾਲੇ ਦਿਨ, ਇਸ ਤਰ੍ਹਾਂ ਇੱਕ ਕਾਫਿਲਾ ਪਹੁੰਚ ਜਾਂਦਾ ਹੈ ਤਾਂ ਦਿੱਲੀ ਪੁਲਿਸ ਉੱਥੇ ਖੜੀ ਖੜੋਤੀ ਰਹਿ ਜਾਂਦੀ ਹੈ। ਬਿਲਕੁਲ, ਲਗਾਤਾਰ ਇਹ ਵੀ ਇੱਕ ਚਰਚਾ ਦਾ ਵਿਸ਼ਾ ਰਿਹਾ ਹੈ ਕਿ ਦਿੱਲੀ ਪੁਲਿਸ ਨੇ ਉਸ ਵੇਲੇ ਐਕਸ਼ਨ ਕਿਉਂ ਨਹੀਂ ਲਿੱਤਾ, ਔਰ ਦਿੱਲੀ ਪੁਲਿਸ ਵੱਲੋਂ ਜਾਂ ਬੀਜੇਪੀ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਉਸ ਵੇਲੇ ਅਗਰ ਕੋਈ ਐਕਸ਼ਨ ਲਿੱਤਾ ਜਾਂਦਾ, ਉਸ ਵੇਲੇ ਅਗਰ ਕੋਈ ਗੋਲੀ ਚਲਾਈ ਜਾਂਦੀ ਤਾਂ ਹਾਲਾਤ ਹੋਰ ਜ਼ਿਆਦਾ ਵਿਗੜ ਸਕਦੇ ਸੀਗੇ। ਔਰ ਜਿਸ ਤਰੀਕੇ ਨਾਲ ਭੀੜ ਦੇ ਵਿੱਚ ਗੁੱਸਾ ਸੀ, ਔਰ ਉਸ ਵੇਲੇ ਹਾਲਾਤਾਂ ਨੂੰ ਕੰਟਰੋਲ 'ਚ ਕਰਨ ਦੇ ਲਈ ਕੋਈ ਵੀ ਆਰਡਰ ਜਿਹੜਾ ਵਾ ਉਹ ਨਹੀਂ ਦਿੱਤਾ ਗਿਆ। ਔਰ ਇਸੇ ਕਰਕੇ ਤਸਵੀਰਾਂ ਵੀ ਇਹ ਸਾਹਮਣੇ ਆਈਆਂ ਕਿ ਦਿੱਲੀ ਪੁਲਿਸ ਨੇ ਜ਼ਿਆਦਾ ਕੋਈ ਕਾਰਵਾਈ ਜਿਹੜੀ ਹੈ ਉਹ ਨਹੀਂ ਕੀਤੀ, ਜ਼ਿਆਦਾ ਕੋਈ ਐਕਸ਼ਨ ਨਹੀਂ ਲਿੱਤਾ, ਚਾਹੇ ਲਾਲ ਕਿਲੇ ਦੇ ਅੰਦਰ ਹੋਵੇ ਜਾਂ ਫਿਰ ਜਿਹੜਾ ਇੱਕ ਕਰਨਾਲ ਬਾਈਪਾਸ ਦੇ ਕੋਲ ਸੱਜੇ ਪਾਸੇ ਮੁੜਨ ਦਾ ਇੱਕ ਰੂਟ ਤੈਅ ਕੀਤਾ ਗਿਆ ਸੀ, ਉਦੋਂ
ਜਦੋਂ ਉਹ ਰੂਟ ਟੁੱਟਿਆ ਤਾਂ ਇਹ ਦੇਖਣ 'ਚ ਆਇਆ ਸੀ ਕਿ ਦਿੱਲੀ ਪੁਲਿਸ ਵੱਲੋਂ ਕੋਈ ਐਕਸ਼ਨ ਨਹੀਂ ਲਿੱਤਾ ਗਿਆ। ਸਵਾਲ ਜ਼ਰੂਰ ਖੜੇ ਹੁੰਦੇ ਆ, ਲੇਕਿਨ ਦਿੱਲੀ ਪੁਲਿਸ ਦੇ ਆਪਣੇ ਤਰਕ ਹੈ, ਸਰਕਾਰ ਦੇ ਆਪਣੇ ਤਰਕ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਉਸ ਵੇਲੇ ਅਗਰ ਗੋਲੀ ਚਲਾਈ ਹੁੰਦੀ, ਉਸ ਵੇਲੇ ਅਗਰ ਕੁਝ ਅਜਿਹਾ ਮਾਹੌਲ ਕੀਤਾ ਹੁੰਦਾ ਤਾਂ ਹਾਲਾਤ ਹੱਦ ਤੋਂ ਜ਼ਿਆਦਾ ਵਿਗੜ ਸਕਦੇ ਸੀਗੇ। ਇਸ ਕਰਕੇ ਦਿੱਲੀ ਪੁਲਿਸ ਨੂੰ ਜਿਹੜਾ ਵਾ ਉਹ ਨਹੀਂ ਲੈਣਾ ਪਿਆ। ਲੇਕਿਨ ਦੀਪ ਸਿੱਧੂ ਹੀ ਚਰਚਾ ਦਾ ਵਿਸ਼ਾ ਕਿਉਂ ਬਣ ਰਿਹਾ? ਲਗਾਤਾਰ ਦੀਪ ਸਿੱਧੂ ਦੇ ਉੱਤੇ ਹੀ ਸਵਾਲ ਕਿਉਂ ਖੜੇ ਹੋ ਰਹੇ? ਉਸ ਦੀ ਵੱਡੀ ਵਜ੍ਹਾ ਦੋ ਨੇ ਅੰਮ੍ਰਿਤ। ਇੱਕ ਤਾਂ 25 ਦੀ ਰਾਤ 25 ਤਰੀਕ ਨੂੰ ਸ਼ਾਮ 6 ਵਜੇ ਦੇ ਕਰੀਬ ਸਿੰਘੂ ਬਾਰਡਰ ਦੇ ਉੱਤੇ ਦੋ ਸਟੇਜਾਂ ਨੇ। ਇੱਕ ਸਟੇਜ ਸੰਯੁਕਤ ਕਿਸਾਨ ਮੋਰਚੇ ਦੀ ਹੈ ਔਰ ਇੱਕ ਸਟੇਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਧੇਰ ਹੋਰਾਂ ਦੀ ਹੈ। ਔਰ ਸ਼ਾਮ 6 ਵਜੇ ਤੋਂ ਬਾਅਦ ਇਹ ਦੇਖਣ 'ਚ ਆਇਆ ਸੀ ਕਿ ਸਟੇਜ ਦੇ ਉੱਤੇ ਦੀਪ ਸਿੱਧੂ, ਲੱਖਾ ਸਿਧਾਣਾ, ਉਹ ਲਗਾਤਾਰ ਉੱਥੇ ਜਿਹੜੇ ਨੌਜਵਾਨ ਸੀਗੇ ਉਹਨਾਂ ਨੂੰ ਅਟਰੈਕਟ ਕਰ ਰਹੇ ਸੀ, ਉਹਨਾਂ ਨਾਲ ਗੱਲਬਾਤ ਕਰ ਰਹੇ ਸੀਗੇ। ਔਰ ਉੱਥੋਂ ਸਟੇਜ ਤੋਂ ਥੱਲੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਅਸੀਂ ਦਿੱਲੀ ਦੇ ਅੰਦਰ ਐਂਟਰ ਹੋਵਾਂਗੇ, ਅਸੀਂ ਦਿੱਲੀ ਪੁਲਿਸ ਦਾ ਜੋ ਰੂਟ ਮੈਪ ਹੈ ਉਹ ਅਸੀਂ ਫੋਲੋ ਨਹੀਂ ਕਰਾਂਗੇ। ਤਾਂ ਉਸ ਵੇਲੇ ਦੀਪ ਸਿੱਧੂ, ਲੱਖਾ ਸਿਧਾਣਾ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਸੀਗੇ ਕਿ ਅਗਰ ਤੁਹਾਨੂੰ ਇਹ ਮਨਜ਼ੂਰ ਹੈ ਤਾਂ ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬੈਰੀਕੇਡ ਤੋੜੇਗੀ ਤਾਂ ਮਗਰ ਚਲੇ ਜਾਈਓ। ਔਰ ਉਹੀ ਤਸਵੀਰ ਨਜ਼ਰ ਆਈ। ਔਰ ਇਹ ਕਿਹਾ ਗਿਆ ਕਿ 1.5 ਘੰਟਾ ਜਿਹੜਾ ਉੱਥੇ ਉਕਸਾਇਆ ਗਿਆ, 1.5 ਘੰਟਾ ਜਿਹੜਾ ਉੱਥੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ। ਉਸ ਤੋਂ ਬਾਅਦ ਇਹ ਪਿਕਚਰ ਬਦਲੀ ਕਿ ਜਿਹੜਾ ਇੱਕ ਸ਼ਾਂਤੀਪੂਰਨ ਤਰੀਕੇ ਦੇ ਨਾਲ 2 ਮਹੀਨਿਆਂ ਤੋਂ ਅੰਦੋਲਨ ਚੱਲ ਰਿਹਾ ਸੀ, ਜਿਹੜਾ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਪੂਰੀ ਦੁਨੀਆ ਦੀਆਂ ਨਜ਼ਰਾਂ 26 ਤਰੀਕ ਦੀਆਂ ਕਿਸਾਨਾਂ ਦੀਆਂ ਝਾਕੀਆਂ ਤੇ ਰਹਿਣ ਵਾਲੀਆਂ, ਉਹ ਨਜ਼ਰ ਨਹੀਂ ਆਈਆਂ। ਤਸਵੀਰ ਬਦਲ ਗਈ। ਤਸਵੀਰ ਦੇ ਵਿੱਚ ਹਿੰਸਾ ਹੋਈ। ਤਸਵੀਰ ਦੇ ਵਿੱਚ 26 ਜਨਵਰੀ ਨੂੰ ਲਾਲ ਕਿਲੇ ਦੇ ਉੱਤੇ ਜੋ ਕੁਝ ਹੋਇਆ ਉਹ ਹਰ ਕਿਸੇ ਨੇ ਦੇਖਿਆ। ਔਰ ਉਸ ਵੇਲੇ ਫੇਸਬੁੱਕ ਲਾਈਵ ਹੋ ਕੇ ਦੀਪ ਸਿੱਧੂ ਜਿਹੜਾ ਵਾ ਉਹ ਲਗਾਤਾਰ ਕਹਿ ਰਿਹਾ ਸੀਗਾ ਕਿ ਇਹ ਝੰਡਾ ਦਿਖਾਓ, ਇਹ ਝੰਡਾ ਦਿਖਾਓ, ਅਸੀਂ ਝੰਡਾ ਲਹਿਰਾ ਦਿੱਤਾ ਵਾ ਔਰ ਅਸੀਂ ਜਿਹੜਾ ਵਾ ਕਿਹਾ ਸੀ ਉਹ ਕਰ ਲਿੱਤਾ ਵਾ। ਲੇਕਿਨ ਉਸ ਤੋਂ ਬਾਅਦ ਹੋਇਆ ਕਿ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਕਮਜ਼ੋਰ ਹੋਇਆ। ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਗੁੱਸਾ ਨਜ਼ਰ ਆਇਆ। 27 ਤਰੀਕ ਨੂੰ ਸਟੇਜ ਦੇ ਉੱਤੇ ਦੀਪ ਸਿੱਧੂ ਨੂੰ ਗੱਦਾਰ ਐਲਾਨਿਆ ਗਿਆ ਔਰ 26 ਦੀ ਸ਼ਾਮ ਨੂੰ ਜਦੋਂ ਦੀਪ ਸਿੱਧੂ ਸਿੰਘੂ ਪਹੁੰਚਿਆ ਤਾਂ ਉੱਥੇ ਲਾਈਵ ਹੋ ਰਿਹਾ ਸੀ। ਉਸ ਵੇਲੇ ਦੀਪ ਸਿੱਧੂ ਨੂੰ ਭੱਜਣਾ ਪਿਆ ਕਿਉਂਕਿ ਭੀੜ ਜਿਹੜੀ ਉਹ ਕੁੱਟਣ ਲੱਗੀ ਸੀ ਕਿ ਇਸ ਤਰੀਕੇ ਦੇ ਨਾਲ ਅੰਦੋਲਨ ਨੂੰ ਕਮਜ਼ੋਰ ਕਰ ਦਿੱਤਾ, ਅੰਦੋਲਨ ਨੂੰ ਖਰਾਬ ਕਰ ਦਿੱਤਾ ਵਾ। ਔਰ ਉਸ ਤੋਂ ਬਾਅਦ ਦੀਪ ਸਿੱਧੂ ਨਜ਼ਰ ਨਹੀਂ ਆਇਆ, ਲੇਕਿਨ ਫੇਸਬੁੱਕ ਤੇ ਲਾਈਵ ਹੋ ਕੇ ਆਪਣੀਆਂ ਪੋਸਟਾਂ ਪਾਉਂਦਾ ਰਿਹਾ। ਔਰ ਇਹ ਵੀ ਇੱਕ ਸਮਝਣ ਦੀ ਜ਼ਰੂਰਤ ਹੈ ਕਿ ਜੋ ਦੀਪ ਸਿੱਧੂ ਕਹਿ ਰਿਹਾ ਸੀ ਕਿ ਮੈਂ ਅੱਧੇ ਘੰਟੇ ਦੀ ਦੂਰੀ ਤੋਂ ਆ, ਮੈਂ ਗ੍ਰਿਫਤਾਰੀ ਤੋਂ ਡਰਦਾ ਨਹੀਂ, ਲੇਕਿਨ ਉਹ ਪੋਸਟਾਂ ਕਿੱਥੋਂ ਆ ਰਹੀਆਂ ਸੀ? ਉਹ ਪੋਸਟਾਂ ਕੈਲੀਫੋਰਨੀਆ ਤੋਂ ਆ ਰਹੀਆਂ ਸੀ। ਉਹ ਪੋਸਟਾਂ ਦੇ ਵਿੱਚ ਦੀਪ ਸਿੱਧੂ ਦੀ ਇੱਕ ਮਹਿਲਾ ਦੋਸਤ ਸੀ, ਉਸ ਦੇ ਵੱਲੋਂ ਅਪਲੋਡ ਕੀਤੀ ਜਾਂਦੀ ਸੀ ਤਾਂ ਕਿ ਦਿੱਲੀ ਪੁਲਿਸ ਜਾਂ ਪੁਲਿਸ ਦੇ ਵੱਖ-ਵੱਖ ਜਿਹੜੀਆਂ ਟੀਮਾਂ ਬਣੀਆਂ ਨੇ ਉਹ ਦੀਪ ਸਿੱਧੂ ਨੂੰ ਟਰੇਸ ਨਾ ਕਰ ਸਕਣ, ਉਸ ਦੀ ਲੋਕੇਸ਼ਨ ਬਾਰੇ ਜਾਣਕਾਰੀ ਨਾ ਮਿਲ ਸਕੇ। ਔਰ ਇਸੇ ਵਜ੍ਹਾ ਕਰਕੇ ਇੰਨਾ ਸਮਾਂ ਲੱਗਿਆ। ਲਗਾਤਾਰ ਦਿੱਲੀ ਪੁਲਿਸ ਵੱਲੋਂ ਕਈ ਥਾਵਾਂ ਦੇ ਪੰਜਾਬ 'ਚ, ਹਰਿਆਣੇ 'ਚ, ਪਿੰਡਾਂ 'ਚ ਛਾਪੇਮਾਰੀ ਵੀ ਕੀਤੀ ਗਈ, ਲੇਕਿਨ ਦੀਪ ਸਿੱਧੂ ਉੱਥੋਂ ਨਜ਼ਰ ਨਹੀਂ ਆਇਆ। ਔਰ ਅਜਿਹੇ 'ਚ ਜਾਣਕਾਰੀ ਦੀਪ ਸਿੱਧੂ ਬਾਰੇ ਮਿਲ ਗਈ ਸੀ ਕਿ ਇਸ ਥਾਂ ਤੇ ਦੀਪ ਸਿੱਧੂ ਮੌਜੂਦ ਹੈ ਔਰ ਟੀਮਾਂ ਨੇ 3 ਦਿਨ ਲਾ ਕੇ ਘੇਰਾਬੰਦੀ ਕੀਤੀ, ਉਸ ਥਾਂ ਤੇ ਐਗਜ਼ੈਕਟ ਲੋਕੇਸ਼ਨ ਪਤਾ ਕੀਤੀ ਔਰ ਦੇਰ ਰਾਤ ਨੂੰ ਦੀਪ ਸਿੱਧੂ ਦੀ ਜਿਹੜੀ ਹੈ ਉਹ ਗ੍ਰਿਫਤਾਰੀ ਕੀਤੀ ਹੈ। ਔਰ ਹੁਣ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ, ਕਸਟਡੀ ਦੀ ਮੰਗ ਕੀਤੀ ਜਾਏਗੀ ਔਰ ਇਹ ਵੀ ਜਿਹੜਾ ਵਾ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਦੀਪ ਸਿੱਧੂ ਇਕੱਲਾ ਵਾ ਜਾਂ ਉਸ ਦੇ ਪਿੱਛੇ ਕੌਣ-ਕੌਣ ਲੋਕ ਹੈ ਔਰ ਦੀਪ ਸਿੱਧੂ ਦੀ ਮਨਸ਼ਾ ਕੀ ਸੀ, ਕਿਉਂ ਇਸ ਤਰੀਕੇ ਨਾਲ ਲਾਲ ਕਿਲੇ ਦੀਪ ਸਿੱਧੂ ਪਹੁੰਚਿਆ। ਔਰ ਲਗਾਤਾਰ ਕਈ ਸਾਰੀਆਂ ਪੁੱਛਗਿੱਛ ਦੇ ਵਿੱਚ ਸਵਾਲ ਜਿਹੜੇ ਨੇ ਉਹ ਦਿੱਲੀ ਪੁਲਿਸ ਵੱਲੋਂ ਪੁੱਛੇ ਜਾਣਗੇ ਔਰ ਹੁਣ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ। ਔਰ ਇਹ ਵੀ ਅਹਿਮ ਜਾਣਕਾਰੀ ਹੈ ਕਿ ਦਿੱਲੀ ਪੁਲਿਸ ਵੱਲੋਂ ਕਿਸ ਤਰੀਕੇ ਨਾਲ ਪੂਰੀ ਜਾਣਕਾਰੀ ਦਿੱਤੀ ਜਾਏਗੀ ਕਿ ਕਿੱਥੇ, ਕਿੱਦਾਂ, ਕਿਵੇਂ ਗ੍ਰਿਫਤਾਰੀ ਜਿਹੜੀ ਹੈ ਉਹ ਦੀਪ ਸਿੱਧੂ ਦੀ ਹੋਈ ਹੈ ਔਰ ਇਕੱਲੇ ਦੀਪ ਸਿੱਧੂ ਦੀ ਗ੍ਰਿਫਤਾਰੀ ਹੋਈ ਹੈ ਜਾਂ ਦੀਪ ਸਿੱਧੂ ਦੇ ਨਾਲ ਹੋਰ ਲੋਕਾਂ ਦੀ ਵੀ ਗ੍ਰਿਫਤਾਰੀ ਹੋਈ ਹੈ, ਕਿਉਂਕਿ ਲਾਲ ਕਿਲੇ 'ਚ ਇਕੱਲਾ ਦੀਪ ਸਿੱਧੂ ਨਹੀਂ ਸੀ, ਉੱਥੇ ਹਜ਼ਾਰਾਂ ਲੋਕ ਸੀ, ਲੇਕਿਨ ਦੀਪ ਸਿੱਧੂ ਇਸ ਕਰਕੇ ਚਰਚਾ 'ਚ ਲਗਾਤਾਰ ਬਣਿਆ ਰਿਹਾ। ਬਿਲਕੁਲ ਪੰਕਜ, ਬਹੁਤ ਸਾਰੇ ਲੋਕ ਮੌਜੂਦ ਸੀ ਤੇ ਫਿਲਹਾਲ 1 ਲੱਖ ਦਾ ਇਨਾਮ ਵੀ ਰੱਖਿਆ ਗਿਆ ਸੀ। ਪੰਕਜ ਬਣੇ ਰਹੋ ਤੁਸੀਂ ਸਾਡੇ ਨਾਲ। ਇਸ ਵੇਲੇ ਦੀ ਵੱਡੀ ਖਬਰ ਦਰਸ਼ਕਾਂ ਨੂੰ ਦੱਸ ਦਈਏ, ਦੀਪ ਸਿੱਧੂ ਦੀ ਗ੍ਰਿਫਤਾਰੀ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਜ਼ੀਰਕਪੁਰ ਤੋਂ ਗ੍ਰਿਫਤਾਰ ਹੋਇਆ ਦੀਪ ਸਿੱਧੂ। ਪੰਜਾਬ ਦੇ ਜ਼ੀਰਕਪੁਰ ਤੋਂ ਦੀਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਹਿੰਸਾ ਦਾ ਮੁਲਜ਼ਮ ਹੈ ਦੀਪ ਸਿੱਧੂ। 1 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਵੱਡਾ ਸਵਾਲ ਸੀ ਕਿ ਆਖਿਰਕਾਰ ਕਿੱਥੋਂ ਦੀਪ ਸਿੱਧੂ ਦੀ ਗ੍ਰਿਫਤਾਰੀ ਹੋਈ ਹੈ। ਤਾਂ ਸਭ ਤੋਂ ਪਹਿਲਾਂ ਜਾਣਕਾਰੀ ਤੁਹਾਨੂੰ ਨਿਊਜ਼ 18 ਤੇ ਦੇ ਰਿਹਾ ਕਿ ਦੀਪ ਸਿੱਧੂ ਨੂੰ ਪੰਜਾਬ ਦੇ ਜ਼ੀਰਕਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜੀ ਹਾਂ, ਚੰਡੀਗੜ੍ਹ ਦੇ ਨਾਲ ਲੱਗਦਾ ਜ਼ੀਰਕਪੁਰ, ਇੱਥੋਂ ਹੀ ਦੀਪ ਸਿੱਧੂ ਦੀ ਜੋ ਹੈ ਉਹ ਗ੍ਰਿਫਤਾਰੀ ਹੋਈ ਹੈ। ਤਾਂ ਦੀਪ ਸਿੱਧੂ ਦੀ ਗ੍ਰਿਫਤਾਰੀ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ।
पंजाब ਦੇ ਜ਼ੀਰਕਪੁਰ ਤੋਂ ਦੀਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇੱਕ ਹੋਰ ਜੋ ਪੰਕਜ ਜਾਣਕਾਰੀ ਦੇ ਰਹੇ ਸੀ, ਕਾਫੀ ਅਹਿਮ ਜਾਣਕਾਰੀ ਕਿ ਦੀਪ ਸਿੱਧੂ ਦੇ ਵੱਲੋਂ ਲਗਾਤਾਰ ਜੋ ਵੀਡੀਓਜ਼ ਅਪਲੋਡ ਕੀਤੀਆਂ ਜਾ ਰਹੀਆਂ ਸੀ, ਉਹ ਵੀਡੀਓਜ਼ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਦੀਪ ਸਿੱਧੂ ਦੀ ਇੱਕ ਮਹਿਲਾ ਦੋਸਤ ਦੇ ਵੱਲੋਂ ਅਪਲੋਡ ਕੀਤੀਆਂ ਜਾ ਰਹੀਆਂ ਸੀ। ਯਾਨੀ ਕਿ ਦੀਪ ਸਿੱਧੂ ਪੰਜਾਬ ਦੇ ਵਿੱਚ ਮੌਜੂਦ ਸੀ। ਹੁਣ ਦੀਪ ਸਿੱਧੂ ਦੀ ਗ੍ਰਿਫਤਾਰੀ ਹੋਈ ਹੈ। ਪੰਜਾਬ ਦੇ ਜ਼ੀਰਕਪੁਰ ਤੋਂ ਦੀਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤਾਂ ਦੱਸ ਦਈਏ ਕਿ ਜ਼ੀਰਕਪੁਰ ਤੋਂ ਦੀਪ ਸਿੱਧੂ ਦੀ ਗ੍ਰਿਫਤਾਰੀ ਹੋਈ ਹੈ। ਜਦੋਂ ਦਿੱਲੀ ਨੂੰ ਜਾਂਦੇ ਆ ਚੰਡੀਗੜ੍ਹ ਤੋਂ ਹੋ ਕੇ, ਜੇਕਰ ਪੰਜਾਬ ਤੋਂ ਹੋ ਕੇ ਚੰਡੀਗੜ੍ਹ ਦੇ ਰਸਤੇ ਤੁਸੀਂ ਦਿੱਲੀ ਜਾਣਾ ਹੋਵੇ ਤਾਂ ਜ਼ੀਰਕਪੁਰ ਦੇ ਰਸਤੇ ਅਸੀਂ ਦਿੱਲੀ ਦਾ ਰੁਖ ਕਰਦੇ ਆ। ਤਾਂ ਜ਼ੀਰਕਪੁਰ ਤੋਂ ਦੀਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੀਪ ਸਿੱਧੂ ਦੀ ਗ੍ਰਿਫਤਾਰੀ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਦੀਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜ਼ੀਰਕਪੁਰ ਤੋਂ। ਤਾਂ ਫਿਲਹਾਲ ਹੁਣ ਅੱਗੇ ਇਹ ਵੀ ਤੁਹਾਨੂੰ ਥੋੜੀ ਦੇਰ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਦੀਪ ਸਿੱਧੂ ਦੇ ਨਾਲ ਗ੍ਰਿਫਤਾਰੀ ਕਿਸੇ ਹੋਰ ਦੀ ਵੀ ਹੋਈ ਹੈ ਕਿ ਦੀਪ ਸਿੱਧੂ ਕਿਸੇ ਦੇ ਘਰ ਰੁਕਿਆ ਹੋਇਆ ਸੀ, ਕਿਤੇ ਲੁਕਿਆ ਹੋਇਆ ਸੀ, ਉਥੋਂ ਉਸ ਨੂੰ ਕਿਸੇ ਗੁਪਤ ਸੂਚਨਾ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਫਿਰ ਪੁਲਿਸ ਦੀ ਟੀਮ ਖੁਦ ਛਾਪੇਮਾਰੀ ਕਰਦੀ ਹੋਈ ਦੀਪ ਸਿੱਧੂ ਤੱਕ ਪਹੁੰਚੀ ਹੈ। ਤਾਂ ਫਿਲਹਾਲ ਜੋ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਪਰ ਗ੍ਰਿਫਤਾਰੀ ਉਸ ਦੀ ਜ਼ੀਰਕਪੁਰ ਤੋਂ ਹੋਈ ਹੈ। ਗ੍ਰਿਫਤਾਰੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ। ਲਾਲ ਕਿਲੇ ਦੀ ਹਿੰਸਾ ਹੰਗਾਮਾ ਜੋ ਹੋਇਆ ਉਸ ਦੇ ਵਿੱਚ ਮੁੱਖ ਮੁਲਜ਼ਮ ਸੀ। 1 ਲੱਖ ਰੁਪਏ ਦਾ ਇਨਾਮ ਦੀਪ ਸਿੱਧੂ ਤੇ ਰੱਖਿਆ ਗਿਆ ਸੀ। 26 ਜਨਵਰੀ ਤੋਂ ਬਾਅਦ ਲਗਾਤਾਰ ਫਰਾਰ ਦੱਸਿਆ ਜਾ ਰਿਹਾ ਸੀ ਦੀਪ ਸਿੱਧੂ। ਕਿਸਾਨ ਜਥੇਬੰਦੀਆਂ ਬਾਈਕਾਟ ਕਰ ਚੁੱਕੀਆਂ ਸੀ, ਸਿੱਧੇ ਤੌਰ ਤੇ ਕਹਿ ਚੁੱਕੀਆਂ ਸੀ ਕਿ ਸਾਡਾ ਦੀਪ ਸਿੱਧੂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜੋ ਕੁਝ ਵੀ ਹੋਇਆ ਹੈ ਉਸ ਦੇ ਲਈ ਸਿੱਧੇ ਤੌਰ ਤੇ ਸਿਰਫ ਦੀਪ ਸਿੱਧੂ ਜ਼ਿੰਮੇਵਾਰ ਹੈ। ਤੇ ਆਖਿਰਕਾਰ ਹੁਣ ਦੀਪ ਸਿੱਧੂ ਦੀ ਗ੍ਰਿਫਤਾਰੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਦੱਸ ਰਹੇ ਹਾਂ ਕਿ ਜ਼ੀਰਕਪੁਰ ਤੋਂ ਦੀਪ ਸਿੱਧੂ ਦੀ ਗ੍ਰਿਫਤਾਰੀ ਹੋਈ ਹੈ। ਤਾਂ ਫਿਲਹਾਲ ਸਿੱਧਾ ਰੁਖ ਕਰਦੇ ਹਾਂ, ਰੋਹਿਤ ਬੰਸਲ ਸਾਡੇ ਸਹਿਯੋਗੀ ਜੁੜੇ ਨੇ। ਰੋਹਿਤ, ਦੱਸ ਦਈਏ ਕਿ ਉਸ ਦਿਨ 26 ਜਨਵਰੀ ਨੂੰ ਜਦੋਂ ਇਹ ਪੂਰਾ ਵਾਕਿਆ ਹੋਇਆ ਤਾਂ ਉਸ ਵੇਲੇ ਗਰਾਊਂਡ ਜ਼ੀਰੋ ਤੇ ਲਾਲ ਕਿਲੇ ਤੇ ਮੌਜੂਦ ਸੀ। ਬਹੁਤ ਜੋ ਨੇੜਿਓਂ ਹੈ ਸਭ ਕੁਝ ਉਹਨਾਂ ਨੇ ਦੇਖਿਆ ਹੈ। ਰੋਹਿਤ, ਤੁਹਾਡਾ ਰੁਖ ਕਰਾਂਗੇ। ਫਿਲਹਾਲ शंकर आनंद साडे सहयोगी उन्होंने कोलों कोई अपडेट ले लेने हैं। तो शंकर, पंजाब के ज़ीरकपुर से गिरफ्तारी हुई है दीप सिद्धू की, इसके अलावा कुछ और जानकारी मिल पा रही है कि किस किस की गिरफ्तारी हुई है? देखिए, अभी तक इस मामले में जो है स्पेशल सेल के हमारे सूत्र बताते हैं कि इसकी गिरफ्तारी पंजाब से हुई है। पंजाब में पिछले काफी समय से ये छुपा हुआ था और पंजाब के जो जिकरपुर इलाका है वहां से इसको गिरफ्तार किया गया है। हालांकि गिरफ्तारी करने के बाद जब उसे दिल्ली लाया गया और दिल्ली लाने के बाद अब उसका मेडिकल जांच करवाया गया सुबह और थोड़ी देर के बाद इसे कोर्ट में पेश किया जाएगा। तकरीबन 12 बजे के लगभग में इसे दिल्ली स्थित स्थानीय कोर्ट में पेश किया जाएगा। उसके बाद उसकी आगे की रिमांड ली जाएगी और रिमांड लेने के बाद आगे पूछताछ होगी और जिसमें कि सबसे महत्वपूर्ण मुद्दा होगा कि किस तरह से किसानों को बरगलाया गया, किस तरह से हंगामा करने के लिए, हिंसा करने के लिए दीप सिद्धू का जो नाम जो है वो आगे आ रहा था और एक बरगलाने का नाम जो जिस तरह से बकायदा आ रहा था। तो इस मामले में दीप सिद्धू की जो भूमिका किस तरह से रही है और कौन कौन से लोग थे जो इस पूरे किसान आंदोलन के दौरान हिंसा को आगे भड़काने का काम कर रहा था, तो इन तमाम मामलों पर विस्तार से पूछताछ होगी। लेकिन आज जो सबसे महत्वपूर्ण पहले कार्रवाई होगी वो इसे कोर्ट में पेश करना और कोर्ट में पेश करने के बाद आगे की रिमांड लेना। तो इस प्रक्रिया पर बकायदा तमाम जो औपचारिकताओं को स्पेशल सेल की टीम पूरा करने में जुटी हुई है। शंकर, कितने बजे कोर्ट में पेश किया जाना है? देखिए, अब जो कागजी जो कार्रवाई होती है कोर्ट में पेश करने से पहले वो सब किया जा रहा है और इसके साथ साथ जो दीप सिद्धू का जो स्टेटमेंट है वो भी लिया जा रहा है और उसी स्टेटमेंट को कोर्ट के सामने रखा जाएगा और उसके बाद आगे की रिमांड की प्रक्रिया मांगी जाएगी। तो एक तरह से कहा जा सकता है कि जो शुरुआती तौर पर जो औपचारिकताओं को पूरा करने के बाद तकरीबन 12 बजे के लगभग में इसे कोर्ट में पेश कर सकते हैं और कोर्ट में पेश करने के बाद आगे की रिमांड की प्रक्रिया होगी। तो एक तरह से कहा जा सकता है कि जो शुरुआती तौर पर पूछताछ हो रही है इसके संपर्क में जो लोग जुड़े हुए थे, जिसने पंजाब में इसको रुकने का स्थान दिया, जिसने इसको श्रेय दिया, तो उन तमाम मामलों पर भी पूछताछ की जा रही है। और अभी भी इस वक्त में दिल्ली पुलिस की स्पेशल सेल की एक टीम पंजाब में मौजूद है जो दूसरे अन्य आरोपियों को तलाश कर रही है और जल्द ही इस मामले में कहा जा सकता है कुछ और आरोपियों को गिरफ्तार किया जा सकता है। जी शंकर, फिलहाल की जानकारी के लिए शुक्रिया। कुछ और अपडेट होगी तो फिर से आपका रुख करेंगे। तब फिलहाल दीप सिद्धू की ज़ीरकपुर तो गिरफ्तारी हुई है, पंजाब के ज़ीरकपुर तो दीप सिद्धू ਨੂੰ गिरफ्तार किया गया है दिल्ली पुलिस के स्पेशल सैल के ਵੱਲੋਂ। ਤਾਂ ਫਿਲਹਾਲ ਸਿੱਧਾ ਰੁਖ ਕਰਦੇ ਆ, ਰੋਹਿਤ ਬੰਸਲ ਸਾਡੇ ਸਹਿਯੋਗੀ ਜੁੜੇ ਨੇ। ਤਾਂ ਰੋਹਿਤ, 26 ਜਨਵਰੀ ਨੂੰ ਜੋ ਵਾਕਿਆ ਹੋਇਆ ਬੜੇ ਨੇੜੇ ਤੋਂ ਤੁਸੀਂ ਦੇਖਿਆ ਸੀ। ਫਿਲਹਾਲ ਗ੍ਰਿਫਤਾਰੀ ਜ਼ੀਰਕਪੁਰ ਤੋਂ ਹੋ ਗਈ ਹੈ, ਪਰ ਅਸੀਂ ਚਾਹੁੰਦੇ ਆ ਕਿ ਇੱਕ ਵਾਰ ਦਰਸ਼ਕਾਂ ਨੂੰ ਤੁਸੀਂ ਉਹ ਪੂਰਾ ਦ੍ਰਿਸ਼ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਉਸ ਦਿਨ ਜੋ ਕੁਝ ਹੋਇਆ ਸੀ ਉੱਥੇ ਦੀਪ ਸਿੱਧੂ ਦੀ ਭੂਮਿਕਾ ਕਿਸ ਤਰ੍ਹਾਂ ਦੀ ਸੀ।
ਜੀ ਬਿਲਕੁਲ, ਜੇਕਰ ਦੀਪ ਸਿੱਧੂ ਦੀ ਭੂਮਿਕਾ ਦੀ ਗੱਲ ਕਰੀ ਜਾਵੇ ਤਾਂ ਦੀਪ ਸਿੱਧੂ ਦੀ ਭੂਮਿਕਾ 25 ਜਨਵਰੀ ਤੋਂ ਅਸੀਂ ਕਹਿ ਸਕਦੇ ਹਾਂ 25 ਜਨਵਰੀ ਦੀ ਰਾਤ ਤੋਂ ਦੀਪ ਸਿੱਧੂ ਦੀ ਜਿਹੜੀ ਭੂਮਿਕਾ ਸ਼ੁਰੂ ਹੋ ਜਾਂਦੀ ਹੈ। ਕਿਸ ਤਰ੍ਹਾਂ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਆ ਉਸ ਨੂੰ ਕੈਪਚਰ ਕੀਤਾ ਜਾਂਦਾ ਹੈ, ਜਿਸ ਸਟੇਜ ਦੇ ਉੱਤੇ ਦੀਪ ਸਿੱਧੂ ਨੂੰ ਚੜ੍ਹਨ ਨਹੀਂ ਦਿੱਤਾ ਗਿਆ ਸੀ ਉਸ ਸਟੇਜ ਤੇ ਕਬਜ਼ਾ ਕੀਤਾ ਗਿਆ। ਉਸ ਤੋਂ ਬਾਅਦ ਦਿਨ ਆਉਂਦਾ 26 ਜਨਵਰੀ ਦਾ। 26 ਜਨਵਰੀ ਦੇ ਦਿਨ ਜਿੱਦਾਂ ਹੀ ਲਾਲ ਕਿਲੇ ਦੇ ਅੰਦਰ ਟਰੈਕਟਰ ਦਾਖਲ ਹੁੰਦੇ ਆ, ਲਾਲ ਕਿਲੇ ਦੇ ਬਾਹਰ ਜਿਹੜਾ ਗਰਾਊਂਡ ਆ ਉੱਥੇ ਟਰੈਕਟਰ ਦਾਖਲ ਹੁੰਦੇ ਆ, ਪਰ ਦੀਪ ਸਿੱਧੂ ਕਿਤੇ ਨਜ਼ਰ ਨਹੀਂ ਆਉਂਦਾ। ਉਸ ਤੋਂ ਬਾਅਦ ਲਾਲ ਕਿਲੇ ਦਾ ਪਹਿਲਾ ਗੇਟ ਟੁੱਟਦਾ, ਲੋਕ ਕੁਝ ਉੱਤੇ ਚੜ੍ਹਦੇ ਨੇ, ਗੇਟ ਨੂੰ ਅੰਦਰੋਂ ਲੋਕ ਖੋਲਦੇ ਨੇ, ਉਸ ਤੋਂ ਬਾਅਦ ਦੂਜਾ ਗੇਟ ਖੋਲਦੇ ਨੇ। ਦੂਜਾ ਗੇਟ ਖੋਲਣ ਤੋਂ ਬਾਅਦ ਲਾਲ ਕਿਲੇ ਦੇ ਅੰਦਰ ਇੱਕ ਭੀੜ ਐਂਟਰ ਹੋ ਜਾਂਦੀ ਹੈ ਤੇ ਭੀੜ ਜਿੱਦਾਂ ਹੀ ਇੱਕ ਸਾਈਡ ਤੇ ਪੌੜੀਆਂ ਨੇ ਜਿੱਥੋਂ 15 ਅਗਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਝੰਡਾ ਲਹਿਰਾਉਂਦੇ ਨੇ, ਜਿੱਦਾਂ ਹੀ ਉਹ ਭੀੜ ਉੱਪਰ ਚੜ੍ਹਨਾ ਸ਼ੁਰੂ ਹੁੰਦੀ ਹੈ ਤਾਂ ਦੀਪ ਸਿੱਧੂ ਦੀ ਅਚਾਨਕ ਪਿਛਲੀ ਸਾਈਡ ਤੋਂ ਐਂਟਰੀ ਹੁੰਦੀ ਹੈ। ਅਚਾਨਕ ਲੋਕਾਂ ਦੇ ਹਜੂਮ ਦੇ ਵਿੱਚੋਂ ਦੀਪ ਸਿੱਧੂ ਉਹਨਾਂ ਪੌੜੀਆਂ ਵੱਲ ਵਧਦੇ ਨੇ ਔਰ ਨਿਊਜ਼ 18 ਦੀ ਟੀਮ ਦੇ ਨਾਲ ਉਸ ਸਮੇਂ ਖੁਦ ਮੈਂ ਉਹ ਪੌੜੀਆਂ ਤੇ ਚੜ੍ਹ ਰਿਹਾ ਸੀ ਜਿਸ ਸਮੇਂ ਦੀਪ ਸਿੱਧੂ ਮੇਰੇ ਬਿਲਕੁਲ ਨਾਲ ਉਹ ਪੌੜੀਆਂ ਤੇ ਚੜ੍ਹਦੇ ਨੇ। ਉਹਨਾਂ ਦੇ ਹੱਥ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਫੜੇ ਹੋਏ ਸੀ ਔਰ ਉਹ ਉੱਪਰ ਜਾ ਕੇ ਜਿੰਨੇ ਚਿਰ ਤੱਕ ਨਿਸ਼ਾਨ ਸਾਹਿਬ ਉੱਪਰ ਝੂਲ ਨਹੀਂ ਜਾਂਦੇ, ਜਿੰਨੀ ਦੇਰ ਤੱਕ ਲਾਲ ਕਿਲੇ ਦੇ ਉੱਪਰ ਨਿਸ਼ਾਨ ਸਾਹਿਬ ਨਹੀਂ ਚੜਾ ਦਿੱਤੇ ਜਾਂਦੇ, ਉਨੀ ਦੇਰ ਤੱਕ ਦੀਪ ਸਿੱਧੂ ਉੱਥੇ ਹੀ ਰਹਿੰਦੇ ਨੇ ਔਰ ਉਸ ਤੋਂ ਬਾਅਦ ਅਚਾਨਕ ਗਾਇਬ ਹੋ ਜਾਂਦੇ ਨੇ। ਉਸ ਤੋਂ ਬਾਅਦ ਦੀਪ ਸਿੱਧੂ ਲਾਲ ਕਿਲੇ ਤੇ ਨਜ਼ਰ ਨਹੀਂ ਆਉਂਦੇ। ਉਸ ਤੋਂ ਬਾਅਦ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਉਹ ਟਰੈਕਟਰ ਤੋਂ ਭੱਜਦੇ ਨਜ਼ਰ ਆਉਂਦੇ ਨੇ, ਲੋਕਾਂ ਦੇ ਇੱਕ ਹਜੂਮ ਉਹਨਾਂ ਦੇ ਪਿੱਛੇ ਦੌੜਦਾ ਨਜ਼ਰ ਆਉਂਦਾ ਔਰ ਉਸ ਤੋਂ ਬਾਅਦ ਲਗਾਤਾਰ ਜਿਹੜਾ ਦੀਪ ਸਿੱਧੂ ਲਗਾਤਾਰ ਫੇਸਬੁੱਕ ਤੇ ਵੀਡੀਓ ਪਾ ਕੇ ਆਪਣੇ ਵਿਚਾਰ ਰੱਖਦਾ, ਲਗਾਤਾਰ ਵੀਡੀਓ ਦੇ ਵਿੱਚ ਆਪਣੇ ਆਪ ਨੂੰ ਤੁਹਾਡਾ ਰੁਖ ਕਰਦੇ ਹਾਂ, ਹੋਰ ਜਾਣਕਾਰੀ ਤੁਹਾਡੇ ਕੋਲੋਂ ਲਵਾਂਗੇ। ਫਿਲਹਾਲ ਹਰਪਾਲ ਚੀਮਾ ਸਾਡੇ ਨਾਲ ਜੁੜੇ ਨੇ, ਆਪ ਆਗੂ ਨੇ। ਹਰਪਾਲ ਚੀਮਾ ਜੀ, ਗ੍ਰਿਫਤਾਰੀ ਹੋਈ ਹੈ ਦੀਪ ਸਿੱਧੂ ਦੀ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਮੈਂ ਸਮਝਦਾ ਕਾਨੂੰਨ ਜਿਹੜਾ ਹੈਗਾ ਆਪਣਾ ਕੰਮ ਕਰ ਰਿਹਾ, ਕਾਨੂੰਨ ਨੂੰ ਕੰਮ ਕਰਨਾ ਚਾਹੀਦਾ। ਕੁਝ ਵਿਅਕਤੀ ਜਿਹੜੇ ਜਿਨ੍ਹਾਂ ਨੇ ਇਹ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀਗੀ, ਜਿਨ੍ਹਾਂ ਨੇ ਇਸ ਅੰਦੋਲਨ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਕੀਤੀ ਸੀ, ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਦੇ ਖਿਲਾਫ ਕਾਰਵਾਈ ਹੋ ਰਹੀ ਆ। ਕਿਉਂਕਿ ਕਿਸਾਨਾਂ ਦਾ ਤਾਂ ਇੱਕੋ ਹੀ ਨਾਰਾ ਸੀਗਾ ਕਿ ਅਸੀਂ ਆਪਣੀ ਟਰੈਕਟਰ ਪਰੇਡ ਕਰਨੀ ਔਰ ਪ੍ਰੋਟੈਸਟ ਕਰਨਾਗਾ ਔਰ ਉਹ ਸ਼ਾਂਤੀਪੂਰਵਕ ਹੋਇਆ ਉਸ ਦਿਨ ਔਰ ਲੱਖਾਂ ਦੀ ਗਿਣਤੀ 'ਚ ਉਸ ਪ੍ਰੋਟੈਸਟ ਦੇ ਵਿੱਚ ਕਿਸਾਨਾਂ ਨੇ ਭਾਗ ਲਿਆ, ਦੇਸ਼ ਦੇ ਖੇਤ ਮਜ਼ਦੂਰਾਂ ਨੇ ਭਾਗ ਲਿਆ। ਪਰ ਲੇਕਿਨ ਕੁਝ ਚੰਦ ਕੁ ਵਿਅਕਤੀਆਂ ਨੇ ਕਿ ਇਸ ਐਜੀਟੇਸ਼ਨ ਨੂੰ ਅਗਵਾ ਕਰਕੇ ਦੂਜੇ ਪਾਸੇ ਲਿਜਾਣ ਦੀ ਕੋਸ਼ਿਸ਼ ਕੀਤੀ ਔਰ ਲਾਲ ਕਿਲੇ ਜਾ ਕੇ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕੀਤੀ। ਸੋ ਉਹਨਾਂ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਹੋ ਰਹੀ ਹੈ ਉਹ ਬਣਦੀ ਹੈ, ਉਹ ਹੋਣੀ ਚਾਹੀਦੀ ਹੈ। ਹਰਪਾਲ ਚੀਮਾ ਜੀ, ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਹਾਲਾਂਕਿ ਉਸ ਵੇਲੇ ਹੀ ਉਹਨਾਂ ਨੇ ਕਹਿ ਦਿੱਤਾ ਸੀ ਕਿ ਸਾਡਾ ਦੀਪ ਸਿੱਧੂ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਬਲਕਿ ਇਹ ਬੀਜੇਪੀ ਦਾ ਹੀ ਪਲਾਂਟ ਕੀਤਾ ਹੋਇਆ ਬੰਦਾ ਹੈ ਜਾਣਬੁੱਝ ਕੇ ਅੰਦੋਲਨ ਨੂੰ ਤਾਰਪੀੜੋ ਕਰਨ ਲਈ। ਬਿਲਕੁਲ ਜਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਫੋਟੋਜ਼ ਨੇ, ਪਿਕਚਰਸ ਨੇ ਗੀਆਂ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ, ਦੇਸ਼ ਦੇ ਗ੍ਰਹਿ ਮਿਨਿਸਟਰ ਦੇ ਨਾਲ, ਸਨੀ ਦਿਓਲ ਜੀ ਦੇ ਨਾਲ ਇਸ ਗੱਲ ਦੀ ਜਿਹੜੀ ਆ ਸਬੂਤ ਨੇ, ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਹਾਂ ਉਹਨਾਂ ਦੇ ਸੰਬੰਧ ਜਿਹੜੇ ਦੇਗੇ ਉਹ ਕਿਤੇ ਨਾ ਕਿਤੇ ਬੀਜੇਪੀ ਦਾ ਹੁੰਦੇ ਸੀ ਔਰ ਬੀਜੇਪੀ ਜਿਹੜੀ ਹੈ ਸੰਘਰਸ਼ ਨੂੰ ਤੋੜਨ ਦੇ ਲਈ ਵੱਖ-ਵੱਖ ਜਿਹੜੀਆਂ ਚਾਲਾਂ ਸਮੇਂ-ਸਮੇਂ ਤੇ ਚੱਲ ਰਹੀ ਆ ਔਰ ਉਹ ਵੀ ਇੱਕ ਚਾਲ ਦਾ ਹਿੱਸਾ ਸੀਗਾ। ਸੋ ਕਿਸਾਨਾਂ ਨੇ ਜਿੱਥੇ ਇਸ ਗੱਲ ਨੂੰ ਕੰਡੈਮ ਕੀਤਾ ਉੱਥੇ ਸਾਰੇ ਲੋਕਾਂ ਨੇ ਕੰਡੈਮ ਕੀਤਾ ਕਿਉਂਕਿ ਦੇਸ਼ ਦੇ ਕਿਸਾਨ ਜਿਹੜੇ ਹੈਗੇ ਨੇਗੇ ਉਹ ਬੜੇ ਸ਼ਾਂਤੀਪੂਰਵਕ, ਬੜੇ ਇੱਕ ਆਰਗੇਨਾਈਜੇਸ਼ਨ ਤਰੀਕੇ ਦੇ ਨਾਲ, ਇੱਕ ਡਿਸਪਲਿਨ ਦੇ ਵਿੱਚ ਰਹਿ ਕੇ ਸੰਘਰਸ਼ ਕਰ ਰਹੇ ਨੇਗੇ ਔਰ ਦੇਸ਼ ਨੂੰ ਜਿਹੜਾ ਹੈਗਾ ਅੱਗੇ ਲਿਜਾਣ ਦੀ ਗੱਲ ਕਰਦੇ ਨੇਗੇ, ਕਿਸਾਨ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਰਦੇ। ਪਰ ਕੁਛ ਨਾ ਕੁਛ ਵਿਅਕਤੀ ਇਹਦੇ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਕਰਦੇ ਸੀ, ਉਹਨਾਂ ਦਾ ਜਿਹੜਾ ਹੈਗਾ ਨਖੇੜਾ ਵੀ ਹੋ ਗਿਆ। ਜੀ ਹਰਪਾਲ ਚੀਮਾ ਜੀ, ਸ਼ੁਕਰੀਆ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਜੁੜਨ ਦੇ ਲਈ। ਤਾਂ ਫਿਲਹਾਲ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ। ਹਰ ਕੋਈ ਕਹਿ ਰਿਹਾ ਕਿ ਦੀਪ ਸਿੱਧੂ ਦੀ ਗ੍ਰਿਫਤਾਰੀ ਹੋਈ ਹੈ, ਚੰਗੀ ਗੱਲ ਹੈ। ਹੋਰ ਵੀ ਲੋਕ ਜੋ ਅੰਦੋਲਨ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦਾ ਵੀ ਜੋ ਹੈ ਉਹ ਚਿਹਰਾ ਨੰਗਾ ਹੋਣਾ ਚਾਹੀਦਾ ਹੈ। ਜਿਹੜੀਆਂ ਤਸਵੀਰਾਂ ਦਾ ਜ਼ਿਕਰ ਕੀਤਾ ਜਾ ਰਿਹਾ ਉਹ ਵੀ ਇੱਕ ਵਾਰ ਸਾਫ਼ ਕਰ ਦਈਏ ਕਿ ਦੀਪ ਸਿੱਧੂ ਦੀਆਂ ਜੋ ਪ੍ਰਧਾਨ ਮੰਤਰੀ ਦੇ ਨਾਲ ਜਾਂ ਗ੍ਰਹਿ ਮੰਤਰੀ ਦੇ ਨਾਲ ਜੋ ਤਸਵੀਰਾਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਉਹ ਤਸਵੀਰਾਂ 2019 ਦੇ ਵੇਲੇ ਦੀਆਂ ਨੇ ਜਦੋਂ ਸਨੀ ਦਿਓਲ ਦੇ ਲਈ ਚੋਣ ਪ੍ਰਚਾਰ ਕਰ ਰਹੇ ਸੀ ਦੀਪ ਸਿੱਧੂ। ਹਾਲਾਂਕਿ ਉਸ ਤੋਂ ਬਾਅਦ ਸਨੀ ਦਿਓਲ ਦੇ ਨਾਲ ਉਹਨਾਂ ਦੇ ਰਿਸ਼ਤੇ ਆਪਸ ਦੇ ਵਿੱਚ ਵਿਗੜ ਗਏ, ਉਹ ਸਾਰੇ ਜਾਣਦੇ ਨੇ। ਤਾਂ ਉਹ ਤਸਵੀਰਾਂ ਪੁਰਾਣੀਆਂ ਨੇ ਪਰ ਫਿਲਹਾਲ ਦੀਪ ਸਿੱਧੂ ਕਿਸਾਨ ਅੰਦੋਲਨ ਦੇ ਵਿੱਚ ਮੌਜੂਦ ਸੀ ਤੇ ਫਿਲਹਾਲ ਦੀ ਜੋ ਪੂਰੀ ਗਤੀਵਿਧੀ ਨੂੰ ਦੇਖਦੇ ਹੋਏ 26 ਜਨਵਰੀ ਦੀ ਪੂਰੇ ਵਾਕਿਆ ਨੂੰ ਦੇਖਦੇ ਹੋਏ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ। ਰੋਹਿਤ ਬੰਸਲ ਸਾਡੇ ਸਹਿਯੋਗੀ ਲਗਾਤਾਰ ਜੁੜੇ ਨੇ, ਜਾਣਕਾਰੀ ਦੇ ਰਹੇ ਸੀ। ਜੀ ਰੋਹਿਤ। ਜੀ ਬਿਲकुल, इस वक्त मेरे नाल नसतेज सिंह चीमा जी ने हरियाणा के महासचिव ने। सर अज दीप हाँ जी जसतेज सिंह संधू जी, सॉरी जसतेज सिंह संधू जी ने सर अज दीप सिद्धू की गिरफ्तारी हो चुकी है, जीरकपुर के एरिए तो गिरफ्तारी हुई है, दिल्ली पुलिस के स्पैशल सैल ने अरेस्ट किया गया। पहला रिएक्शन की है किसान यूनियन का? बहुत वड्डी कामयाबी है जी दिल्ली पुलिस की और दिल्ली पुलिस ते जो दाग लगे हुए सन ये उन्होंने धोन की शुरुआत है। किसान अंदोलन वाले या किसान जथेबंदियां वाले उन्होंने इस अरेस्ट के नाल बहुत हौसला मिलेगा और जो दाग किसान अंदोलन ते इस कल्ले व्यक्ति करके लग्या सी उन्होंने भी किसी तरह धोन की तैयारी की जाएगी। ये बहुत वड्डी अचीवमेंट है दिल्ली पुलिस की। मैं दिल्ली पुलिस नूं भी ये बहुत बहुत धन्यवाद करना भी ये इन्वेस्टिगेशन तुरंत तो तुरंत की जाए
ਔਰ ਇਹਦੇ ਪਿੱਛੇ ਜਿਹੜੇ ਸਾਜ਼ਿਸ਼ਕਰਤਾ ਨੇ ਉਹਨਾਂ ਨੂੰ ਵੀ ਤੁਰੰਤ ਗ੍ਰਿਫਤਾਰ ਕੀਤਾ ਜਾਏ। ਸਰ ਲੱਗ ਰਿਹਾ ਕਿ ਇਸ ਦੇ ਪਿੱਛੇ ਕੁਝ ਹੋਰ ਵਿਅਕਤੀ ਵੀ ਹੋ ਸਕਦੇ ਨੇ, ਕਿਉਂਕਿ ਇੰਨੇ ਦਿਨਾਂ ਤੋਂ ਬੰਦਾ ਅਰੈਸਟ ਨਹੀਂ ਹੋ ਰਿਹਾ ਸੀਗਾ, ਇੱਕ ਤੋਂ ਬਾਅਦ ਇੱਕ ਲੋਕੇਸ਼ਨ ਚੇਂਜ ਕਰ ਰਿਹਾ ਸੀ, ਤਾਂ ਕੋਈ ਹੋਰ ਸ਼ਖਸ ਵੀ ਮਗਰ ਹੋ ਸਕਦੇ ਨੇ ਕਿ ਪੁੱਛਗਿੱਛ ਵਿੱਚ ਲੱਗ ਰਿਹਾ ਕਿ ਹੋਰ ਬੰਦੇ ਵੀ ਸਾਹਮਣੇ ਆ ਸਕਦੇ ਨੇ। ਬਿਲਕੁਲ ਜੀ, ਇਹਦੇ 'ਚ ਕੁਝ ਨਾ ਕੁਝ ਰਾਜਨੀਤਿਕ ਪਾਰਟੀਆਂ ਦਾ ਹਿੱਸਾ ਹੋ ਸਕਦਾ ਹੈ, ਜਾਂ ਦੇਸ਼ ਦੀ ਜਿਹੜੀਆਂ ਤਾਕਤਾਂ ਦੇਸ਼ ਨੂੰ ਤਬਾਹ ਕਰਨੀਆਂ ਚਾਹੁੰਦੀਆਂ ਨੇ ਜਾਂ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੀਆਂ ਨੇ, ਇਹ ਉਹਨਾਂ ਦਾ ਵੀ ਹੱਥ ਹੋ ਸਕਦਾ, ਕਿਉਂਕਿ ਕਿਸਾਨ ਕਦੇ ਵੀ ਨਹੀਂ ਚਾਹੇਗਾ ਕਿ ਅੰਦੋਲਨ ਨੂੰ ਕਿਸੇ ਤਰ੍ਹਾਂ ਦੀ ਠੇਸ ਲੱਗੇ। 3 ਮਹੀਨਿਆਂ ਤੋਂ 4 ਮਹੀਨਿਆਂ ਤੋਂ ਲਗਾਤਾਰ ਕਿਸਾਨ ਆਪਣੇ ਬੱਚੇ, ਆਪਣੀਆਂ ਔਰਤਾਂ, ਆਪਣੇ ਬਜ਼ੁਰਗਾਂ ਨੂੰ ਲੈ ਕੇ ਬਾਰਡਰਾਂ ਤੇ ਦਿੱਲੀ ਦੇ 4 ਚੁਫੇਰ ਬੈਠਾ ਹੈ। ਉਹ ਕਿਵੇਂ ਚਾਹੇਗਾ ਕਿ ਜਿਹੜੀ ਅਸੀਂ ਮੰਗ ਕਰ ਰਹੇ ਹਾਂ ਉਸ ਮੰਗ ਦੇ ਖੜੇ ਕੀਤੇ ਅੰਦੋਲਨ ਨੂੰ ਕਿਸੇ ਤਰ੍ਹਾਂ ਦੀ ਠੇਸ ਪਹੁੰਚੇ? ਇਹ ਜ਼ਰੂਰ ਕਿਸੇ ਦੀ ਸਾਜ਼ਿਸ਼ ਹੈ ਔਰ ਦਿੱਲੀ ਪੁਲਿਸ ਨੂੰ ਇਹਦਾ ਪਰਦਾ ਛੇਤੀ ਤੋਂ ਛੇਤੀ ਖੋਲ੍ਹ ਦੇਣਾ ਚਾਹੀਦਾ। ਦਿੱਲੀ ਪੁਲਿਸ ਨਾਲ ਕੋਈ ਮੁਲਾਕਾਤ ਕੀਤੀ ਜਾਏਗੀ ਕਿ ਜਲਦੀ ਤੋਂ ਜਲਦੀ ਇਸ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ, ਫਾਸਟ ਟਰੈਕ ਕੋਰਟ ਦੇ ਵਿੱਚ ਕੇਸ ਲਿਜਾਇਆ ਜਾਵੇ ਤਾਂ ਕਿ ਜਲਦੀ ਇਨਵੈਸਟੀਗੇਸ਼ਨ ਹੋ ਕੇ ਸਾਹਮਣੇ ਆ ਸਕੇ? ਬਿਲਕੁਲ ਜੀ, ਜਿੰਨੀਆਂ ਕਿਸਾਨ ਯੂਨੀਅਨ ਦੀਆਂ ਜਥੇਬੰਦੀਆਂ ਨੇ ਇਸ ਟਾਈਮ ਉਹ ਦਿੱਲੀ ਪੁਲਿਸ ਦੇ ਟੱਚ 'ਚ ਹੋਣਗੀਆਂ ਔਰ ਇਹਨਾਂ ਦੀ ਸਭ ਤੋਂ ਪਹਿਲੀ ਜਿਹੜੀ ਡਿਮਾਂਡ ਹੋਏਗੀ ਉਹ ਇਹੀ ਹੋਣੀ ਚਾਹੀਦੀ ਹੈ ਵੀ ਇਹਦਾ ਪਰਦਾ ਛੇਤੀ ਤੋਂ ਛੇਤੀ ਖੋਲ੍ਹਿਆ ਜਾਏ ਵੀ ਇਹ ਕਿਸ ਨੇ ਕੰਮ ਕਰਾਇਆ, ਵੀ ਜਦੋਂ ਇੰਨੀ ਸ਼ਾਂਤੀ ਤਰੀਕੇ ਦੇ ਨਾਲ ਕਿਸਾਨ ਬੈਠੇ ਸਨ ਉਹਨਾਂ ਨੂੰ ਰਾਹ ਲਾਲ ਕਿਲੇ ਦਾ ਕਿੰਨੇ ਦਿੱਤਾ, ਕਿੰਨੇ ਬੈਰੀਕੇਟਿੰਗ ਹਲਕੀ ਕੀਤੀ? ਇਹਨਾਂ ਸਾਰੀਆਂ ਗੱਲਾਂ ਦੀ ਵੀ ਪੜਤਾਲ ਹੋਣੀ ਚਾਹੀਦੀ ਹੈ ਵੀ ਸ਼ਾਇਦ ਇਹਦੇ ਵਿੱਚ ਹੋ ਸਕਦਾ ਕੋਈ ਪੁਲਿਸ ਕਰਮਚਾਰੀ ਵੀ ਲਿਪਤ ਹੋਣ, ਕੁਝ ਰਾਜਨੇਤਾ ਵੀ ਹੋਣ ਜਾਂ ਕਿਸੇ ਪਾਰਟੀ ਦਾ ਵੀ ਹੱਥ ਹੋਵੇ। ਬਹੁਤ ਬਹੁਤ ਧੰਨਵਾਦ ਗੱਲ ਕਰ ਲਈ। ਸੋ ਨਸਤੇਜ ਚੀਮਾ ਜੀ ਸੀ, ਨਸਤੇਜ ਸਿੰਘ ਸੰਧੂ ਜੀ ਸੀ ਜਿਨ੍ਹਾਂ ਨੂੰ ਸੁਣਦੇ ਸੀ, ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਦਿੱਲੀ ਪੁਲਿਸ ਦਾ ਧੰਨਵਾਦ ਹੈ, ਪਰ ਨਾਲ ਦੀ ਨਾਲ ਇਨਵੈਸਟੀਗੇਸ਼ਨ ਬਹੁਤ ਜ਼ਰੂਰੀ ਹੈ। ਜਲਦੀ ਤੋਂ ਜਲਦੀ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਸਾਹਮਣੇ ਆਉਣੀ ਚਾਹੀਦੀ ਹੈ, ਕਿਉਂਕਿ ਇਸ ਦੇ ਵਿੱਚ ਉਹਨਾਂ ਵੱਲੋਂ ਜੋ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਝ ਰਾਜਨੀਤਿਕ ਪਾਰਟੀਆਂ ਦੀ ਇਨਵੋਲਵਮੈਂਟ ਹੋ ਸਕਦੀ ਹੈ, ਕੁਝ ਵੱਡੀਆਂ ਤਾਕਤਾਂ ਦੀ ਇਨਵੋਲਵਮੈਂਟ ਹੋ ਸਕਦੀ ਹੈ। ਸੋ ਦਿੱਲੀ ਪੁਲਿਸ ਦੇ ਨਾਲ ਇੱਕ ਵਾਰ ਇਸ ਚੀਜ਼ ਨੂੰ ਲੈ ਕੇ ਜ਼ਰੂਰ ਮੰਗ ਕੀਤੀ ਜਾਏਗੀ ਕਿ ਜਲਦੀ ਤੋਂ ਜਲਦੀ ਇਸ ਦੀ ਪੁੱਛਗਿੱਛ ਕਰਕੇ ਲੋਕਾਂ ਦੇ ਸਾਹਮਣੇ ਜਿਹੜਾ ਸੱਚ ਆ ਉਹ ਲਿਆਂਦਾ ਜਾਵੇ ਕਿ ਕਿਹੜੇ ਬੰਦੇ ਸੀ ਜਿਨ੍ਹਾਂ ਨੇ ਇਸ ਚੀਜ਼ ਦੇ ਪ੍ਰਤੀ ਸਾਜ਼ਿਸ਼ ਕਢੀ, ਕਿਸ ਤਰ੍ਹਾਂ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ। ਸੋ ਜਿਸ ਤਰ੍ਹਾਂ ਅੰਮ੍ਰਿਤ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਦੀਪ ਸਿੱਧੂ ਦੀ, ਤਾਂ ਦੀਪ ਸਿੱਧੂ ਲਗਾਤਾਰ ਫੇਸਬੁੱਕ ਤੇ ਵੀਡੀਓ ਅਪਲੋਡ ਕਰ ਰਹੇ ਸੀ ਪਰ ਕੋਈ ਉਸ ਦਾ ਸੁਰਾਗ ਨਹੀਂ ਮਿਲ ਰਿਹਾ ਸੀ। ਕਿਹਾ ਜਾ ਰਿਹਾ ਸੀ ਕਿ ਬਾਹਰੋਂ ਕੋਈ ਦੋਸਤ ਦੇ ਦੁਆਰਾ ਵੀਡੀਓ ਭੇਜੀ ਜਾਂਦੀ ਸੀ, ਉਸ ਤੋਂ ਬਾਅਦ ਇੱਕ ਵੀਡੀਓ ਨੂੰ ਅਪਲੋਡ ਕੀਤਾ ਜਾਂਦਾ ਸੀ। ਸਾਫ਼ ਤੌਰ ਤੇ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਲੋਕੇਸ਼ਨ ਟਰੇਸ ਕੀਤੀ ਜਾਂਦੀ ਹੈ, ਮੋਬਾਈਲ ਫੋਨ ਦੇ ਜ਼ਰੀਏ ਲੋਕੇਸ਼ਨ ਟਰੇਸ ਕੀਤੀ ਜਾਂਦੀ ਹੈ, ਤਾਂ ਕਿਤੇ ਨਾ ਕਿਤੇ ਉਸੇ ਚੀਜ਼ ਤੋਂ ਬਚਣ ਦਾ ਇੱਕ ਤਰੀਕਾ ਸੀ ਕਿ ਜਿਹੜਾ ਪੂਰੇ ਦਾ ਪੂਰਾ ਮਾਮਲਾ ਬਾਹਰਲੇ ਮੁਲਕ ਤੇ ਸ਼ਿਫਟ ਕਰ ਦਿੱਤਾ ਜਾਵੇ, ਕਿਉਂਕਿ ਜਦੋਂ ਵਿਦੇਸ਼ੀ ਹੱਥਾਂ ਦੇ ਵਿੱਚ ਚਲੀ ਜਾਂਦੀ ਹੈ ਗੱਲ, ਜਦੋਂ ਵਿਦੇਸ਼ੀ ਨੈਟਵਰਕ ਤੇ ਗੱਲ ਚਲੀ ਜਾਂਦੀ ਹੈ ਤਾਂ ਦੇਸ਼ ਦੀਆਂ ਜਿਹੜੀਆਂ ਏਜੰਸੀਆਂ ਉਸ ਤਰੀਕੇ ਨਾਲ ਜਾਂਚ ਨਹੀਂ ਕਰ ਪਾਉਂਦੀਆਂ। ਸੋ ਇਸੇ ਕਰਕੇ ਸ਼ਾਇਦ ਜਿਹੜੀ ਗ੍ਰਿਫਤਾਰੀ ਦੇ ਵਿੱਚ ਦੇਰ ਹੋਈ ਹੈ। ਜੇਕਰ ਲਾਲ ਕਿਲੇ ਦੀ ਗੱਲ ਕਰੀ ਜਾਵੇ, 26 ਜਨਵਰੀ ਦੇ ਲਾਲ ਕਿਲੇ ਦੀ ਘਟਨਾ ਦੀ ਅਸੀਂ ਗੱਲ ਕਰ ਰਹੇ ਸੀ, ਜਿਸ ਦੀ तमाम ਕਿਸਾਨ ਜਥੇਬੰਦੀਆਂ ਨੇ, तमाम ਲੋਕਾਂ ਨੇ ਨਿੰਦਾ ਕੀਤੀ ਸੀ ਔਰ ਜਿਸ ਦੇ ਵਿੱਚ ਇੱਕ ਕੇਸਰੀ ਨਿਸ਼ਾਨ ਸੀ, ਜਿਹੜਾ ਕੇਸਰੀ ਰੰਗ ਦਾ ਝੰਡਾ ਸੀ, ਉਹ ਲਾਲ ਕਿਲੇ ਤੇ ਲਹਿਰਾ ਦਿੱਤਾ ਗਿਆ। ਦੀਪ ਸਿੱਧੂ ਉਸ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾਏ ਗਏ, ਕਿਉਂਕਿ ਸਾਫ਼ ਤੌਰ ਤੇ ਕਿਸਾਨ ਯੂਨੀਅਨਾਂ ਨੇ ਵੀ ਇੱਕ ਸਮਾਜਿਕ ਬਾਈਕਾਟ ਦਾ ਸੱਦਾ ਸੀ ਜਿਹੜਾ ਦੀਪ ਸਿੱਧੂ ਦੇ ਖਿਲਾਫ ਦਿੱਤਾ ਸੀ ਕਿ ਦੀਪ ਸਿੱਧੂ ਦਾ तमाम ਦੇਸ਼ ਵੱਲੋਂ ਸਮਾਜਿਕ ਬਾਈਕਾਟ ਕੀਤਾ ਜਾਵੇ। ਦੀਪ ਸਿੱਧੂ ਦੀਆਂ ਕਾਫੀ ਜ਼ਿਆਦਾ ਫੋਟੋਆਂ ਕੇਂਦਰ ਦੇ ਮੰਤਰੀਆਂ ਨਾਲ ਵਾਇਰਲ ਹੁੰਦੀਆਂ ਨੇ, ਪਰ ਉਹ ਫੋਟੋਆਂ 2019 ਦੀਆਂ ਨੇ, ਜਿਸ ਸਮੇਂ ਉਹ ਸੰਨੀ ਦਿਓਲ ਦੇ ਨਾਲ, ਜਿਸ ਸਮੇਂ ਸੰਨੀ ਦਿਓਲ ਇਲੈਕਸ਼ਨ ਲੜ ਰਹੇ ਸੀ ਗੁਰਦਾਸਪੁਰ ਤੋਂ, ਉਸ ਸਮੇਂ ਦੀਆਂ ਉਹ ਤਸਵੀਰਾਂ ਨੇ। ਪਰ ਇਲਜ਼ਾਮ ਨੇ ਜਿਹੜੇ ਉਹ ਬਾਅਦ ਚ ਲਗਾਏ ਜਾਂਦੇ ਨੇ ਕਿ ਜੀ ਬੀਜੇਪੀ ਦੇ ਨੇਤਾਵਾਂ ਦੇ ਨਾਲ ਫੋਟੋਆਂ ਵਾਇਰਲ ਹੁੰਦੀਆਂ ਨੇ। ਜੀ ਅੰਮ੍ਰਿਤ। ਬਿਲਕੁਲ ਰੋਹਿਤ, ਤਾਂ ਸਿੱਧੇ ਤੌਰ ਤੇ ਭੂਮਿਕਾ ਸਵਾਲਾਂ ਦੇ ਘੇਰੇ ਵਿੱਚ ਤਾਂ ਸੀ, ਚਾਹੇ ਉਹ ਸ਼ੰਭੂ ਬਾਰਡਰ ਦੇ ਮੋਰਚੇ ਦੀ ਗੱਲ ਕਰੀਏ, ਉਸ ਵੇਲੇ ਵੀ ਕੁਝ ਗਰਮ ਖਿਆਲੀਆਂ ਦੀਆਂ ਗੱਲਾਂ ਸਾਹਮਣੇ ਆਈਆਂ। ਖਾਲਿਸਤਾਨ ਦੇ ਨਾਲ ਮੋਰਚਾ ਉਸ ਵੇਲੇ ਜੋੜ ਕੇ ਦੇਖਿਆ ਜਾ ਰਿਹਾ ਸੀ, ਉਸ ਵੇਲੇ ਵੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਸੀ ਕਿ ਅਜਿਹੀ ਬਿਆਨਬਾਜ਼ੀ ਜਾਂ ਫਿਰ ਅਜਿਹੇ ਜੋ ਚਾਹੇ ਕਲਾਕਾਰ ਨੇ ਜਾਂ ਆਗੂ ਨੇ ਉਹਨਾਂ ਨੂੰ ਸ਼ਾਮਿਲ ਨਾ ਕੀਤਾ ਜਾਵੇ ਜੋ ਅੰਦੋਲਨ ਦੀ ਦਿੱਖ ਹੋਰ ਪਾਸੇ ਮੋੜ ਰਹੇ ਨੇ। ਜੀ ਬਿਲਕੁਲ, ਜੇ ਗੱਲ ਕਰੀ ਜਾਵੇ ਸ਼ੁਰੂ ਤੋਂ ਹੀ ਲੈ ਕੇ ਦੀਪ ਸਿੱਧੂ ਤੇ ਕਿਸਾਨ ਜਥੇਬੰਦੀਆਂ ਸਵਾਲ ਚੁੱਕਦੀਆਂ ਆਈਆਂ ਨੇ। ਜੇਕਰ ਤੁਹਾਡੇ ਯਾਦ ਹੋਵੇ, ਅੱਜ ਤੋਂ ਕਰੀਬ ਜਦੋਂ 3-4 ਮਹੀਨੇ ਪਹਿਲਾਂ ਚੰਡੀਗੜ੍ਹ ਤੋਂ ਪ੍ਰੈਸ ਕਾਨਫਰੰਸ ਦਾ ਇੱਕ ਦੌਰ ਸ਼ੁਰੂ ਹੋਇਆ ਸੀ, ਤਾਂ ਕੁਝ ਕਲਾਕਾਰਾਂ ਦੇ ਸੰਗਠਨ ਔਰ ਕੁਝ ਕਿਸਾਨਾਂ ਦੇ ਸੰਗਠਨ ਆਪਸ ਵਿੱਚ ਬੈਠ ਕੇ ਮੀਟਿੰਗਾਂ ਕਰਦੇ ਸੀ, ਆਪਸ ਵਿੱਚ ਬੈਠ ਕੇ ਉਹਨਾਂ ਦੀਆਂ ਜਿਹੜੀਆਂ ਪ੍ਰੈਸ ਕਾਨਫਰੰਸ ਹੁੰਦੀਆਂ ਸੀ। ਪਰ ਇੱਕ ਦੌਰ ਅਜਿਹਾ ਆਇਆ ਜਦੋਂ ਦੀਪ ਸਿੱਧੂ ਦਾ ਇੱਕ ਕਿਨਾਰਾ ਕਰਨ ਲੱਗੇ, ਜਦੋਂ ਦੀਪ ਸਿੱਧੂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕਿਸਾਨ ਯੂਨੀਅਨਾਂ ਨੂੰ ਉਹ ਸਮਝ ਹੈ ਨਹੀਂਗੀ, ਕਿਸਾਨ ਯੂਨੀਅਨਾਂ ਉਸ ਤਰੀਕੇ ਨਾਲ ਗੱਲ ਨਹੀਂ ਕਰ ਰਹੀਆਂ। ਜਦੋਂ ਪਹਿਲੀ ਮੁਲਾਕਾਤ 14 ਅਕਤੂਬਰ ਦੀ
ਦੀ ਸ਼ਾਇਦ ਗੱਲ ਹੈ। ਜਦੋਂ ਕੇਂਦਰ ਦੇ ਨਾਲ ਪਹਿਲੀ ਮੁਲਾਕਾਤ ਹੋਈ ਹੈ, ਮੰਤਰੀਆਂ ਦੇ ਨਾਲ ਪਹਿਲੀ ਮੁਲਾਕਾਤ ਹੋਈ ਹੈਗੀ, ਪਹਿਲੀ ਸੈਕਟਰੀ ਨਾਲ ਹੋਈ, ਦੂਸਰੀ ਮੰਤਰੀ ਨਾਲ ਹੋਈ, ਤਾਂ ਦੀਪ ਸਿੱਧੂ ਨੇ ਕਿਹਾ ਕਿ ਤੁਸੀਂ ਤਾਂ ਉੱਥੇ ਉਹਨਾਂ ਦੇ ਨਾਲ ਖਾਣਾ ਖਾ ਕੇ ਆ ਜਾਂਦੇ ਹੋ, ਤੁਸੀਂ ਉਹਨਾਂ ਦਾ ਖਾਣਾ ਕਿਉਂ ਖਾ ਰਹੇ ਹੋ। ਲਗਾਤਾਰ ਦੀਪ ਸਿੱਧੂ ਵੱਲੋਂ ਵੀ ਕਿਸਾਨ ਯੂਨੀਅਨਾਂ ਤੇ ਇਤਰਾਜ਼ ਜ਼ਾਹਿਰ ਕਰਦੇ ਰਹੇ। ਦੂਜੇ ਪਾਸੇ ਕਿਸਾਨ ਯੂਨੀਅਨਾਂ ਸ਼ੁਰੂ ਤੋਂ ਇਸ ਗੱਲ ਨੂੰ ਕਹਿੰਦੀਆਂ ਆਈਆਂ ਕਿ ਦੀਪ ਸਿੱਧੂ ਬੀਜੇਪੀ ਦਾ ਏਜੰਟ ਉਹਨਾਂ ਨੇ ਲਗਾਤਾਰ ਕਿਸਾਨ ਯੂਨੀਅਨਾਂ ਵੱਲੋਂ ਕਿਹਾ ਗਿਆ, ਲਗਾਤਾਰ ਆਰਐਸਐਸ ਦਾ ਏਜੰਟ ਤੱਕ ਉਹਨਾਂ ਨੂੰ ਕਹਿ ਦਿੱਤਾ ਗਿਆ। ਲਗਾਤਾਰ ਜਿਹੜੀਆਂ ਚੀਜ਼ਾਂ ਦਾ ਜ਼ਿਕਰ ਕਰਦੇ ਸੀ, ਲਗਾਤਾਰ ਕਿਸਾਨ ਜਥੇਬੰਦੀਆਂ ਨੇ ਇੱਕ ਐਲਾਨ ਕੀਤਾ ਕਿ ਦੀਪ ਸਿੱਧੂ ਸਾਡੇ ਨਾਲ ਨਹੀਂ ਹੈ, ਦੀਪ ਸਿੱਧੂ ਅਲੱਗ ਤੋਂ ਆਪਣਾ ਜਿਹੜਾ ਰੁਖ ਅਪਣਾ ਰਿਹਾ। ਉਸੇ ਤੋਂ ਬਾਅਦ ਹੀ ਦੀਪ ਸਿੱਧੂ ਨੇ ਐਲਾਨ ਕੀਤਾ ਕਿ ਜਿਸ ਤਰ੍ਹਾਂ ਸ਼ੰਭੂ ਮੋਰਚੇ ਦੀ ਮੈਂ ਗੱਲ ਕਰ ਰਿਹਾ, ਬਣੇ ਰਹੋ ਤੁਸੀਂ ਸਾਡੇ ਨਾਲ, ਫਿਰ ਤੋਂ ਤੁਹਾਡਾ ਰੁਖ ਕਰਦੇ ਹਾਂ, ਹੋਰ ਜਾਣਕਾਰੀ ਤੁਹਾਡੇ ਕੋਲੋਂ ਲਵਾਂਗੇ। ਤਾਂ ਫਿਲਹਾਲ ਦੀਪ ਸਿੱਧੂ ਦੀ ਗ੍ਰਿਫਤਾਰੀ ਹੋਈ, ਜ਼ੀਰਕਪੁਰ ਤੋਂ ਦੀਪ ਸਿੱਧੂ ਦੀ ਗ੍ਰਿਫਤਾਰੀ ਕੀਤੀ ਗਈ। ਤਾਂ ਇੱਕ ਹੋਰ ਵੱਡੀ ਖਬਰ ਦੱਸ ਦਈਏ, 12 ਵਜੇ ਦਿੱਲੀ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। 12 ਵਜੇ ਪ੍ਰੈਸ ਕਾਨਫਰੰਸ ਕਰਕੇ ਹੋਰ ਖੁਲਾਸੇ ਦਿੱਲੀ ਪੁਲਿਸ ਦੇ ਵੱਲੋਂ ਕੀਤੇ ਜਾਣਗੇ ਕਿ ਆਖਿਰਕਾਰ ਜੋ ਗ੍ਰਿਫਤਾਰੀ ਹੋਈ ਹੈ ਉਸ ਦੇ ਨਾਲ ਹੋਰ ਜੁੜੀਆਂ ਗੱਲਾਂ ਪੁਲਿਸ ਵੱਲੋਂ ਸਾਹਮਣੇ ਰੱਖੀਆਂ ਜਾਣਗੀਆਂ ਕਿ ਕੋਈ ਹੋਰ ਗ੍ਰਿਫਤਾਰੀ ਵੀ ਹੋਈ ਹੈ। लगातार इस खबर ते न्यूज़ 18 दी नजर बनी हुई है। पल पल दी अपडेट अपने दर्शकों के नाल सब तो पहला सांझी कर रहे हैं। तो दिल्ली हिंसा मामले दे विच लोड़िंदा सी दीप सिद्धू, 1 लाख रुपए का इनाम रखा गया सी दीप सिद्धू दी जानकारी देने वाले नूं, सूचना देने वाले दे लई। फिलहाल दीप सिद्धू दी गिरफ्तारी हो गई है, पंजाब दे जीरकपुर तो गिरफ्तारी हुई है। तो 12 बजे दिल्ली पुलिस दे वल्लों प्रेस कॉन्फ्रेंस की जाएगी। प्रेस कॉन्फ्रेंस करके जानकारी दी जाएगी कि फिलहाल की कुछ होर पुलिस नूं जानकारी मिली है, कि कोई सुराग मिलिया है, कि कोई होर गिरफ्तारी हुई है, कि किसी दे वल्लों सूचना दी गई सी या होर को कुछ पुलिस दे वल्लों वड्डे खुलासे कीते जा सकते ने। फिलहाल अदालत दे विच भी पेश किया जाना है, बयान भी दर्ज किए जा रहे हैं। शंकर आनंद साडे सहयोगी दिल्ली तो ज्यादा जानकारी लिए जुड़े ने। तो शंकर, फिलहाल 12 बजे प्रेस कॉन्फ्रेंस और क्या कुछ अपडेट मिल रही है? देखिए, आज 12 बजे दिल्ली स्थित जो दिल्ली पुलिस मुख्यालय है वहां पे प्रेस वार्ता किया जाएगा, जिसमें कि स्पेशल सेल के डीसीपी आज इस मामले पर औपचारिक तौर पर बयान देंगे कि किस तरह से इसको गिरफ्तार किया गया है, किस तरह से बकायदा इस मामले में इसको पिछले काफी समय से इसको तलाशा जा रहा था, और जिस तरह से लाल किला के अंदर में हिंसा हुई थी उस मामले में दीप सिद्धू का नाम सामने आ रहा था कि दीप सिद्धू ने काफी लोगों को भड़काया था। तो इस तरह का जो आरोप लग रहा था, और जिस तरह से सोशल मीडिया पे ये लगातार एक्टिव था, सोशल मीडिया के मार्फत ये अपने स्टेटमेंट दे रहा था, तो इन तमाम मामलों की गंभीरता को देखते हुए बाकायदा इससे आगे की पूछताछ की जाएगी। और आज जो है कोर्ट में पेश करने से पहले उसका पहले मेडिकल जांच करवाया जाएगा। मेडिकल जांच करवाने के बाद कोर्ट के सामने उस मेडिकल रिपोर्ट को भी रखा जाएगा। लेकिन जहां तक अभी हमारे जो विश्वस्त सूत्र बता रहे हैं कि अभी दिल्ली के अंदर यानी कि स्पेशल सेल के दफ्तर में अभी तक दीप सिद्धू को पहुंचाया गया है, वो रास्ते में है, यानी कि दिल्ली एनसीआर का जो इलाका है उसके अंदर में ही है। पंजाब से उसे गिरफ्तार करने के बाद उसे लाया जा रहा है और अभी एनसीआर के तक पहुंच चुका है। थोड़ी देर के बाद औपचारिक तौर पर स्पेशल सेल के दफ्तर में उसको लेकर जाएंगे और उसके बाद उसका मेडिकल जांच करवाया जाएगा। मेडिकल जांच करवाने के लिए स्थानीय जो अस्पताल होगा वहां लेकर जाकर उसका मेडिकल जांच करवाएंगे। उसके बाद उसे कोर्ट में पेश किया जाएगा। कोर्ट में लगभग में 1 से 2 बजे के बीच में उसे पेश किया जाएगा। उसके पहले आज जो है बाकायदा तमाम औपचारिकताओं को पूरा किया जा रहा है और दीप सिद्धू को लाने के पहले ही स्पेशल सेल के दफ्तर में तमाम अधिकारी उसके रिमांड पेपर, रिमांड से संबंधित जो तमाम जो दस्तावेजी प्रक्रियाएं होती हैं उसको पूरा किया जा रहा है। एक तरह से कहा जा सकता है कि दीप सिद्धू को लेकर राजधानी दिल्ली में काफी चहल पहल है। चहल पहल इस मामले को लेकर पुलिस में मुख्यालय के अंदर में काफी चर्चाएं हो रही हैं और जिस तरह से बाकायदा स्पेशल सेल ने इस मामले में एक बड़े ऑपरेशन को अंजाम देते हुए दीप सिद्धू को गिरफ्तार किया है, तो इस मामले पर कहा जा सकता है कि आने वाले वक्त में कुछ और भी प्रमुख आरोपियों की गिरफ्तारी संभव है। इसके लिए अलग अलग लोकेशन पर स्पेशल सेल की टीम जो है लगातार एक्टिव है और इसके साथ ही जो क्राइम ब्रांच की टीम है वो क्राइम ब्रांच भी अपनी जो कई टीम को एक्टिव कर चुकी है। तो देखना लाजमी होगा कि कितने जल्द से जल्द कितना देर में इस मामले पर आगे की औपचारिकताओं को पूरा किया जाएगा और इस मामले में दूसरे जो अन्य आरोपी हैं उसकी गिरफ्तारी कब तक होती है। लेकिन दीप सिद्धू की अगर बात करें तो दीप सिद्धू को लेकर जब आज कोर्ट में पेश किया जाएगा तो उसके बाद उसकी ज्यादा से ज्यादा इसकी रिमांड मांगी जाएगी और ज्यादा से ज्यादा रिमांड लेने पर इसके बाद से पूछताछ किया जाएगा। तो ऐसे बीच में जो पिछले 26 जनवरी के बाद के दिनों के बाद वो कहाँ रहा, किसने इसको छुपाने में मदद किया, वो कहाँ कौन कौन से लोग थे जो इसकी मदद कर रहे थे और सोशल मीडिया तक किस तरह से बाकायदा ये अपने बातों को रख रहा था और वो कौन लोग हैं जो इसको मदद कर रहा था। इस मामले में कहा जा सकता है काफी विस्तार से पूछताछ होगी
और इस मामले में कई लोगों की मुश्किलें बढ़ने वाली हैं और स्पेशल सेल और क्राइम ब्रांच की टीम लगातार इस मामले पर कई अलग अलग लोकेशन पर कार्रवाई कर रही है। पंजाब और हरियाणा की बात करें तो पंजाब और अलग हरियाणा के अंदर में स्पेशल सेल और क्राइम ब्रांच की टीम अलग अलग कई स्थानों पर वहां पे मौके पे है और जो आरोपी हैं जिसके खिलाफ नामजद मामला दर्ज किया गया है उनको तलाशने के लिए, उसको पकड़ने के लिए लगातार एक प्रयास कर रही है। तो कहा जा सकता है कि देखना लाजमी होगा कि कितना जल्द से जल्द दूसरे अन्य आरोपियों की गिरफ्तारी होगी। बिल्कुल शंकर, तो फिलहाल और क्या कुछ खुलासे होते हैं, लगातार इस पर नजर बनी हुई है। शुक्रिया इस तमाम जानकारी के लिए। तो फिलहाल जो बड़ी खबर दस रही है कि दीप सिद्धू की गिरफ्तारी पंजाब के जीरकपुर तो हुई है, उस तो बाद हुण 12 वजे दिल्ली पुलिस के वलों प्रेस कॉन्फ्रेंस की जाएगी। तो लगातार तुहानू भी दस रहे हैं कि दीप सिद्धू कौन है, आखिरकार किसान अंदोलन दे विच एक नाम, एक चेहरा इन्ना ज्यादा चर्चा दे विच क्यों आ गया, इस चेहरे नू लेके इन्नी ज्यादा हलचल क्यों है। फिलहाल 12 वजे पुलिस के वलों प्रेस कॉन्फ्रेंस की जाएगी, उस तो बाद जो कागजी कार्रवाई हुण शुरू हो गई है। 1 तो 2 वजे दे विच दीप सिद्धू नू अदालत दे विच पेश किया जाएगा। अदालत दे विच पेश करके उसका पुलिस रिमांड हासिल करती है या अगे फिर होर की कुछ कार्रवाई हुंदी है, इस ते लगातार नजर बनी हुई है। न्यूज़ 18 ते पल पल दी अपडेट अपने दर्शकों के नाल साझी कर रहे हैं। 12 बजे दिल्ली पुलिस प्रेस कॉन्फ्रेंस करेगी। इस प्रेस कॉन्फ्रेंस दे विच जानकारी दी जाएगी कि आखिरकार एग्जैक्ट कित्थों जो है वो दीप सिद्धू नू गिरफ्तार किया गया है, कि किसी के घर दे विच दीप सिद्धू ने पनाह लई हुई सी, कौन लोग सी, जेकर किसी के घर विच सी तां कौन सी जिन्हां ने दीप सिद्धू नू रखिया होया सी, दीप सिद्धू दे नाल भी किसी की गिरफ्तारी हुई है या किसी के कहण ते सूचना देण ते गिरफ्तारी हुई है। हालांकि दिल्ली पुलिस की एक स्पेशल सैल पंजाब दे विच भी लगातार दीप सिद्धू की भाल कर रही सी। यह भी कहा जा रहा है कि दीप सिद्धू की गिरफ्तारी जो हुई है वो स्पेशल सैल दे वल्लों ही की गई है, पर फिलहाल कोई सूचना पुलिस के कोल सी पहला या फिर नहीं, है दिल्ली पुलिस 12 बजे प्रेस कॉन्फ्रेंस करके साफ करेगी। तो दीप सिद्धू कौन है, यह भी तुहानू लगातार असीं दस रहे हैं। दीप सिद्धू मुक्तसर का रहने वाला है, पंजाबी फिल्मां दे विच हाथ आजमाया होया है, पर इस दे नाल दस दईए कि वकालत की पढ़ाई भी दीप सिद्धू ने की हुई है। जो पहली फिल्म सी वो धर्मिंदर प्रोडक्शन हाउस की सी, इसलिए जो धर्मिंदर के परिवार के नाल है, सनी देओल के नाल नजदीकियां ज्यादा वधियां, यही कारण सी कि चोण प्रचार दे विच 2019 दे विच कमान पूरी तरह दीप सिद्धू ने संभाली, जिस वेले सनी देओल दे लई गुरदासपुर दी सीट तो चोण प्रचार किया गया। पर चोण जितन तो बाद सनी देओल दे नाल दीप सिद्धू रिश्तियां दे विच खटास आ गई। दीप सिद्धू ने कहा कि मैं उत्थे भी ठगिया गया हाँ, मेरे नाल धोखा किया गया है। पर फिलहाल दीप सिद्धू जो किसान अंदोलन दे विच सरगर्म होया, भूमिका सवालों के घेरे विच फिलहाल गिरफ्तारी हुई है। एक बार फिर तो रुक करते हैं, रोहित बंसल साडे सहयोगी जुड़े ने। तो रोहित, पंजाब के जीरकपुर तो गिरफ्तारी हुंदी है, यानी कि पंजाब दे विच ही इन्ने दिनों तो दीप सिद्धू बैठा होया सी। फिलहाल ये बड़ा सवाल है कि दीप सिद्धू की गिरफ्तारी दे नाल की किसी होर नूं भी गिरफ्तार किया गया है या आखिरकार किसने पनाह दी हुई सी दीप सिद्धू नूं। जी बिल्कुल, जेकर गल करी जाए दीप सिद्धू की गिरफ्तारी की तो पंजाब के जीरकपुर तो दीप सिद्धू की गिरफ्तारी होंगी और पिछले दिनों के जी पुलिस के वलों लोकेशनां ट्रेस की गई सी, उस दे विच 3 लोकेशनां पंजाब, हरियाणा और बिहार के कुछ एरिए दीयां लोकेशनां ट्रेस की गई सी। तो उसी चीज़ों नूं लैके जिहड़ियां दिल्ली पुलिस की क्राइम ब्रांच दीयां वख-वख टीमां सी इन्हां राज्यां दे विच सतर्क सन। और दीप सिद्धू दे लई क्योंकि पंजाबी का एक एक्टर हैगा, सब तो पहली फिल्म है जिहड़ी दीप सिद्धू प्रोफैशनली जेकर गल करी जाए तो दीप सिद्धू एक वकील हैगा, बॉम्बे के एरिए तो उन्हें ला की जी डिग्री प्राप्त करते हैं। उस तो बाद जिहड़े देश दीयां कई नामी कंपनियां दे नाल वकील के तौर पर काम किया, देश के कई बॉलीवुड एक्टरां दे नाल एक वकील के तौर पर काम किया। इत्थों तक भी कहा जाता है कि जिहड़ा धर्मिंदर की फैमिली आ उन्हां दे एक पर्सनल वकील के तौर पर दीप सिद्धू लगातार सरगर्म रहेगा। और उस तो बाद जिहड़ी दीप सिद्धू की पहली फिल्म है रमता जोगी, उस फिल्म का नाम सीगा, जिहड़ी दीप सिद्धू की पहली पंजाबी फिल्म सी। उस तो बाद जोरा और जोरा चैप्टर 2 तीन तो 4 फिल्मां जिहड़ियां पंजाबी दे विच आउंदियां, लगातार एक्टिंग दे विच कोई फिल्म बहुती कामयाब नहीं रहिंदी। हालांकि जोरा दे नाल एक पछाण दीप सिद्धू नूं जोरा दे नाम ते बहुत मिली, अक्सर पंजाब दे लोग बाई जोरा कह के भी कहंदे सी। और उसे फेम नूं किते ना किते चक के दीप सिद्धू किसानी अंदोलन च एंट्री मारदे आ, उसे फेम दे जरिए दीप सिद्धू किसानी अंदोलन च आउंदे आ। लगातार जिहड़े कानून है उन्हां दे खिलाफ गल्लां करते हैं, पर शुरू तो ही किसान जथेबंदियां का रुख यही रहा। स्टार्टिंग दे विच जरूर दीप सिद्धू दे नाल 2 तो 3 मुलाकातां किसान जथेबंदियां होईयां, पर उस तो बाद दीप सिद्धू ने अपना रास्ता वख कर लिया और किसान जथेबंदियां ने अपना रास्ता वख कर लिया। हालांकि बहुत सारे कलाकार सी जिहड़े किसान जथेबंदियां नूं सपोर्ट करते रहे, पर दीप सिद्धू का रास्ता और किसान जथेबंदियां का रास्ता अलग अलग रहा। किसान जथेबंदियां के फैसलों तो दीप सिद्धू ने हट के अक्सर फैसले किए। शंभू मोर्चे की गल करिए, शंभू मोर्चा शुरू तो लैके सवालों के विच रहा, किसान जथेबंदियां लगातार शंभू मोर्चे नूं लैके सवाल चुकदियां रहियां।
ਗਈਆਂ ਕਿ ਇਹ ਸਾਡਾ ਮੋਰਚਾ ਨਹੀਂ, ਦੀਪ ਸਿੱਧੂ ਦਾ ਮੋਰਚਾ। ਉਸੇ ਮੋਰਚੇ ਦੇ ਉੱਤੋਂ ਕਦੇ ਖਾਲਿਸਤਾਨ ਦੀ ਗੱਲ ਕੀਤੀ ਜਾਂਦੀ ਹੈ, ਕਦੇ ਪਿੰਡਰਾਂ ਵਾਲੇ ਦੀ ਗੱਲ ਕੀਤੀ ਜਾਂਦੀ ਹੈ। ਲਗਾਤਾਰ ਉਹਨਾਂ ਵੱਲੋਂ ਇਸ ਚੀਜ਼ ਦੇ ਹੱਕ ਵਿੱਚ ਵੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਜਿਹੜੇ ਪਿੰਡਰਾਂ ਵਾਲੇ ਸਨ ਉਹ ਕਿਸ ਤਰ੍ਹਾਂ ਦੇ ਸਨ। ਲਗਾਤਾਰ ਜਿਸ ਚੀਜ਼ ਨੂੰ ਲੈ ਕੇ ਬਾਕੀ ਕਿਸਾਨ ਜਥੇਬੰਦੀਆਂ ਇਸ ਚੀਜ਼ ਤੋਂ ਲਗਾਤਾਰ ਪੱਲਾ ਝਾੜਦੀਆਂ ਰਹੀਆਂ, ਕਿਸਾਨ ਜਥੇਬੰਦੀਆਂ ਨੇ ਇਸ ਤੇ ਕੋਈ ਕਮੈਂਟ ਨਹੀਂ ਕੀਤਾ। ਔਰ ਉਸ ਤੋਂ ਬਾਅਦ ਜਦੋਂ ਦਿੱਲੀ ਦੇ ਵਿੱਚ ਮੋਰਚਾ ਸ਼ੁਰੂ ਹੁੰਦਾ, ਜਦੋਂ ਦਿੱਲੀ ਜਾਣ ਦੀ ਤਿਆਰੀ ਹੁੰਦੀ ਹੈ, ਤਾਂ ਉਸ ਸਮੇਂ ਵੀ ਦੀਪ ਸਿੱਧੂ ਨੇ ਉੱਥੇ ਟੈਂਟ ਜ਼ਰੂਰ ਲੱਗੇ ਹੋਏ ਸੀ, ਦੀਪ ਸਿੱਧੂ ਦੇ ਉੱਥੇ ਵੀ ਟੈਂਟ ਲੱਗੇ ਹੋਏ ਸੀ, ਪਰ ਦੀਪ ਸਿੱਧੂ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੇ ਚੜ੍ਹਨ ਦੀ ਆਗਿਆ ਨਹੀਂ ਸੀ। ਦੀਪ ਸਿੱਧੂ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੇ ਬੋਲਣ ਦੀ ਆਗਿਆ ਨਹੀਂ ਸੀ। ਹਾਲਾਂਕਿ ਉਹ ਜਿਹੜੇ ਅੰਦੋਲਨ ਦਾ ਇੱਕ ਪਾਰਟ ਬਣ ਕੇ ਜ਼ਰੂਰ ਕੰਮ ਕਰ ਰਿਹਾ ਸੀ, ਅੰਦੋਲਨ ਦੇ ਇੱਕ ਏਰੀਏ ਵਿੱਚ ਆਪਣੇ ਬਹੁਤ ਸਾਰੇ ਲੋਕਾਂ ਦੇ ਨਾਲ ਬਹੁਤ ਜ਼ਰੂਰ ਬੈਠਾ ਹੋਇਆ ਸੀ। ਔਰ 25 ਤਰੀਕ ਦੀ ਰਾਤ ਨੂੰ ਜਦੋਂ ਰਾਤ ਨੂੰ ਕਰੀਬ 6 ਤੋਂ 8 ਵਜੇ ਦਾ ਸਮਾਂ, ਜਦੋਂ ਸੰਯੁਕਤ ਕਿਸਾਨ ਮੋਰਚਾ ਦੀ ਸਟੇਜ ਤੇ ਇੱਕ ਤਰੀਕੇ ਨਾਲ ਕੈਪਚਰ ਕੀਤਾ ਜਾਂਦਾ ਹੈ, ਕਬਜ਼ਾ ਕੀਤਾ ਜਾਂਦਾ, ਤਾਂ ਦੀਪ ਸਿੱਧੂ ਵੀ ਉਸੇ ਦੇ ਵਿੱਚ ਸ਼ਾਮਿਲ ਸੀ। ਦੀਪ ਸਿੱਧੂ ਵੱਲੋਂ ਵੀ ਸਟੇਜ ਤੇ ਚੜ੍ਹ ਕੇ ਆਪਣੇ ਵਿਚਾਰ ਪੇਸ਼ ਕੀਤੇ ਜਾਂਦੇ ਨੇ ਕਿ ਕੱਲ ਦੇ ਜਿਹੜੇ 26 ਜਨਵਰੀ ਦਾ ਪ੍ਰੋਗਰਾਮ ਆ, ਆਪਾਂ ਰਿੰਗ ਰੋਡ ਤੇ ਜਾਣਾ ਹੈਗਾ, ਆਪਾਂ ਕਿਸ ਤਰ੍ਹਾਂ ਜਿਹੜੀ ਆਪਾਂ ਨੂੰ ਪਹਿਲਾਂ ਕਹੀ ਗਈ ਸੀ ਰੋਡ, ਆਪਾਂ ਉਸ ਤੇ ਜਾਣਾ। ਜਿਹੜੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਹੁਣ ਰੂਟ ਦਿੱਤਾ ਗਿਆ ਹੈਗਾ, ਉਹ ਰੂਟ ਤੇ ਆਪਾਂ ਨਹੀਂ ਜਾਵਾਂਗੇ। ਲਗਾਤਾਰ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਦੀਪ ਸਿੱਧੂ ਵੱਲੋਂ ਵੀ ਕੀਤੀਆਂ ਗਈਆਂ। ਔਰ 26 ਜਨਵਰੀ ਦੀ ਜੇਕਰ ਗੱਲ ਕਰੀ ਜਾਵੇ ਤਾਂ ਹਰ ਕੋਈ ਬੰਦਾ ਇਹੀ ਗੱਲ ਕਹਿ ਰਿਹਾ ਕਿ ਦੀਪ ਸਿੱਧੂ ਸਿੰਘੂ ਬਾਰਡਰ ਤੋਂ ਲੈ ਕੇ ਲਾਲ ਕਿਲੇ ਤੱਕ ਕਿਤੇ ਵੀ ਨਜ਼ਰ ਨਹੀਂ ਆਉਂਦਾ। ਸ਼ਾਇਦ ਦੀਪ ਸਿੱਧੂ ਸਿੱਧਾ ਲਾਲ ਕਿਲੇ ਪਹੁੰਚਦਾ, ਜੋ ਉੱਥੋਂ ਦੇ ਲੋਕਾਂ ਦਾ ਵੀ ਕਹਿਣਾ, ਔਰ ਅਕਸਰ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਖੁੰਡ ਚਰਚਾ ਚੱਲਦੀ ਰਹਿੰਦੀ ਆ। ਔਰ ਅਸੀਂ ਵੀ ਜਿਸ ਤਰ੍ਹਾਂ ਦੇਖਿਆ ਕਿ ਜਦੋਂ ਅਸੀਂ ਲਾਲ ਕਿਲੇ ਦੇ ਕੋਲੇ ਪਹੁੰਚਦੇ ਹਾਂ ਤਾਂ ਲਾਲ ਕਿਲੇ ਦੇ ਕੋਲੇ ਟਰੈਕਟਰਾਂ ਦਾ ਕਾਫੀ ਵੱਡਾ ਜਮਾਵੜਾ ਸੀ। ਲਾਲ ਕਿਲੇ ਦੇ ਪਹਿਲਾਂ ਇੱਕ ਪੁਲ ਆਉਂਦਾ ਹੈਗਾ ਲਾਲ ਕਿਲੇ ਦੇ ਆਸ-ਪਾਸ, ਕਿਉਂਕਿ ਇੱਕ ਨਹਿਰ ਬਣੀ ਹੋਈ ਹੈ ਜਿਸ ਦੇ ਵਿੱਚ ਪਾਣੀ ਭਰ ਦਿੱਤਾ ਜਾਂਦਾ ਕਈ ਵਾਰ, ਤਾਂ ਉਸ ਦੇ ਜਿਹੜਾ ਪੁਲ ਦੇ ਉੱਪਰ ਕਾਫੀ ਜ਼ਿਆਦਾ ਲੋਕਾਂ ਦਾ ਜਮਾਵੜਾ ਸੀ, ਪਰ ਦੀਪ ਸਿੱਧੂ ਕਿਤੇ ਨਜ਼ਰ ਨਹੀਂ ਆ ਰਿਹਾ ਸੀ। ਲਾਲ ਕਿਲੇ ਦਾ ਪਹਿਲਾ ਗੇਟ ਤੋੜਿਆ ਗਿਆ, ਲਾਲ ਕਿਲੇ ਦਾ ਦੂਜਾ ਗੇਟ ਤੋੜਿਆ ਗਿਆ, ਤਾਂ ਜਿੱਦਾਂ ਹੀ ਭੀੜ ਲਾਲ ਕਿਲੇ ਦੇ ਅੰਦਰ ਦਾਖਲ ਹੁੰਦੀ ਆ, ਉਸ ਤੋਂ ਬਾਅਦ ਦੀਪ ਸਿੱਧੂ ਲਾਲ ਕਿਲੇ ਦੇ ਅੰਦਰ ਜਾਂਦੇ ਨਜ਼ਰ ਆਉਂਦੇ ਨੇ। ਲਾਲ ਕਿਲੇ ਦੇ ਅੰਦਰ ਜਾ ਕੇ ਪੌੜੀਆਂ ਚੜ੍ਹਦੇ ਨਜ਼ਰ ਆਉਂਦੇ ਨੇ। ਔਰ ਜਿੰਨੀ ਦੇਰ ਤੱਕ ਕੇਸਰੀ ਨਿਸ਼ਾਨ ਦੇ ਝੰਡੇ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਨਹੀਂ ਲਹਿਰ ਜਾਂਦਾ, ਉਨੀ ਦੇਰ ਤੱਕ ਉੱਪਰ ਖੜੇ ਰਹਿੰਦੇ ਨੇ। ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਕੁਝ ਤਸਵੀਰਾਂ ਦੇਖੀਆਂ ਹੋਣੀਆਂ ਦੀਪ ਸਿੱਧੂ ਦੀਆਂ, ਤਾਂ ਉਸ ਤਸਵੀਰਾਂ ਦੇ ਵਿੱਚ ਇੱਕ ਮਾਈਕ ਐਂਟਰ ਹੁੰਦਾ, ਉਹ ਨਿਊਜ਼ 18 ਪੰਜਾਬ ਦੇ ਹੀ ਸੀ, ਜਿਸ ਦੇ ਵਿੱਚ ਜੋ ਏਰੀਆ ਸੀ ਪੂਰਾ ਉਸ ਸਮੇਂ ਦਾ ਵਾਕਿਆ ਸੀ, ਤਾਂ ਦੀਪ ਸਿੱਧੂ ਉਸ ਤੋਂ ਬਾਅਦ ਉੱਥੋਂ ਚਲੇ ਜਾਂਦੇ ਨੇ। ਵੀ ਲਗਾਤਾਰ ਦਿਖਾ ਰਹੇ ਹਾਂ ਲਾਲ ਕਿਲੇ ਤੇ ਕਿਸ ਤਰੀਕੇ ਦੇ ਨਾਲ 26 ਜਨਵਰੀ ਵਾਲੇ ਦਿਨ ਇਹ ਕੇਸਰੀ ਝੰਡੇ ਲਹਿਰਾਏ ਗਏ, ਤੇ ਉਸ ਤੋਂ ਬਾਅਦ ਦੀਪ ਸਿੱਧੂ ਦੇ ਵੱਲੋਂ ਇੱਕ ਵੀਡੀਓ ਬਣਾਈ ਗਈ। ਵੀਡੀਓ ਦੇ ਵਿੱਚ ਨਾਰੇ ਜੈਕਾਰੇ ਵੀ ਦੀਪ ਸਿੱਧੂ ਵੱਲੋਂ ਲਗਾਏ ਜਾ ਰਹੇ ਸੀ। ਰੋਹਿਤ, ਤੁਸੀਂ ਬਣੇ ਰਹੋ ਸਾਡੇ ਨਾਲ। ਪੰਕਜ ਕਪਾਹੀ ਵੀ ਸਾਡੇ ਸਹਿਯੋਗੀ ਜੁੜੇ ਹੋਏ ਨੇ। ਤਾਂ ਪੰਕਜ, ਫਿਲਹਾਲ ਜ਼ੀਰਕਪੁਰ ਤੋਂ ਗ੍ਰਿਫਤਾਰੀ ਹੋਈ ਹੈ, 12 ਵਜੇ ਪੁਲਿਸ ਪ੍ਰੈਸ ਕਾਨਫਰੰਸ ਕਰਨ ਜਾ ਰਹੀ ਹੈ, ਅੱਜ ਅਦਾਲਤ ਵਿੱਚ ਵੀ ਪੇਸ਼ ਕੀਤਾ ਜਾਣਾ ਹੈ। ਹੋਰ ਕੀ ਕੁਝ ਜਾਣਕਾਰੀ ਮਿਲ ਪਾ ਰਹੀ ਹੈ ਕਿ ਕੋਈ ਹੋਰ ਗ੍ਰਿਫਤਾਰੀ ਵੀ ਹੋਈ ਹੈ ਦੀਪ ਸਿੱਧੂ ਦੇ ਨਾਲ? ਅੰਮ੍ਰਿਤ, ਜੋ ਇਸ ਵੇਲੇ ਜਾਣਕਾਰੀ ਮਿਲੀ ਹੈ ਕਿ ਦੀਪ ਸਿੱਧੂ ਦੀ ਇਕੱਲੇ ਗ੍ਰਿਫਤਾਰੀ ਦਿੱਲੀ ਪੁਲਿਸ ਨੇ ਸ਼ੋਅ ਕੀਤੀ, ਔਰ ਹੁਣ ਪੰਜਾਬ ਤੋਂ ਦਿੱਲੀ ਲਿਆਂਦਾ ਜਾ ਰਿਹਾ ਦੀਪ ਸਿੱਧੂ ਹੋਰਾਂ ਨੂੰ, ਔਰ ਮੈਡੀਕਲ ਜਿਹੜਾ ਵਾ ਉਹ ਪਹਿਲਾਂ ਕਰਵਾਇਆ ਜਾਏਗਾ, ਉਸ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ, ਔਰ ਜ਼ਿਆਦਾ ਤੋਂ ਜ਼ਿਆਦਾ ਦਿਨਾਂ ਤੱਕ ਰਿਮਾਂਡ ਦੀ ਮੰਗ ਜਿਹੜੀ ਹੈ ਉਹ ਦੀਪ ਸਿੱਧੂ ਦੀ ਕੀਤੀ ਜਾਏਗੀ ਕੋਰਟ ਦੇ ਵਿੱਚ ਦਿੱਲੀ ਪੁਲਿਸ ਵੱਲੋਂ, ਤਾਂ ਕਿ ਦੀਪ ਸਿੱਧੂ ਦੇ ਨਾਲ ਕੌਣ ਇਨਵੋਲਵ ਸੀ ਔਰ ਦੀਪ ਸਿੱਧੂ ਦਾ ਮਕਸਦ ਕੀ ਸੀ, ਔਰ ਕਿਸ ਤਰੀਕੇ ਦੇ ਨਾਲ ਇਹ ਪੂਰਾ ਘਟਨਾਕ੍ਰਮ ਦੀਪ ਸਿੱਧੂ ਨੇ ਵਾਪਰਿਆ, ਔਰ ਕਿਵੇਂ ਭੀੜ ਨੂੰ ਉਕਸਾਇਆ। ਇਸ ਦੀਪ ਸਿੱਧੂ ਦੇ ਪਿੱਛੇ ਹੋਰ ਕਿਹੜੇ ਲੋਕ ਨੇ ਜੋ ਇਸ ਤਰੀਕੇ ਦੇ ਨਾਲ ਇਸ ਸਾਰੀ ਮੂਵਮੈਂਟ ਜਿਹੜੀ ਉਹ ਕੀਤੀ ਗਈ। ਦਿੱਲੀ ਪੁਲਿਸ ਦੀ ਇਹੀ ਕੋਸ਼ਿਸ਼ ਰਹੇਗੀ, ਔਰ ਇਸ ਵੇਲੇ ਜੋ ਅਹਿਮ ਜਾਣਕਾਰੀ ਮਿਲ ਰਹੀ ਹੈ ਕਿ 12 ਵਜੇ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ ਕੀਤੀ ਜਾਏਗੀ ਦਿੱਲੀ ਪੁਲਿਸ ਵੱਲੋਂ, ਔਰ ਉੱਥੇ ਸਾਰੀ ਜਾਣਕਾਰੀ ਦਿੱਤੀ ਜਾਏਗੀ। ਔਰ ਇਸ ਵੇਲੇ ਕਿਉਂਕਿ ਦੀਪ ਸਿੱਧੂ ਉਹ ਸ਼ਖਸ ਹੈ ਜੋ ਫੇਸਬੁੱਕ ਤੇ ਲਾਈਵ ਹੋਇਆ, ਜੋ ਲਗਾਤਾਰ ਇਹ ਕਹਿੰਦਾ ਹੋਇਆ ਨਜ਼ਰ ਆਇਆ ਕਿ ਅਸੀਂ ਜਿਹੜਾ ਵੈ ਦਿੱਲੀ ਦੇ ਵਿੱਚ ਐਂਟਰ ਹੋਣ ਤੋਂ ਬਾਅਦ ਜਿਵੇਂ ਯੂਥ ਨੂੰ 25 ਦੀ ਰਾਤ ਨੂੰ ਉਕਸਾਇਆ ਗਿਆ, ਉਸ ਨੂੰ ਲੈ ਕੇ ਦੀਪ ਸਿੱਧੂ ਤੇ 1 ਲੱਖ ਰੁਪਏ ਤੱਕ ਦਾ ਇਨਾਮ ਜਿਹੜਾ ਵੈ ਉਹ ਦਿੱਲੀ ਪੁਲਿਸ ਨੇ ਰੱਖਿਆ ਹੋਇਆ ਸੀਗਾ। ਔਰ ਇਸੇ ਵਜ੍ਹਾ ਕਰਕੇ ਦਿੱਲੀ ਪੁਲਿਸ ਦੀ ਇੱਕ ਟੀਮ ਨਹੀਂ ਬਲਕਿ ਕਈ ਸਾਰੀਆਂ ਟੀਮਾਂ ਜਿਹੜੀਆਂ ਨੇ ਉਹ ਦੀਪ ਸਿੱਧੂ ਦੀਆਂ ਭਾਲ ਕਰ ਰਹੀਆਂ ਸੀਗੀਆਂ। ਔਰ ਦੀਪ ਸਿੱਧੂ 26 ਤਰੀਕ ਨੂੰ ਜਦੋਂ ਲਾਲ ਕਿਲੇ ਤੋਂ ਬਾਅਦ ਜਿਹੜਾ ਵੈ ਦੀਪ ਸਿੱਧੂ ਸਿੰਘੂ ਬਾਰਡਰ ਪਹੁੰਚਦਾ ਵੈ, ਉੱਥੇ ਜਦੋਂ ਲਾਈਵ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਲੋਕ ਜਿਹੜੇ ਨੇ ਗਾਲਾਂ ਕੱਢਦੇ ਹੋਏ ਦੀਪ ਸਿੱਧੂ ਨੂੰ ਭਜਾ ਦਿੰਦੇ ਨੇ ਮੋਟਰਸਾਈਕਲ ਤੇ। ਉਹ ਤਸਵੀਰਾਂ ਸਾਰਿਆਂ ਦੇ ਸਾਹਮਣੇ ਆਈਆਂ ਕਿਵੇਂ ਦੀਪ ਸਿੱਧੂ ਜਿਹੜਾ ਭੱਜਿਆ। ਔਰ ਉਸ ਤੋਂ ਬਾਅਦ ਦੀਪ ਸਿੱਧੂ ਦੇ ਨਾਲ ਉਹ ਮਹਿਲਾ ਮਿੱਤਰ ਜੋ ਕੈਲੀਫੋਰਨੀਆ 'ਚ ਮੌਜੂਦ ਹੈ, ਕੈਲੀਫੋਰਨੀਆ ਤੋਂ ਦੀਪ ਸਿੱਧੂ ਦੀਆਂ ਫੇਸਬੁੱਕ ਪੋਸਟਾਂ ਜਿਹੜੀਆਂ ਵੈ ਅਪਲੋਡ ਕਰ ਰਹੀ ਸੀ ਤਾਂ ਕਿ ਲੋਕੇਸ਼ਨ ਨਾ ਪਤਾ ਲੱਗ ਸਕੇ। ਉਹ ਮਹਿਲਾ ਮਿੱਤਰ ਕੌਣ ਹੈ ਉਸ ਬਾਰੇ ਵੀ ਦਿੱਲੀ ਪੁਲਿਸ ਜਿਹੜੀ ਹੈ ਉਹ ਜਾਂਚ ਇਕੱਠੀ ਕਰ ਰਹੀ ਹੈ। ਔਰ ਦੀਪ ਸਿੱਧੂ ਦੇ ਨਾਲ ਹੋਰ ਕਿੰਨੇ ਲੋਕ ਨੇ
ਜਿਨ੍ਹਾਂ ਨੇ ਇਸ ਤਰੀਕੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ। ਇਹ ਸਾਰੀ ਤਫਤੀਸ਼ ਜਿਹੜੀ ਉਹ ਕੀਤੀ ਜਾਏਗੀ ਔਰ 12 ਵਜੇ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਪੁਲਿਸ ਜਿਹੜੀ ਉਹ ਜਾਣਕਾਰੀ ਦੇਗੀ। ਅੰਮ੍ਰਿਤ ਜੀ ਬਿਲकुल पंकज, ਤਾਂ ਜਾਣਕਾਰੀ ਕੀ ਦਿੱਤੀ ਜਾਂਦੀ ਹੈ ਪੁਲਿਸ ਦੇ ਵੱਲੋਂ, ਇਹ ਬਹੁਤ ਅਹਿਮ ਹੋ ਜਾਂਦਾ ਹੈ ਕਿ ਹੋਰ ਕੀ ਖੁਲਾਸੇ ਕੀਤੇ ਜਾਂਦੇ ਨੇ, ਕਿ ਪੁਲਿਸ ਦਾ ਹੱਥ ਕੋਈ ਸੁਰਾਗ ਲੱਗਾ ਹੈ। ਪੰਕਜ ਬਣੇ ਰਹੋ ਸਾਡੇ ਨਾਲ, ਇੱਕ ਵਾਰ ਫਿਰ ਤੋਂ ਤੁਹਾਡਾ ਰੁਖ ਕਰਾਂਗੇ। ਇੱਕ ਵਾਰ ਫਿਰ ਤੋਂ ਦੱਸ ਦਈਏ ਦਰਸ਼ਕਾਂ ਨੂੰ ਹੁਣ ਤੱਕ ਕੀ ਹਲਚਲ ਇਸ ਪੂਰੇ ਮਾਮਲੇ ਦੇ ਵਿੱਚ ਹੋਈ ਹੈ। ਦੀਪ ਸਿੱਧੂ ਦੀ ਗ੍ਰਿਫਤਾਰੀ ਹੁੰਦੀ ਹੈ ਪੰਜਾਬ ਦੇ ਜ਼ੀਰਕਪੁਰ ਤੋਂ। ਦੀਪ ਸਿੱਧੂ ਨੂੰ ਜੋ ਗ੍ਰਿਫਤਾਰ ਕੀਤਾ ਜਾਂਦਾ ਹੈ 12 ਵਜੇ ਦਿੱਲੀ ਪੁਲਿਸ ਪ੍ਰੈਸ ਕਾਨਫਰੰਸ ਕਰੇਗੀ। ਫਿਲਹਾਲ ਜ਼ੀਰਕਪੁਰ ਤੋਂ ਦਿੱਲੀ ਲਿਜਾਇਆ ਜਾ ਰਿਹਾ ਹੈ ਦੀਪ ਸਿੱਧੂ ਨੂੰ। ਉਸ ਤੋਂ ਬਾਅਦ ਜੋ ਉਸਦਾ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਪੁਲਿਸ ਦੀ ਕੋਸ਼ਿਸ਼ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਰਿਮਾਂਡ ਦੀਪ ਸਿੱਧੂ ਦਾ ਲਿਆ ਜਾਵੇ। ਦੀਪ ਸਿੱਧੂ ਦੇ ਵੱਲੋਂ ਆਪਣੀ ਸਫਾਈ ਦੇ ਵਿੱਚ ਕੀ ਕੁਝ ਕਿਹਾ ਜਾਂਦਾ ਹੈ, ਕਿਉਂਕਿ ਲਗਾਤਾਰ ਦੀਪ ਸਿੱਧੂ ਦੇ ਵੱਲੋਂ ਜਿਸ ਤਰ੍ਹਾਂ ਦੀਆਂ ਵੀਡੀਓਜ਼ ਬਣਾਈਆਂ ਜਾ ਰਹੀਆਂ ਨੇ, ਉਹਨਾਂ ਵੀਡੀਓਜ਼ ਦੇ ਵਿੱਚ ਵੀ ਦੀਪ ਸਿੱਧੂ ਇਹੀ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਮੈਨੂੰ ਖਾਮਖਾਂ ਜੋ ਹੈ ਉਹ ਫਸਾਇਆ ਜਾ ਰਿਹਾ ਹੈ। ਮੈਂ ਕਿਸੇ ਤਰ੍ਹਾਂ ਦਾ ਨੌਜਵਾਨਾਂ ਨੂੰ ਉਕਸਾਉਣ ਦਾ ਕੰਮ ਨਹੀਂ ਕੀਤਾ, ਬਲਕਿ ਕਿਸਾਨ ਜਥੇਬੰਦੀਆਂ ਆਪਣਾ ਮੈਸੇਜ ਸਹੀ ਢੰਗ ਨਾਲ ਸੰਗਤ ਤੱਕ ਨਹੀਂ ਪਹੁੰਚਾ ਪਾਈਆਂ। ਇਸੇ ਲਈ ਇਹ ਸਭ ਕੁਝ ਮਾਹੌਲ ਜੋ ਸੀ 26 ਜਨਵਰੀ ਵਾਲੇ ਦਿਨ ਵਿਗੜਿਆ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਸਿੱਧੇ ਤੌਰ ਤੇ ਕਿਨਾਰਾ ਕਰ ਲਿਆ, ਕਿਹਾ ਕਿ ਦੀਪ ਸਿੱਧੂ ਹੀ ਪੂਰੇ ਵਾਕਿਏ ਦੇ ਲਈ ਜ਼ਿੰਮੇਵਾਰ ਹੈ ਜੋ ਕੁਝ ਵੀ ਹੋਇਆ ਹੈ। ਇਸ ਸਭ ਦੇ ਵਿਚਾਲੇ ਜੋ ਦੀਪ ਸਿੱਧੂ ਵੱਲੋਂ ਲਗਾਤਾਰ ਵੀਡੀਓਜ਼ ਪਿਛਲੇ ਦਿਨਾਂ ਦੇ ਵਿੱਚ ਫੇਸਬੁੱਕ ਤੇ ਜਾਰੀ ਕੀਤੀਆਂ ਜਾ ਰਹੀਆਂ ਸੀ, ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾਈਆਂ ਜਾ ਰਹੀਆਂ ਸੀ, ਉਹ ਵੀ ਦੱਸ ਦਈਏ ਕਿ ਕੈਲੀਫੋਰਨੀਆ ਦੇ ਵਿੱਚ ਦੀਪ ਸਿੱਧੂ ਦੇ ਇੱਕ ਮਹਿਲਾ ਦੋਸਤ ਦੇ ਵੱਲੋਂ ਹੀ ਉਹ ਸਾਰੀਆਂ ਵੀਡੀਓ ਅਪਲੋਡ ਕੀਤੀਆਂ ਜਾ ਰਹੀਆਂ ਸੀ, ਯਾਨੀ ਕਿ ਸੋਸ਼ਲ ਮੀਡੀਆ ਦੀਪ ਸਿੱਧੂ ਦੀ ਮਹਿਲਾ ਦੋਸਤ ਵੱਲੋਂ ਹੈਂਡਲ ਕੀਤਾ ਜਾ ਰਿਹਾ ਸੀ। ਫਿਲਹਾਲ ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਇਹ ਜੋ ਸਵਾਲ ਹੈ ਕਿ ਕੀ ਕਿਸੇ ਦੀ ਹੋਰ ਵੀ ਗ੍ਰਿਫਤਾਰੀ ਹੋਈ ਹੈ, ਆਖਿਰਕਾਰ ਕਿੱਥੇ ਕਿਸੇ ਲੁਕਿਆ ਹੋਇਆ ਸੀ ਦੀਪ ਸਿੱਧੂ, ਕਿੱਥੇ ਰਹਿ ਰਿਹਾ ਸੀ ਇੰਨੇ ਦਿਨ ਤੋਂ, ਕਿਸ ਤਰ੍ਹਾਂ ਦੀਆਂ ਉਹਦੀਆਂ ਸਰਗਰਮੀਆਂ ਸੀ ਪਿਛਲੇ ਦਿਨਾਂ ਦੇ ਵਿੱਚ, ਕਿਸ ਕਿਸ ਦੇ ਸੰਪਰਕ ਵਿੱਚ ਸੀ, ਕਿਸ ਦੇ ਨਾਲ ਉਸਨੇ ਗੱਲਬਾਤ ਕੀਤੀ ਹੈ, ਕਿਸ ਦੇ ਨਾਲ ਉਹ ਰਹਿ ਰਿਹਾ ਸੀ। ਇਹ ਸਾਰੀ ਜੋ ਹੁਣ ਪੁਲਿਸ ਦੇ ਵੱਲੋਂ ਪੁੱਛਤਾਛ ਕਰਕੇ 12 ਵਜੇ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਪੁਲਿਸ ਵੱਲੋਂ ਖੁਲਾਸਾ ਕੀਤਾ ਜਾਵੇਗਾ। ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ 26 ਜਨਵਰੀ ਨੂੰ ਕੀ ਕੁਝ ਹੋਇਆ। ਇਹ ਤਸਵੀਰਾਂ 26 ਜਨਵਰੀ ਦੀਆਂ ਨੇ, ਜਦੋਂ ਲਾਲ ਕਿਲੇ ਤੇ ਕੇਸਰੀ ਝੰਡਾ ਚੜਾਇਆ ਜਾਂਦਾ ਹੈ। ਸਭ ਤੋਂ ਪਹਿਲਾ ਕਾਫਿਲਾ ਜੋ ਲਾਲ ਕਿਲੇ ਪਹੁੰਚਦਾ ਹੈ ਉਹ ਦੀਪ ਸਿੱਧੂ ਦਾ ਕਾਫਿਲਾ ਹੁੰਦਾ ਹੈ। ਦੀਪ ਸਿੱਧੂ ਦੀ ਅਗਵਾਈ ਦੇ ਵਿੱਚ ਪਹੁੰਚਦਾ ਹੈ। ਦੀਪ ਸਿੱਧੂ ਉੱਥੇ ਵੀਡੀਓ ਬਣਾਉਂਦਾ ਹੈ ਜਦੋਂ ਲਾਲ ਕਿਲੇ ਤੇ ਝੰਡਾ ਲਹਿਰਾਇਆ ਜਾਂਦਾ ਹੈ। ਤਾਂ ਉਸ ਤੋਂ ਬਾਅਦ ਹਾਲਾਂਕਿ ਜਦੋਂ ਦੀਪ ਸਿੱਧੂ ਦਾ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਵੀ ਦੀਪ ਸਿੱਧੂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਹੈ ਜੋ ਸਕਰੀਨ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈ, ਜਿਸ ਦੇ ਵਿੱਚ ਦੀਪ ਸਿੱਧੂ ਬੋਲਦਾ ਨਜ਼ਰ ਆ ਰਿਹਾ ਹੈ। ਆਪਣੀ ਸਫਾਈ ਦੀਪ ਸਿੱਧੂ ਵੱਲੋਂ ਦਿੱਤੀ ਜਾ ਰਹੀ ਹੈ। ਪਰ ਫਿਲਹਾਲ 26 ਜਨਵਰੀ ਤੋਂ ਬਾਅਦ ਦੀਪ ਸਿੱਧੂ ਫਰਾਰ ਦੱਸਿਆ ਜਾ ਰਿਹਾ ਸੀ ਤੇ 13 ਦਿਨਾਂ ਬਾਅਦ ਦੀਪ ਸਿੱਧੂ ਦੀ ਗ੍ਰਿਫਤਾਰੀ ਹੋਈ ਹੈ। ਹੁਣ ਇਹਨਾਂ 13 ਦਿਨਾਂ ਦੇ ਵਿੱਚ ਕੀ ਕੁਝ ਹੋਇਆ, 13 ਦਿਨਾਂ ਦੇ ਵਿੱਚ ਦੀਪ ਸਿੱਧੂ ਕਿੱਥੇ ਗਿਆ, ਕਿਸ ਦੇ ਨਾਲ ਮੁਲਾਕਾਤ ਕੀਤੀ, ਇਹ ਸਭ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ। ਤਾਂ 12 ਵਜੇ ਪੁਲਿਸ ਦੇ ਵੱਲੋਂ ਕਈ ਅਹਿਮ ਖੁਲਾਸੇ ਵੀ ਕੀਤੇ ਜਾ ਸਕਦੇ ਨੇ। ਤਾਂ ਕਹਿ ਸਕਦੇ ਆ ਕਿ ਵਾਂਟਡ ਸੀ, ਕਿਉਂਕਿ 1 ਲੱਖ ਰੁਪਏ ਦਾ ਇਨਾਮ ਜੋ ਦੀਪ ਸਿੱਧੂ ਤੇ ਰੱਖਿਆ ਗਿਆ ਸੀ। रोहित बंसल साडे सहयोगी लगातार जुड़े ने, एक बार फिर तो रुक कर दिया। तो रोहित, किसान जथेबंदियां हालांकि पहला ही किनारा कर चुकी सी कि साडा कोई लेना देना नहीं है, सीधे तौर पर दीप सिद्धू ही पूरी हिंसा दे लई, पूरे हंगामे दे लई जिम्मेवार है। ਜ਼ਿੰਮੇਵਾਰ ਆ ਔਰ ਇਸ ਦੇ ਨਾਲ ਹੀ ਉਹਨਾਂ ਦਾ ਇਲਜ਼ਾਮ ਸਿੱਧਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਸੀ। ਜੀ ਬਿਲकुल जी अपनी गल पूरी करो रोहित जी बिल्कुल जेकर गल करी जाए संयुक्त किसान मोर्चे की, तो संयुक्त किसान मोर्चे ने 2 बंदियां ते सीधा इल्जाम लगाया सी, जिन्हां विचों पहले सन दीप सिद्धू और दूसरे सन किसान मजदूर संघर्ष कमेटी, जिन्हां दे प्रधान सतनाम सिंह पन्नू ने। पर दूसरे दिन ही सतनाम सिंह पन्नू वालों किसान मजदूर संघर्ष कमेटी वालों एक प्रैस कॉन्फ्रेंस की जाती है और उन्होंने कहा कि साडा इस दे विच कोई कसूर नहीं सी, इस दे लई सीधे दीप सिद्धू जिम्मेवार ने। तो दोने जथेबंदियां वालों, चाहे असीं गल करिए संयुक्त किसान मोर्चा वालों, चाहे गल करिए किसान मजदूर संघर्ष कमेटी वालों, दोनों वालों जिहड़े इल्जाम ने वो दीप सिद्धू ते लगाए गए और दीप सिद्धू लगातार फरार सीगा। और संयुक्त किसान मोर्चे ने दीप सिद्धू का इत्थों तक कह दिता कि इस बंदे का समाजिक बाइकआउट किया जाए। ऑल ओवर इंडिया की गल करी जाए, ऑल ओवर इंडिया के विच समाजिक बाइकआउट संयुक्त किसान मोर्चे वालों दीप सिद्धू का किया गया। दीप सिद्धू 26 तरीक तो लैके लगातार फरार सी और गल करिए 26 तरीक तो लैके 9 तरीक तक करीब 13-14 दिन बनते हैं। इन्हां 13-14 दिनों के विच 3 ਤੋਂ 4 वीडियो है जिहड़ी वो दीप सिद्धू वालों 1-1 2-2 दिन छड्ड के जिहड़ी रिलीज़ की गई सी और उस वीडियो के लगातार जिहड़ा जिक्र किया जा रहा सी, अपने आप को बेकसूर दस्सिया जा रहा सी
ਕਿ ਮੈਂ ਕਿਸ ਤਰ੍ਹਾਂ ਦਿਨ ਕੱਟ ਰਿਹਾ, ਮੈਂ ਕਿਸ ਤਰ੍ਹਾਂ ਲੋਕਾਂ ਨਾਲ ਰਹਿ ਰਿਹਾ। ਇੱਕ ਵਾਰ ਉਹਨਾਂ ਨੇ ਇਹ ਵੀ ਦਾਅਵਾ ਕਰਤਾ ਕਿ ਮੈਂ ਇੱਕ ਬਿਹਾਰ ਦੇ ਭਈਏ ਨਾਲ ਰਹਿ ਰਿਹਾ, ਪੰਜਾਬ ਦੇ ਲੋਕਾਂ ਨੇ ਮੇਰੀ ਕਦਰ ਨਹੀਂ ਕੀਤੀ। ਤਾਂ ਉਸ ਤੋਂ ਬਾਅਦ ਜਿਹੜੀ ਲੋਕੇਸ਼ਨਾਂ ਵੀ ਟਰੇਸ ਕੀਤੀਆਂ ਗਈਆਂ, ਉਹ ਬਿਹਾਰ ਦੀ ਲੋਕੇਸ਼ਨ ਟਰੇਸ ਹੋਈ, ਹਰਿਆਣਾ ਦੀ ਲੋਕੇਸ਼ਨ ਟਰੇਸ ਹੋਈ, ਪੰਜਾਬ ਦੀ ਲੋਕੇਸ਼ਨ ਟਰੇਸ ਹੋਈ। ਤਾਂ ਉਸ ਤੋਂ ਬਾਅਦ ਜਿਹੜੀਆਂ ਦਿੱਲੀ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਸੀ, ਦਿੱਲੀ ਪੁਲਿਸ ਦੀਆਂ ਜੋ ਟੀਮਾਂ ਸੀ, ਉਹ ਲਗਾਤਾਰ ਦੋਨੇ ਤਿੰਨੇ ਸਟੇਟਾਂ ਦੇ ਵਿੱਚ ਐਕਟਿਵ ਸਨ ਔਰ ਇੱਕ ਨਹੀਂ ਕਈ ਟੀਮਾਂ ਐਕਟਿਵ ਸਨ। ਉਹਨਾਂ ਵੱਲੋਂ ਲਗਾਤਾਰ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਸੀ, ਲਗਾਤਾਰ ਨਜ਼ਰਸਾਨੀ ਰੱਖੀ ਜਾ ਰਹੀ ਸੀ। ਔਰ ਜਿਹੜੀ ਇੱਕ ਖਾਸ ਗੱਲ ਹੈ, ਇੱਕ ਸਵਾਲ ਚੁੱਕੇ ਜਾ ਰਹੇ ਸਨ ਕਿ ਇੱਕ ਵਿਅਕਤੀ ਲਗਾਤਾਰ ਫੇਸਬੁੱਕ ਤੇ ਲਾਈਵ ਹੋ ਰਿਹਾ ਪਰ ਪੁਲਿਸ ਅਰੈਸਟ ਕਿਉਂ ਨਹੀਂ ਕਰ ਰਹੀ, ਜਿਸ ਦੇ ਜਵਾਬ ਵਿੱਚ ਕਿਹਾ ਜਾ ਰਿਹਾ ਸੀ ਕਿ ਜਿਹੜੀ ਹੁਣ ਜਾਂਚ ਦੇ ਵਿੱਚ ਹੁਣ ਤੱਕ ਸਾਹਮਣੇ ਆ ਰਿਹਾ ਸੀਗਾ ਕਿ ਜਿਹੜੀ ਵੀਡੀਓ ਆ ਉਹ ਵੀਡੀਓ ਇੰਡੀਆ ਤੋਂ ਅਪਲੋਡ ਨਹੀਂ ਹੋ ਰਹੀ, ਬਲਕਿ ਕੈਲੀਫੋਰਨੀਆ ਤੋਂ ਇੱਕ ਉਹਨਾਂ ਦੀ ਦੋਸਤ ਨੂੰ ਉਹ ਵੀਡੀਓ ਭੇਜੀ ਜਾ ਰਹੀ ਹੈ। ਉਹਨਾਂ ਵੱਲੋਂ ਇਹ ਵੀਡੀਓ ਜਿਹੜੀ ਅਪਲੋਡ ਕੀਤੀ ਜਾ ਰਹੀ ਹੈ, ਵੀਡੀਓ ਦੇ ਜਿਹੜੇ ਸਰਵਰ ਆ ਉਹ ਇੰਡੀਆ ਦੇ ਸਰਵਰ ਤੋਂ ਨਹੀਂ ਅਪਲੋਡ ਹੋਈ ਬਲਕਿ ਅਮਰੀਕਨ ਦੇ ਸਰਵਰ ਤੋਂ ਜਿਹੜੀ ਉਹ ਵੀਡੀਓ ਅਪਲੋਡ ਹੋ ਰਹੀ ਹੈ। ਇਸੇ ਕਰਕੇ ਲਗਾਤਾਰ ਜਿਹੜੀਆਂ ਸੁਰੱਖਿਆ ਏਜੰਸੀਆਂ ਸੀ ਉਹਨਾਂ ਨੂੰ ਇਸ ਚੀਜ਼ ਨੂੰ ਲੈ ਕੇ ਦਿੱਕਤ ਆ ਰਹੀ ਸੀ ਔਰ ਲਗਾਤਾਰ ਇਸੇ ਕਰਕੇ ਹੀ ਜਿਹੜੀਆਂ ਟੀਮਾਂ ਸੀ ਉਹ ਲੱਗੀਆਂ ਹੋਈਆਂ ਸਨ। ਪਰ ਆਖਿਰ ਜਿਹੜੀ ਪੁਲਿਸ ਹੈ, ਪੁਲਿਸ ਨੂੰ ਕਾਮਯਾਬੀ ਮਿਲੀ ਔਰ ਦੀਪ ਸਿੱਧੂ ਅਰੈਸਟ ਹੋ ਗਿਆ, ਜਿਸ ਚੀਜ਼ ਦਾ ਕਿਸਾਨ ਜਥੇਬੰਦੀਆਂ ਨੇ ਵੀ ਧੰਨਵਾਦ ਕੀਤਾ ਔਰ ਕਿਹਾ ਕਿ ਹੁਣ ਜਿਹੜਾ ਸੱਚ ਆ ਉਹ ਜਲਦ ਤੋਂ ਜਲਦ ਸਾਹਮਣੇ ਆਉਣਾ ਚਾਹੀਦਾ ਹੈ। ਜੀ ਅਮਰਿਤ। ਬਿਲਕੁਲ ਰੋਹਿਤ, ਤਾਂ ਬਣੇ ਰਹੋ ਤੁਸੀਂ ਸਾਡੇ ਨਾਲ। ਫਿਲਹਾਲ ਪਲ-ਪਲ ਦੀ ਅਪਡੇਟ ਆਪਣੇ ਦਰਸ਼ਕਾਂ ਨੂੰ ਦੇ ਰਹੇ ਹਾਂ। ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਲਿਜਾਇਆ ਜਾ ਰਿਹਾ ਹੈ, ਉਸ ਨੂੰ ਜ਼ੀਰਕਪੁਰ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ। ਤਾਂ ਲਗਾਤਾਰ ਜੋ ਦੀਪ ਸਿੱਧੂ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਦੇ ਵੱਲੋਂ ਵੀ ਛਾਪੇਮਾਰੀ ਕੀਤੀ ਜਾ ਰਹੀ ਸੀ। ਕਿਸਾਨ ਜਥੇਬੰਦੀਆਂ ਵੀ ਸਿੱਧੇ ਤੌਰ ਤੇ ਕਹਿ ਰਹੀਆਂ ਸੀ ਕਿ ਜੋ ਕੁਝ ਵੀ 26 ਜਨਵਰੀ ਨੂੰ ਹੋਇਆ ਹੈ ਉਸ ਦੇ ਲਈ ਦੀਪ ਸਿੱਧੂ ਹੀ ਜ਼ਿੰਮੇਵਾਰ ਹੈ। ਫਿਲਹਾਲ ਪ੍ਰੇਮ ਸਿੰਘ ਚੰਦੂਮਾਜਰਾ ਸਾਡੇ ਨਾਲ ਜੁੜੇ ਨੇ, ਅਕਾਲੀ ਆਗੂ ਨੇ। ਤਾਂ ਪ੍ਰੇਮ ਸਿੰਘ ਚੰਦੂਮਾਜਰਾ ਜੀ, ਕਿਸ ਤਰ੍ਹਾਂ ਦੇਖਦੇ ਹੋ ਦੀਪ ਸਿੱਧੂ ਦੀ ਗ੍ਰਿਫਤਾਰੀ ਨੂੰ? ਦੇਖੋ, ਪਹਿਲੀ ਗੱਲ ਤਾਂ ਜਿਹੜੀ 26 ਤਰੀਕ ਦਾ ਘਟਨਾਕ੍ਰਮ ਸੀ ਉਹਦੇ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵਾਰੀ ਨਹੀਂ ਬਹੁਤ ਵਾਰ ਬਲਕਿ ਹਰ ਪਾਰਟੀ ਮੀਟਿੰਗ ਦੇ ਵਿੱਚ ਵੀ ਮਸਲਾ ਉਠਾਇਆ ਸੀ ਵੀ ਇੱਕ ਨਿਰਪੱਖ ਜਾਂਚ ਉਤਪੱਤੀ ਹੋਣੀ ਚਾਹੀਦੀ ਆ ਤਾਂ ਕਿ ਇਹ ਕਿਉਂ ਹੋਇਆ, ਕਿਹਨੇ ਕਰਵਾਇਆ ਤੇ ਅੱਗੇ ਨੂੰ ਨਾ ਵਾਪਰੇ। ਇਹ ਸਾਰੇ ਘਟਨਾਕ੍ਰਮ ਨੂੰ ਗੰਭੀਰਤਾ ਨਾਲ ਲੈ ਕੇ ਇਹਦੀ ਸਮੀਖਿਆ ਕਰਨ ਦੀ ਲੋੜ, ਇਹ ਜਿਹੜਾ ਅਸੀਂ ਭਾਰਤ ਦੀ ਪੱਧਰ ਜਾਂਚ ਮੰਗਦੇ ਰਹੇ। ਮੈਂ ਸਮਝਦਾ ਕਾਨੂੰਨ ਜਿਹੜਾ ਸਾਰਿਆਂ ਲਈ ਬਰਾਬਰ ਆ। ਜੇ ਕੋਈ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਗੱਲ ਕਰਦਾ ਤਾਂ ਉਹਦੇ ਕੁਦਰਤੀ ਐਕਸ਼ਨ ਆਉਂਦਾ, ਪਰ ਜੇ ਕਿਸਾਨ ਸੰਘਰਸ਼ ਨੂੰ ਡਰਾਉਣ ਲਈ, ਦਬਾਉਣ ਲਈ, ਧਮਕਾਉਣ ਲਈ ਇਸ ਕਿਸਮ ਦੀਆਂ ਗ੍ਰਿਫਤਾਰੀਆਂ ਉਹ ਨਹੀਂ ਸਹੀ। ਮੈਂ ਸਮਝਦਾ ਕਿ ਇਸ ਮਸਲੇ ਦੀ ਘਟਨਾਕ੍ਰਮ ਦੀ ਕੋਈ ਨਿਰਪੱਖ ਜਾਂਚ ਜ਼ਰੂਰ ਹੋਣੀ ਚਾਹੀਦੀ ਆ। ਜੀ ਪ੍ਰੇਮ ਸਿੰਘ ਚੰਦੂਮਾਜਰਾ ਜੀ, ਸ਼ੁਕਰੀਆ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਜੁੜਨ ਦੇ ਲਈ। ਤਾਂ ਸਿਆਸੀ ਆਗੂ ਇਹੀ ਕਹਿ ਰਹੇ ਨੇ ਕਿ ਦੀਪ ਸਿੱਧੂ ਦੀ ਗ੍ਰਿਫਤਾਰੀ ਹੋਈ ਹੈ, ਚੰਗੀ ਗੱਲ ਹੈ, ਪਰ ਜੋ ਬਾਕੀ ਪੂਰੇ ਇਸ ਘਟਨਾਕ੍ਰਮ ਦੇ ਵਿੱਚ ਸ਼ਾਮਿਲ ਨੇ ਉਹਨਾਂ ਦੀ ਵੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਤਾਂ ਦੀਪ ਸਿੱਧੂ ਦੇ ਵੱਲੋਂ ਲਗਾਤਾਰ ਆਪਣਾ ਪੱਖ ਰੱਖਿਆ ਜਾ ਰਿਹਾ ਸੀ, ਕਦੇ ਫੇਸਬੁੱਕ ਤੇ ਲਾਈਵ ਹੋ ਕੇ, ਕਦੇ ਵੀਡੀਓ ਅਪਲੋਡ ਕਰਕੇ ਆਪਣਾ ਪੱਖ ਰੱਖਿਆ ਜਾ ਰਿਹਾ ਸੀ। ਇਹਨਾਂ ਵੀਡੀਓਜ਼ ਦੇ ਵਿੱਚ ਕੀ ਕੁਝ ਕਿਹਾ ਜਾਂਦਾ ਸੀ ਦੀਪ ਸਿੱਧੂ ਦੇ ਵੱਲੋਂ, ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। फ्लेयर अप हो जाता है। सिचुएशन जो हुई उसमें वो गुस्सा फ्लेयर अप हो गया और इसमें किसी एक शख्सियत को अगर आप बोलें भी उसने भड़काहट की है तो कभी भी संघर्ष, इतना बड़ा संघर्ष वो किसी एक शख्सियत या एक व्यक्ति के ऊपर डिपेंड नहीं होता। इस बात को समझना बड़ा ज़रूरी है। दिल्ली के चार तरफ से बॉर्डर जो हमारे किसान जथेबंदियां या हमारे लोग हैं उन्होंने चारों तरफ से वो बॉर्डर एक ऑब्स्टैकल जो वहाँ बैरिकेड की हुई थी, बैरिकेडिंग उसको तोड़ के आगे बढ़े, उसको तोड़कर आगे बढ़े और वो सब जैसे हम सब रेड फोर्ट की, लाल किले की तरफ चले गए। जब रेड फोर्ट की तरफ गए तो एक सिंबॉलिकली अपना रोष, अपना प्रोटेस्ट, अपना विरोध दर्ज करवाने के लिए जो नए कृषि कानून बने हैं उसको दर्ज करवाने के लिए हमने वहाँ निशान साहब भी लगाया, हमने किसान झंडा भी हमारा लगाया। ਦੀਪ ਸਿੱਧੂ ਦੇ ਵੱਲੋਂ ਲਗਾਤਾਰ ਆਪਣੀ ਸਫਾਈ ਜੋ ਦਿੱਤੀ ਜਾ ਰਹੀ ਸੀ, ਆਪਣੇ ਪੱਖ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਕਿਸ ਤਰੀਕੇ ਦੇ ਨਾਲ ਸਭ ਕੁਝ ਹੋਇਆ। ਦੀਪ ਸਿੱਧੂ ਦੇ ਵੱਲੋਂ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਜਾ ਰਿਹਾ ਸੀ ਇਸ ਪੂਰੇ ਮਾਮਲੇ ਦੇ ਵਿੱਚ, ਪਰ ਦੀਪ ਸਿੱਧੂ ਦੀ ਭੂਮਿਕਾ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਸੀ। ਫਿਰ ਚਾਹੇ ਉਹ ਸ਼ੰਭੂ ਬਾਰਡਰ ਤੇ ਮੋਰਚਾ ਜਦੋਂ ਲਗਾਇਆ ਗਿਆ ਹੋਵੇ ਉਸ ਵੇਲੇ, ਉਸ ਤੋਂ ਪਹਿਲਾਂ ਵੀ ਲਗਾਤਾਰ ਜੋ ਦੀਪ ਸਿੱਧੂ ਦਾ ਕਈ ਵਾਰ ਕਿਸਾਨ ਜਥੇਬੰਦੀਆਂ ਵੱਲੋਂ ਬਾਈਕਾਟ ਕੀਤਾ ਗਿਆ,
ਪ੍ਰਦੀਪ ਸਿੱਧੂ ਦੀ ਲਗਾਤਾਰ ਜੋ ਸ਼ਮੂਲੀਅਤ ਸੀ ਕਿਸਾਨ ਅੰਦੋਲਨ ਦੇ ਵਿੱਚ ਉਹ ਸਵਾਲਾਂ ਦੇ ਘੇਰੇ ਵਿੱਚ ਸੀ ਤੇ ਫਿਲਹਾਲ ਜੋ 26 ਜਨਵਰੀ ਨੂੰ ਹੋਇਆ ਉਸ ਤੋਂ ਬਾਅਦ ਦੀਪ ਸਿੱਧੂ ਹਰ ਕਿਸੇ ਦੇ ਨਿਸ਼ਾਨੇ ਤੇ ਸੀ। ਪੁਲਿਸ ਦੀ ਭਾਲ ਪੁਲਿਸ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਦੀਪ ਸਿੱਧੂ ਦੀ ਤਾਂ ਆਖਿਰਕਾਰ ਜੋ ਦੀਪ ਸਿੱਧੂ ਦੀ ਗ੍ਰਿਫਤਾਰੀ ਹੋ ਗਈ, ਜ਼ੀਰਕਪੁਰ ਤੋਂ ਗ੍ਰਿਫਤਾਰੀ ਹੋਈ, ਦਿੱਲੀ ਹੁਣ ਲਿਜਾਇਆ ਜਾ ਰਿਹਾ ਹੈ ਤੇ ਫਿਲਹਾਲ 12 ਵਜੇ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਹੋਰ ਕਈ ਅਹਿਮ ਖੁਲਾਸੇ ਕੀਤੇ ਜਾ ਸਕਦੇ ਨੇ। ਰਮਨ ਬਾਲਾ ਸੁਬਰਾਮਨੀਅਮ ਸਾਡੇ ਨਾਲ ਕਾਂਗਰਸੀ ਆਗੂ ਜੁੜ ਗਏ ਨੇ ਤਾਂ ਰਮਨ ਬਾਲਾ ਜੀ ਪਹਿਲਾ ਪ੍ਰਤੀਕਰਮ ਤੁਹਾਡਾ ਦੀਪ ਸਿੱਧੂ ਦੀ ਗ੍ਰਿਫਤਾਰੀ ਤੇ। ਇਹ ਮੇਰਾ ਖਿਆਲ ਥੋੜਾ ਲੇਟ ਹੋ ਗਈ ਪਰ ਨੈਵਰਦਲੈਸ ਜਿਹੜੀ ਹੋ ਗਈ ਹੈ ਵੈਲਕਮ ਹੈਗਾ ਵਾ। ਇੱਕ ਗੱਲ ਬੜਾ ਇੰਪੋਰਟੈਂਟ ਹੈ ਜੀ, ਕੱਲਾ ਅਰੈਸਟ ਨਾਲ ਮਤਲਬ ਨਹੀਂ ਹੈ ਹੁਣ, ਕਿਉਂਕਿ ਦੀਪ ਸਿੱਧੂ ਦੀਆਂ ਨਜ਼ਦੀਕੀਆਂ ਬੀਜੇਪੀ ਦੇ ਨਾਲ ਜਗ ਜ਼ਾਹਰ ਨੇ। ਇਹਦੇ ਵਿੱਚ ਜਿਹੜਾ ਇੱਕ ਕਨਸਪੀਰੇਸੀ ਐਂਗਲ ਹੈ ਹੁਣ ਉਹ ਜਿਹੜਾ ਵਾ ट्रांसपेरेंटली ਜਿਹੜਾ ਵੇ ਇਨਵੈਸਟੀਗੇਟ ਹੋਣਾ ਚਾਹੀਦਾ ਵਾ। ਤੁਹਾਨੂੰ ਪਤਾ ਹੋਣਾ ਚਾਹੀਦਾ ਜੀ ਸ਼ੁਕਰੀਆ ਫਿਲਹਾਲ ਜਾਣਕਾਰੀ ਦੇ ਲਈ। ਤਾਂ ਫਿਲਹਾਲ ਹਰ ਕੋਈ ਸਵਾਗਤ ਕਰ ਰਿਹਾ ਹੈ।